83 ਤੋਂ ਪਹਿਲਾਂ ਮੈਂ 2 ਵਾਰੀ ਇੱਕ ਸਾਲ ਐਨਐਸਏ ਚ ਅੰਦਰ ਰਿਹਾ। ਆਈ ਵਾਜ਼ ਨੌਨ ਪੋਲੀਟੀਕਲ, ਮੈਂ ਕਿਸੇ ਐਕਟੀਵਿਟੀ ਇਨਵੋਲਵਡ ਨਹੀਂ ਸੀ। ਸਿਰਫ ਮੇਰਾ ਕਸੂਰ ਇਹ ਸੀ ਕਿ ਮੈਂ ਹਰਮਿੰਦਰ ਸਿੰਘ ਸੰਧੂ ਦਾ ਬ੍ਰਦਰ ਆ ਤੇ ਐਨਐਸਏ ਕੀ ਲੱਗਦੀ ਕਿ ਮੈਂ ਟੇਲਰ ਕੋਲੋਂ ਕੱਪੜੇ ਲੈ ਰਿਹਾ, ਮੈਨੂੰ ਅਰੈਸਟ ਕਰਕੇ ਤੇ ਐਨਐਸਏ ਲਾ ਦਿੱਤੀ ਜਾਂਦੀ ਹੈ ਕਿ ਬਾਬਾ ਸਾਹਿਬ ਚੌਂਕ 'ਚ ਇਹ ਖਾਲਿਸਤਾਨ ਦਾ ਝੰਡਾ ਲਹਿਰਾ ਰਿਹਾ ਸੀ। ਮਤਲਬ ਹੁਣ ਵੀ ਜਿਹੜੇ ਇਨੋਸੈਂਟ ਪੀਪਲ ਜਿਨ੍ਹਾਂ ਤੇ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਨਾ, ਜਿਹਨੂੰ ਮਰਜ਼ੀ ਫੜ ਕੇ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ 'ਚ ਅੰਦਰ ਕਰ ਦਿਓ, ਕੋਈ ਸੁਣਵਾਈ ਨਹੀਂ। 3 ਮਹੀਨਿਆਂ ਬਾਅਦ ਬੋਰਡ ਦੇ ਪੇਸ਼ ਹੋਣਾ। ਬੋਰਡ ਸਰਕਾਰਾਂ ਦਾ ਹੁੰਦਾ, ਉਹਨੇ ਕਦੀ ਤੁਹਾਨੂੰ ਕੋਈ ਇਨਸਾਫ ਨਹੀਂ ਦੇਣਾ, ਅਦਾਲਤ ਵਿੱਚ ਤੁਸੀਂ ਜਾ ਨਹੀਂ ਸਕਦੇ। ਹੁਣ ਜਿਹੜੀ ਅੱਜ ਡਿਸਕਸ਼ਨ ਹੋ ਰਹੀ ਆ, ਮੁੱਖ ਦੀ ਗੱਲ ਇਹ ਆ ਕਿ ਸੈਂਟਰ ਤੇ ਪੰਜਾਬ ਰਲ ਕੇ ਡਰਾਮਾ ਖੇਡ ਰਹੇ ਆ। ਭਗਵੰਤ ਸਿੰਘ ਮਾਨ ਨੇ ਜਦੋਂ 15 ਕੰਪਨੀਆਂ 15 ਕੀ ਮੰਗਣ ਗਿਆ, ਉਦੋਂ ਹੀ ਅਮਿਤ ਸ਼ਾਹ ਜੀ ਕੋਲ ਗੋਡੇ ਟੇਕ ਆਇਆ ਸੀ। ਉਸ ਤੋਂ ਬਾਅਦ ਉਹਨਾਂ ਦੇ ਮੁਤਾਬਕ ਜੋ ਉਹਨਾਂ ਦੀਆਂ ਡਾਇਰੈਕਸ਼ਨਸ ਨੇ ਉਹਦੇ ਮੁਤਾਬਕ ਕੰਮ ਹੋ ਰਿਹਾ। 18 ਤਰੀਕ ਤੱਕ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਨਹੀਂ ਸੀ ਹੈਗਾ। ਔਰ ਜਿਹੜੇ ਬੰਦੇ ਅੱਜ ਐਨਐਸਏ ਚ ਉਹ ਡਿਬਰੂਗੜ੍ਹ ਜਾ ਕੇ ਬੰਦ ਕੀਤੇ ਗਏ ਆ ਔਰ ਵਕੀਲ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ, ਇਹ ਕਿੰਨਾ ਕੁ ਕਾਨੂੰਨੀ ਆ, ਕਿੰਨੀ ਕੁ ਕਾਨੂੰਨ ਦੀ ਪਾਲਣਾ ਆ। ਗੱਲ ਫਿਰ ਉੱਥੇ ਹੀ ਆ ਜਾਂਦੀ ਆ ਕਿ ਸਿੱਖਾਂ ਨੂੰ ਮੋਹਰਾ ਚਿਹਰਾ ਬਣਾ ਕੇ ਆ ਹੁਣ ਮਤਲਬ ਇੱਕ ਐਸਐਸਪੀ ਲੈਵਲ ਦੇ ਰੈਂਕ ਦੀ ਆਫੀਸਰ ਹੈ, ਲੇਡੀ ਆਫੀਸਰ ਆ, ਉਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੂੰ ਹੁਆ ਬਣਾ ਕੇ ਵੇਖੋ ਜੀ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਜੀ, ਆ ਖਾਲਿਸਤਾਨ ਦੇ ਝੰਡੇ ਆ ਜੀ। ਗੱਲ ਤੇ ਇਹ ਆ ਮੁੱਕਦੀ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਕਦੀ ਮੁਸਲਮਾਨਾਂ ਨੂੰ ਵਰਤ ਲਿਆ, ਕਦੀ ਸਿੱਖਾਂ ਨੂੰ ਵਰਤ ਲਿਆ। ਉਹ ਸਿੱਖ ਜਿਹੜੇ ਪੰਜਾਬ ਜਿਹੜਾ ਆ ਉਹ ਦੀਵਾਰ ਬਣ ਕੇ ਸਿੱਖ ਖਲੋਦੇ ਰਹੇ ਨੇ ਉੱਤੇ ਧਾੜ ਦੀਆਂ ਰੋਕਣ ਦੇ ਲਈ। ਅੱਜ ਉਹਨਾਂ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ। ਮੈਂ ਤੁਹਾਨੂੰ ਅਪਡੇਟ ਕਰਦਾ ਐਨਐਸਏ ਦੀ ਧਾਰਾ ਜਿਨ੍ਹਾਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਲੱਗੀ ਹੈ ਡਿਬਰੂਗੜ੍ਹ ਦੇ ਵਿੱਚ, ਜਿਹੜੀ ਧਾਰਮਿਕ ਸਾਹਿਬਾਨਾਂ ਦੀ ਟੀਮ ਹੈ ਉਹ ਜਾ ਕੇ ਮੁਲਾਕਾਤ ਉਹਨਾਂ ਨਾਲ ਕਰ ਲਈ। ਤੁਸੀਂ ਕਹਿ ਰਹੇ ਹੋ ਨਹੀਂ ਮਿਲਣ ਦਿੱਤਾ ਜਾ ਰਿਹਾ, ਇਹਨਾਂ ਨੇ ਮੁਲਾਕਾਤ ਕਰ ਲਈ। ਸਾਡਾ ਵਕੀਲ ਇਮਾਨ ਸਿੰਘ ਖਾਰਾ ਗਿਆ, ਉਹ ਖਾਲੀ ਹੱਥ ਵਾਪਸ ਆਇਆ। ਉਹਨੂੰ ਸਰ ਇਹਨਾਂ ਨੇ ਮੁਲਾਕਾਤ ਕਰ ਲਈ ਸਰ, ਐਸਜੀਪੀਸੀ ਦੀ ਟੀਮ ਨੇ ਤਾਂ ਕਰ ਲਈ ਸਰ। ਮੈਂ ਤੁਹਾਨੂੰ ਵੈਸੇ ਅਪਡੇਟ ਕਰ ਰਿਹਾ, ਇਹਨਾਂ ਦੀ ਟੀਮ ਨੇ ਕਰ ਲਈ। ਠੀਕ ਹੈ ਢਿੱਲੋਂ ਸਾਹਿਬ ਉਹਨਾਂ ਦੀ ਪਾਰਟੀ ਦਾ ਵਕੀਲ ਗਿਆ, ਉਹਨੂੰ ਨਹੀਂ ਸਰ ਇੱਥੇ ਤਾਂ ਪਾਰਟੀ ਨਹੀਂ, ਇੱਥੇ ਤਾਂ ਕੋਈ ਤੁਸੀਂ ਕੋਈ ਵਕੀਲ ਨਹੀਂ ਹੋਣਾ। ਰਾਈਟ ਉਪਕਾਰ ਸਿੰਘ ਜੀ, ਕੋਈ ਰਿਐਕਸ਼ਨ ਕਿਉਂਕਿ ਤੁਹਾਡੀ ਜਥੇਬੰਦੀ ਨਾਲ ਹੀ ਅਲਾਈਨਡ ਹੈਗੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ, ਕਿ ਦੋਨੋਂ ਹੀ ਭੱਜੇ ਹੋਏ ਸੀਗੇ, ਕਿਤੇ ਨਾ ਕਿਤੇ ਆਪਰੇਸ਼ਨ ਅੰਮ੍ਰਿਤਪਾਲ ਚੱਲ ਰਿਹਾ ਸੀਗਾ, ਪੁਲਿਸ ਪਿੱਛੇ ਦੋਨੋਂ ਅੱਗੇ, ਇੱਕ ਤਾਂ ਫੜ ਲਿਆ ਇੱਕ ਰਹਿ ਗਿਆ। ਜੀ ਇਸ ਤਰ੍ਹਾਂ ਵੀ ਬੜਾ ਰਚਿਆ ਜਾ ਰਿਹਾ ਹੈ। ਇਹਨਾਂ ਨੂੰ ਤਰੀਕ ਨੂੰ ਫੜ ਲਿਆ ਗਿਆ ਸੀ, ਸ਼ਾਹਕੋਟ ਦੇ ਵਿੱਚ ਲਿਜਾ ਕੇ ਵੀਆਈਪੀ ਗੱਡੀ ਪਿਛਲੇ ਗੇਟ ਥਾਣੀ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਜਾਂ ਇਹਨਾਂ ਨੂੰ ਉਸ ਵੇਲੇ ਲੈ ਕੇ ਗਈ ਸੀ। ਮੇਰੇ ਸੋਰਸਸ ਮੇਰੀ ਸਮਝ ਮੁਤਾਬਕ ਉਦੋਂ ਤੋਂ ਹੀ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। ਠੀਕ ਹੈ, ਇਹ ਸਾਰਾ ਇੱਕ ਲੈਂਡ ਡਰਾਮਾ, ਉਹਨੂੰ ਵੋਟਾਂ ਦੀ ਲਾ ਲਓ, ਕਿਸੇ ਦੀ ਲਾ ਲਓ, ਉਹ ਰਚਿਆ ਜਾ ਰਿਹਾ ਤੇ ਕੌਮ ਦੀ ਦਿੱਖ ਵਿਗਾੜ ਕੇ ਸਾਰੇ ਮਤਲਬ ਆਲਰੇਡੀ ਪੁਲਿਸ ਕੋਲ ਸੀ। ਹੁਣ ਥੋੜੇ ਦਿਨਾਂ ਵਿੱਚ ਤੁਸੀਂ ਵੇਖੋਗੇ ਵੀ ਅੰਮ੍ਰਿਤਪਾਲ ਸਿੰਘ ਵੀ ਫੜਿਆ ਗਿਆ ਹੈ। ਮਤਲਬ ਇਹ ਸਭ ਕੁਛ ਉੱਥੋਂ 18 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਦੇ ਕੱਪੜੇ ਮਿਲ ਜਾਂਦੇ ਨੇ, ਪਰ ਜਿਹੜੀ ਗੱਡੀ ਦੇ ਵਿੱਚ ਉਹ ਗਿਆ, ਇੰਨੀ ਵੱਡੀ ਗੱਡੀ ਆ, ਉਹ ਗੱਡੀ ਪੁਲਿਸ ਨੂੰ ਨਹੀਂ ਮਿਲਦੀ। ਮਤਲਬ ਸਾਰਾ ਕੁਛ ਇੱਕ ਤਰ੍ਹਾਂ ਦਾ ਜਿਵੇਂ ਬਣਾ ਕੇ ਨਾ ਪਿਕਚਰ ਇੰਡੀਆ ਦੇ ਵਿੱਚ ਅਸੀਂ ਸਿੱਖ ਕੌਮ ਨੂੰ ਬਦਨਾਮ ਕਰਨਾ ਔਰ ਮਤਲਬ ਜਿਹੜੀਆਂ ਧਾਰਾਵਾਂ ਕੋਈ ਬਣਿਆ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਤੇ ਮਤਲਬ ਸਬਕ ਸਿਖਾਉਣ ਵਾਲੀ ਗੱਲ ਜਿਹੜੀ ਅੱਗੇ ਹਮੇਸ਼ਾ ਪਿੱਛੇ ਵੀ ਹੁੰਦੀ ਰਹੀ ਆ, ਉਹ ਕੁਛ ਹੁਣ ਹੋ ਰਿਹਾ ਸਰ। ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ 18 ਤਰੀਕ ਨੂੰ ਜਦੋਂ ਪਸ਼ਾਹਕੋਟ ਵਾਲੇ ਪਾਸੇ ਜਦੋਂ ਸਾਰੀ ਗੱਲ ਕਰ ਰਹੇ ਸੀਗੇ, ਉਦੋਂ ਹੀ ਜਿਹੜਾ ਇਹ ਦੋਨਾਂ ਨੂੰ ਫੜ ਲਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਇਹਨੂੰ ਦੋਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ, ਮਹਿਮਾਨ ਨਵਾਜ਼ੀ ਕਰ ਰਹੀ ਸੀਗੀ, ਵੱਖ-ਵੱਖ ਥਾਈਂ ਘੁਮਾ ਰਹੀ ਸੀਗੀ, ਪਿਕਚਰਾਂ ਖਿਚਾ ਰਹੀ ਸੀ ਤੇ ਅੱਜ ਪੇਸ਼ ਕਰਤਾ। ਇਹ ਕਹਿਣਾ ਚਾਹ ਰਹੇ ਹੋ ਸਰ? ਜੋ ਵੀ ਕਰ ਰਹੀ ਸੀ ਜੀ, ਆ ਡਰਾਮਾ ਹੀ ਆ ਵੀ ਉਹ ਕਦੀ ਤੇ ਪੀਲੀਭੀਤ ਚਲੇ ਜਾਇਆ, ਹੁਣ ਉਹ ਕੱਥੂ ਨੰਗਲ ਵੀ ਆ ਗਏ, ਕਿੱਥੇ ਪੰਜਾਬ ਚ ਘੁੰਮ ਲਿਆ, ਘੁੰਮ ਲਿਆ, ਪੁਲਿਸ ਨੂੰ ਪਤਾ ਨਹੀਂ ਲੱਗਾ। ਐਕਚੁਅਲੀ ਆਲਰੇਡੀ ਇਹਨਾਂ ਦੀ ਗ੍ਰਿਫਤ ਵਿੱਚ ਸੀ ਔਰ ਇੱਥੋਂ ਤੱਕ ਵੀ ਮਾੜਾ ਮੋਟਾ ਕਿਤੇ ਪਤਾ ਲੱਗਾ ਵੀ NIA ਦੇ ਕੋਲ ਦਿੱਲੀ ਦੇ ਵਿੱਚ ਸਨ। ਉਹ ਜਿਹੜੀਆਂ ਪਿਕਚਰਸ ਵਿਖਾਈਆਂ ਜਾਂਦੀਆਂ ਰਹੀਆਂ, ਕਿਸੇ ਵਿੱਚ ਵੀ ਇਹਨਾਂ ਦਾ ਕੋਈ ਕਲੀਅਰ ਚਿਹਰਾ ਨਹੀਂ ਵਿਖਾਇਆ ਜਾਂਦਾ ਰਿਹਾ। ਜੇ ਅਸੀਂ ਕਿਤੇ ਅਰੈਸਟ ਕਰਦੇ ਆ, ਮੰਨ ਲਓ ਅੱਜ ਜੇ ਕੱਥੂ ਨੰਗਲ ਤੋਂ ਅਰੈਸਟ ਕੀਤਾ ਆ ਤੇ ਬਾਕੀ ਸਾਰਾ ਕੁਝ ਤਾਂ ਅਸੀਂ ਵਿਖਾ ਦਿੰਦੇ ਆ, ਕੋਈ CCTV ਕੈਮਰੇ ਜਾਂ ਕੋਈ ਫੜਨ ਲੱਗੀਆਂ ਵੀਡੀਓ ਬਣਾ ਦਿਓ ਉਹਨਾਂ ਦੀ ਵੀ ਉਹ ਦੌੜ ਗਿਆ ਮਗਰ ਪੁਲਿਸ ਲੱਗੀ ਆ ਉਹਨੂੰ ਫੜਨ ਦੀ, ਹੁਣ ਫੜ ਲਿਆ ਜੀ। ਮਤਲਬ ਸਿਰਫ ਇੱਕ ਦੱਸ ਹੀ ਦਿੱਤਾ ਜਾਂਦਾ, ਉਹਨੂੰ ਪ੍ਰੈਜ਼ੈਂਟ ਕੀਤਾ, ਥੋੜੇ ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਹੀ ਕਰ ਦੇਣਗੇ। ਓਕੇ ਢਿੱਲੋਂ ਸਾਹਿਬ,
ਢਿੱਲੋਂ ਸਾਹਿਬ, ਪੰਜਾਬ ਦੇ ਲੋਕਾਂ ਨੂੰ ਆਪਾਂ ਥੋੜਾ ਸਮਝਾਉਣਾ ਹੈ ਕਿ ਆਪਾਂ ਨੂੰ ਪਹਿਲੀ ਨਜ਼ਰੇ ਕੀ ਸਮਝ ਪੈ ਰਿਹਾ ਜਦੋਂ ਇਹ ਪੂਰੀ ਕਹਾਣੀ ਜਿਹੜੀ ਹੈਗੀ ਹੈ ਅਨਫੋਲਡ ਹੋ ਰਹੀ, ਯਾਨੀ ਖੁੱਲ ਰਹੀ ਹੈ ਪਰਤਾਂ, ਤੇ ਅੱਜ ਜਿਹੜੀ ਤਸਵੀਰ ਸਾਹਮਣੇ ਆਂਦੀ ਹੈ ਉਹ ਪਪਲਪ੍ਰੀਤ ਦੀ ਆਂਦੀ ਹੈ। ਇਹ ਦੋ ਜਣੇ ਸੀਗੇ ਜਿਹੜੇ ਵਾਂਟਡ ਸੀਗੇ, ਭੱਜੇ ਹੋਏ ਸੀਗੇ, ਐਨਐਸਏ ਹੁਣ ਇਹਦੇ ਉੱਪਰ ਲੱਗ ਗਿਆ, 6 ਕੇਸ ਹੋਰ ਜਿਹੜੇ ਇਸ ਦੇ ਉੱਪਰ ਦਰਜ ਹੈਗੇ ਆ। ਨਾਓ ਹੀ ਇਜ਼ ਅਰੈਸਟਡ, ਐਨਐਸਏ ਲੱਗਿਆ ਹੋਇਆ, ਨੈਸ਼ਨਲ ਸਿਕਿਉਰਿਟੀ ਐਕਟ, ਮੁਲਕ ਦੀ ਸਭ ਤੋਂ ਵੱਡੀ ਧਾਰਾ ਹੈਗੀ ਹੈ, ਉਹ ਇਸ ਦੇ ਉੱਪਰ ਲੱਗ ਗਈ। ਤੇ ਸੰਧੂ ਸਾਹਿਬ ਕਹਿ ਰਹੇ ਹੈ ਕਿ ਇਹ ਪੁਲਿਸ ਕੋਲ ਹੀ ਸੀਗੇ, ਤੇ ਸਰ ਫਿਰ ਹੁਣ ਸਮਝੀਏ ਕਿ ਇਹ ਪੁਲਿਸ ਕੋਲ ਸੀਗੇ ਤਾਂ ਫਿਰ ਉਹ ਵੀ ਨਾਲ ਹੀ ਹੈ, ਫਿਰ ਇੱਕ ਦੋ ਦਿਨ ਤੇ ਉਹ ਵੀ ਆ ਜਾਏਗਾ। ਗੌਰਵ ਜੀ, ਸਭ ਤੋਂ ਪਹਿਲਾਂ ਸਵਾਲ ਇਹ ਉੱਠਦੇ ਨੇ ਕਿ ਜੋ ਪਪਲਪ੍ਰੀਤ ਹੈ, ਜੋ ਉਸਦਾ ਸੋਸ਼ਲ ਮੀਡੀਆ ਦਾ ਸਾਰਾ ਕੰਮ ਸੰਭਾਲਦਾ ਸੀ, ਪਹਿਲਾਂ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਉਹ ਹਰਿਆਣੇ ਚਲਾ ਗਿਆ, ਹਰਿਆਣੇ ਤੋਂ ਯੂਪੀ, ਯੂਪੀ ਤੋਂ ਉੱਤਰਾਖੰਡ ਅਤੇ ਉੱਤਰਾਖੰਡ ਤੋਂ ਬਿਹਾਰ ਤੋਂ ਹੁੰਦੇ ਹੋਏ ਉਹ ਨੇਪਾਲ ਦਾ ਬਾਰਡਰ ਟੱਪ ਗਿਆ ਹੈ, ਜਾਂ ਇਹ ਸ਼ੰਕਾ ਜਤਾਇਆ ਗਿਆ ਕਿ ਸ਼ਾਇਦ ਉਹ ਨੇਪਾਲ ਚਲਾ ਗਿਆ ਹੈ। ਬਟ ਕੁਝ ਦਿਨ ਬਾਅਦ ਕਿਸ ਤਰ੍ਹਾਂ ਫਿਲਮੀ ਰੂਪਾਂਤਰ ਦੇ ਵਿੱਚ ਜਿਸ ਤਰ੍ਹਾਂ 90s ਦੀਆਂ ਮੂਵੀਜ਼ ਚੱਲਦੀਆਂ ਸਨ, ਫਿਰ ਇਹ ਖਬਰ ਆਉਂਦੀ ਹੈ ਕਿ ਭਾਈ ਉਹ ਅਗਰ ਇੰਨੀਆਂ ਮੁਸ਼ਕਿਲਾਂ ਤੋਂ ਬਾਅਦ ਭੇਸ ਬਦਲ ਕੇ ਪੰਜਾਬ ਤੋਂ ਬਾਹਰ ਗਿਆ ਸੀ ਤਾਂ ਫਿਰ ਕੀ ਲੋੜ ਪੈ ਗਈ ਕਿ ਉਹ ਫਿਰ ਪੰਜਾਬ ਆ ਗਏ, ਉਹ ਵੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਹਾਈ ਸਿਕਿਉਰਿਟੀ ਜ਼ੋਨ ਹੈ ਇਸ ਸਮੇਂ, ਉੱਥੇ ਆ ਕੇ ਚਲੋ ਅਸੀਂ ਪੰਜਾਬ ਪੁਲਿਸ ਸਾਡੀ ਬਹੁਤ ਹੀ ਸਨਮਾਨਯੋਗ ਫੋਰਸ ਹੈ, ਬਹੁਤ ਵਧੀਆ ਕੰਮ ਕਰਦੀ ਹੈ, ਬਟ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਇੱਥੇ ਢਿੱਲ ਰੱਖੀ, ਜਿਹਦੇ ਕਰਕੇ ਬਹੁਤ ਗਲਤੀਆਂ ਹੋਈਆਂ। ਇੱਥੋਂ ਤੱਕ ਕਿ ਮਾਣਯੋਗ ਹਾਈ ਕੋਰਟ ਨੇ ਵੀ ਕਿਹਾ ਕਿ 80,000 ਪੁਲਿਸ ਮੁਲਾਜ਼ਮ ਕੀ ਕਰ ਰਹੇ ਸਨ ਉਸ ਦਿਨ, ਜਦੋਂ ਸਾਰਾ ਇੰਟਰਨੈਟ ਬੰਦ ਕਰ ਦਿੱਤਾ ਗਿਆ। ਸਮੁੱਚੇ ਪੰਜਾਬ ਨੂੰ ਇੰਟਰਨੈਸ਼ਨਲ ਲੈਵਲ ਤੇ ਇੰਨੀ ਨਾਮੋਸ਼ੀ ਚੱਲਣੀ ਪਈ ਕਿ ਇੱਕ ਸ਼ਖਸ ਨੂੰ ਪੜਨ ਲਈ ਇੰਨਾ ਕੁਝ ਕਰਨਾ ਹੋਇਆ, ਬਟ ਉਹ ਸ਼ਖਸ ਗ੍ਰਿਫਤ ਤੋਂ ਬਾਹਰ ਹੋ ਗਿਆ। ਅਤੇ ਹੋਰ ਵੀ ਬੜੇ ਸਵਾਲ ਉੱਠਦੇ, ਜਿਹੜਾ ਅਸੀਂ ਸਮਝਦੇ ਸੀ ਕਿ ਅੱਜ ਡੀਜੀਪੀ ਸਾਹਿਬ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਸੀ ਕਿ ਉਹ ਆਦਮੀ ਕਿੱਥੇ ਠਹਿਰਿਆ ਹੋਇਆ ਸੀ, ਪਪਲਪ੍ਰੀਤ ਨੂੰ ਕਿਸਨੇ ਠਾਰ ਦਿੱਤੀ ਸੀ, ਉਹ ਇੰਨੇ ਦਿਨ ਤੋਂ ਇੱਥੇ ਕਿਵੇਂ ਪਹੁੰਚਿਆ, ਕਿ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਸ ਤਰ੍ਹਾਂ ਪੁਲਿਸ ਉੱਥੋਂ ਤੱਕ ਪਹੁੰਚੀ, ਕੌਣ ਸੀ ਇਹਨਾਂ ਦਾ ਸੋਰਸ ਆਫ ਇਨਫੋਰਮੇਸ਼ਨ, ਕਿ ਕਦੋਂ ਇਹਨਾਂ ਨੂੰ ਮਿਲੀ ਤੇ ਕਿਵੇਂ ਪੁਲਿਸ ਨੇ ਗ੍ਰਿਫਤਾਰ ਕੀਤਾ। ਸੋ ਹਾਲੇ ਵੀ ਇੱਕ ਅਹਿਮ ਸਵਾਲ, ਅੱਜ ਤੁਸੀਂ ਗੌਰਵ ਜੀ ਦੇਖ ਲਓ, ਜਦੋਂ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਤਾਂ ਸਾਈਬਰ ਸੈੱਲ ਚਾਹੇ ਤਾਂ 2 ਮਿੰਟ ਦੇ ਵਿੱਚ ਕਿਸੇ ਨੂੰ ਵੀ ਟਰੈਕ ਕਰ ਸਕਦਾ ਹੈ, ਬਟ ਅੰਮ੍ਰਿਤਪਾਲ ਸਿੰਘ ਦੀਆਂ 2 ਵੀਡੀਓਸ ਆਈਆਂ ਨੇ, ਹਾਲੇ ਤੱਕ ਪੁਲਿਸ ਵੱਲੋਂ ਇੱਕ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਉਹ ਵੀਡੀਓ ਕਿੱਥੋਂ ਅਪਲੋਡ ਹੋਈ ਸੀ, ਸਭ ਤੋਂ ਪਹਿਲਾਂ ਕਿਸ ਨੂੰ ਮਿਲੀ ਸੀ, ਕਿਉਂਕਿ ਫੋਨ ਟਰੈਕ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ, ਕਿ ਉਹ ਲੋਕੇਸ਼ਨ ਟਰੈਕ ਕਰਨੀ ਕੋਈ ਵੱਡੀ ਗੱਲ ਨਹੀਂ ਹੁੰਦੀ, ਬਟ ਇਹ ਸਾਰੇ ਅਣਸੁਲਝੇ ਸਵਾਲ ਨੇ। ਤਾਂ ਸਭ ਤੋਂ ਹੈਰਾਨਗੀ ਦਾ ਸਵਾਲ ਤਾਂ ਤੁਹਾਡੇ ਟੀਵੀ ਚੈਨਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਵਕਤਾ ਨੇ ਉਠਾ ਦਿੱਤਾ। ਉਹ ਕਹਿੰਦੇ ਕਿ ਪਹਿਲਾਂ ਹੀ ਗ੍ਰਿਫਤ ਨੇ, ਜਦਕਿ ਇਹਨਾਂ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ, ਇਹਨਾਂ ਦੀ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦਾ ਬਿਆਨ ਸੀ ਕਿ ਸਿੰਘਾਂ ਨੂੰ ਜਦੋਂ ਲੋੜ ਪੈਂਦੀ ਹੈ ਤਾਂ ਸਿੰਘਾਂ ਨੂੰ ਕਈ ਵਾਰ ਅੱਗੇ ਪਿੱਛੇ ਵੀ ਨੱਠਣਾ ਪੈਂਦਾ ਹੈ, ਤੇ ਉਹ ਨਾਲ ਅੰਮ੍ਰਿਤਪਾਲ ਨੂੰ ਸਲਾਹ ਦੇ ਰਹੇ ਸਨ ਕਿ ਉਹ ਪਾਕਿਸਤਾਨ ਚਲਾ ਜਾਏ। ਸੋ ਸਿਮਰਨਜੀਤ ਸਿੰਘ ਮਾਨ ਕੁਛ ਕਹਿੰਦੇ ਨੇ ਤੇ ਇਹਨਾਂ ਦੇ ਪ੍ਰਵਕਤਾ ਟੀਵੀ ਤੇ ਬੈਠ ਕੇ ਕਹਿੰਦੇ ਨੇ ਕਿ ਉਸ ਦਿਨ ਦੇ ਹੀ ਗ੍ਰਿਫਤਾਰ ਨੇ। ਸੋ ਮੈਂ ਸਮਝਦਾ ਕਿ ਪਾਰਟੀ ਦੋਹਰਾ ਮਾਪਦੰਡ ਲੈ ਕੇ ਚੱਲਦੀ ਹੈ, ਸਮੇਂ ਦੇ ਹਿਸਾਬ ਨਾਲ ਬਦਲ ਲੈਂਦੀ ਹੈ। ਕਾਂਗਰਸ ਦੀ ਪਹਿਲੇ ਦਿਨ ਤੋਂ ਹੀ ਪਿਛਲੇ ਸਾਲ ਅਕਤੂਬਰ ਤੋਂ ਹੀ ਮੰਗ ਸੀ, ਜਦੋਂ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਹੋਣਾ ਚਿੱਠੀ ਲਿਖੀ ਸੀ ਕਿ ਭਾਈ ਜੋ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ। ਠੀਕ ਹੈ। ਸੋ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ, ਤੁਹਾਡੇ ਟੀਵੀ ਤੇ ਵੀ ਉਹ ਜਵਾਬ ਦੇਣ ਨਹੀਂ ਪਹੁੰਚਦੇ। ਅਤੇ ਸਭ ਤੋਂ ਅਹਿਮ ਸਵਾਲ ਕਿ ਅਗਰ ਪਾਰਟੀ ਇਹਨਾਂ ਨੂੰ ਪਤਾ ਸੀ ਕਿ ਆਈਐਸਆਈ ਦੇ ਨਾਲ ਸੰਬੰਧ ਸੀ ਤਾਂ ਫਿਰ 18 ਤਰੀਕ ਤੱਕ ਅਜਨਾਲਾ ਕਾਂਡ ਤੋਂ ਬਾਅਦ ਜਦ ਅੰਮ੍ਰਿਤਪਾਲ ਸ਼ਾਂਤ ਕਦੀ ਘਰੇ ਬੈਠਾ ਸੀ ਜਾਂ ਨਾਰਮਲੀ ਜਾਂਦਾ ਸੀ, ਉਦੋਂ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਕਿਉਂ ਇੱਕ ਫਿਲਮੀ ਰੂਪਾਂਤਰ ਤੇ ਸੜਕ ਤੇ ਲਿਆ ਕੇ ਇਹ ਡਰਾਮਾ ਰਚਿਆ ਗਿਆ? ਇਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਨਮੋਸ਼ੀ ਚੱਲੀ ਹੈ, ਇਹ ਗੱਲ ਬੜੀ ਵੱਡੀ ਹੈ ਕਿਉਂਕਿ ਸਵਾਲ ਬੜਾ ਵੱਡਾ ਹੈਗਾ ਹੈ। ਢਿੱਲੋਂ ਸਾਹਿਬ, ਸਵਾਲ ਇਹ ਹੈ, ਦੇਖੋ ਅਸੀਂ ਹਰ ਦਿਨ ਆਮ ਆਦਮੀ ਪਾਰਟੀ ਨੂੰ ਸੱਦਦੇ ਹਾਂ, ਸੱਦਾ ਦਿੰਨੇ ਆ, ਆਣਾ ਨਾ ਆਣਾ ਉਹਨਾਂ ਦੀ ਮਰਜ਼ੀ ਹੈ, ਆਂਦੇ ਨਹੀਂ। ਖਾਲੀ ਕੁਰਸੀ ਅਸੀਂ ਕਈ ਵਾਰ ਦਿਖਾਈ ਹੈ, ਮੁੜ ਤੋਂ ਦੇਖੋ, ਮੁੜ ਤੋਂ ਦਿਖਾ ਦਾਂਗਾ, ਉਹ ਵਿੰਡੋਜ਼ ਹੋਰ ਸਾਰੀਆਂ ਖਰਾਬ ਹੋਣੀਆਂ, ਤੁਹਾਨੂੰ ਵੀ ਸਾਡਾ ਸਮਾਂ ਸਾਰਾ ਖਰਾਬ ਹੁੰਦਾ, ਪਰ ਇਹ ਆਪ ਹੀ ਉਹਨਾਂ ਨੂੰ ਸਮਝਣਾ ਚਾਹੀਦਾ। ਅਸੀਂ ਉਹਨਾਂ ਨੂੰ ਸੱਦਾ ਦਿੱਤਾ ਸੀਗਾ। ਐਸਾ ਲੱਦੜ ਸਾਹਿਬ ਜੁੜ ਗਏ ਨੇ ਭਾਜਿੰਦਾ ਪਾਰਟੀ ਤੋਂ। ਲੱਦੜ ਸਾਹਿਬ, ਬਹੁਤ ਸਵਾਗਤ ਹੈ ਜੀ। ਧਾਰਨੀ ਸਾਹਿਬ, ਹੁਣ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਕਿ ਇਹ ਫਿਲਮੀ ਰੂਪਾਂਤਰਣ ਲੱਗ ਰਿਹਾ ਹੈ, ਇਹ ਇੱਕ ਸਕ੍ਰਿਪਟਡ ਲੱਗ ਰਿਹਾ ਹੈ, ਜਿਵੇਂ ਇੱਕ ਫਿਲਮ ਦੀ ਸਕ੍ਰਿਪਟ ਜੀ ਹੁੰਦੀ ਹੈ। ਥੋੜਾ ਜਿਹਾ ਸਮਝਣਾ ਹੈ, ਅਗਰ ਜਿਵੇਂ ਸੰਧੂ ਸਾਹਿਬ ਨੇ ਕਿਹਾ ਤਾਂ ਫੜਿਆ ਹੋਇਆ ਸੀਗਾ, ਜੇ ਇਹ ਫੜੇ ਹੋਏ ਸੀਗੇ ਦੋਨੋਂ, ਵੀਡੀਓ ਵੀ ਆ ਗਈਆਂ, ਉਸ ਤੋਂ ਬਾਅਦ ਇਹ ਪਟਿਆਲੇ ਤਸਵੀਰਾਂ ਵੀ ਹੈਗੀਆਂ, ਫਿਰ ਕਹਿੰਦੇ ਦਿੱਲੀ 'ਚ ਘੁੰਮਦਾ ਪਾਇਆ ਗਿਆ, ਫਿਰ ਇਹ ਕਿਸੇ
ਹਾਈਵੇ ਦੇ ਉੱਪਰ ਸਾਈਡ ਤੇ ਬੈਠ ਕੇ ਇਹ એનર્ਜੀ ਡਰਿੰਕ ਵੀ ਦੋਨੋਂ ਹੀ ਪੀਂਦੇ ਪਏ ਸੀਗੇ। ਸ਼ਾਹਬਾਦ ਦੇ ਵਿੱਚ ਛਤਰੀ ਲੈ ਕੇ ਤੇ ਪਟਿਆਲੇ ਛਤਰੀ ਲੈ ਕੇ ਵੀ ਘੁੰਮੀ ਫਿਰੀ ਜਾਂਦੇ ਸੀਗੇ। ਸਰ ਇਹ ਪਿਕਨਿਕ ਮਨਾ ਰਹੇ ਸੀਗੇ ਜਾਂ ਐਨਆਈਏ ਲੈ ਕੇ ਇਹਨਾਂ ਨੂੰ ਜਿਹੜਾ ਘੁੰਮ ਫਿਰ ਰਹੀ ਸੀਗੀ? ਕਿਉਂਕਿ ਸਰ ਪੰਜਾਬ ਦੇ ਲੋਕਾਂ ਦੇ ਮੋਹਰੇ ਆਪਾਂ ਤਸਵੀਰ ਸਪਸ਼ਟ ਕਰਨੀ ਹੈ। ਲੱਦਰ ਸਾਹਿਬ ਤੋਂ ਵੀ ਪੁੱਛ ਲਾਂਗੇ ਕਿਉਂਕਿ ਏਜੰਸੀਆਂ ਇਹਨਾਂ ਦੇ ਸਰਕਾਰ ਦੇ ਅਧੀਨ ਹੀ ਆਉਂਦੀਆਂ, ਬਾਕੀ ਕਲੀਅਰ ਕਰ ਦੇਣਗੇ ਕਿਉਂਕਿ ਤੁਸੀਂ ਸੀਨੀਅਰ ਲਾਇਰ ਹੈਗੇ। ਥੋੜਾ ਜਿਹਾ ਆਪਾਂ ਚਾਨਣ ਪਾਈਏ, ਸਮਝੀਏ। ਗੌਰਵ ਜੀ, ਜਿੱਥੋਂ ਤੱਕ ਹਰ ਇਨਸਾਨ ਜਿਹੜਾ ਹੈਗਾ ਪੰਜਾਬ ਦਾ ਜਿੰਨਾ ਆਵਾਮ ਹੈਗਾ ਉਹ ਇਹ ਸਮਝਦਾ ਹੈਗਾ ਕਿ ਇੱਕ ਨੈਰੇਟਿਵ ਜਿਹੜਾ ਹੈਗਾ ਕ੍ਰੀਏਟ ਕਰਿਆ ਜਾ ਰਿਹਾ ਹੈਗਾ, ਚਾਹੇ ਉਹ ਸਰਕਾਰ ਵੱਲੋਂ ਹੈ, ਚਾਹੇ ਉਹ ਏਜੰਸੀਆਂ ਵੱਲੋਂ ਹੈਗਾ, ਚਾਹੇ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਆਪਣਾ ਜਿਹੜਾ ਪੁਲਿਸ ਫੋਰਸਸ ਹੈਗੀਆਂ ਇਹਨਾਂ ਵੱਲੋਂ ਹੈਗਾ। ਮੈਂ ਇੱਕੋ ਗੱਲ ਕਰਨੀ ਚਾਹੂੰਗਾ ਕਿ ਪਿਛਲੇ 18 ਤਰੀਕ ਤੋਂ ਲੈ ਕੇ ਅੱਜ ਤੱਕ ਤਕਰੀਬਨ ਮੇਰਾ ਖਿਆਲ ਆ ਵੀ ਮਹੀਨੇ ਦੇ ਕਰੀਬ ਹੋਣ ਵਾਲਾ 8 ਦਿਨ ਘੱਟ ਰਹਿੰਦੇ ਹੈਗੇ ਆ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਪੁਲਿਸ ਇੱਕ ਬੰਦੇ ਨੂੰ ਪੰਜਾਬ ਚੋਂ ਹੀ ਫੜਦੀ ਹੈਗੀ ਆ, ਔਰ ਪੰਜਾਬ ਚੋਂ ਜਦੋਂ ਫੜਦੀ ਹੈ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ 2.5 ਮਿੰਟ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈਗੀ ਆ ਪੰਜਾਬ ਪੁਲਿਸ ਵੱਲੋਂ। ਉਹ ਕਿਵੇਂ ਫੜਿਆ ਗਿਆ? ਜਦੋਂ ਤਾਂ ਇਹਨਾਂ ਨੇ ਇੱਕ ਐਨਕਾਊਂਟਰ ਕਰਨਾ ਹੁੰਦਾ ਉਦੋਂ ਤਾਂ ਐਨਕਾਊਂਟਰ ਨੂੰ ਲਾਈਵ ਦਿਖਾਉਂਦੇ ਆ ਕਿ ਜੀ ਉਹ ਦੇਖੋ ਐਨਕਾਊਂਟਰ ਦੇ ਵਿੱਚ ਉਹ ਗੋਲੀ ਚੱਲ ਰਹੀ, ਉਧਰੋਂ ਚੱਲ ਰਹੀ। ਅੱਜ ਇੱਕ ਐਡਾ ਵੱਡਾ ਇੰਨਾ ਸੈਂਸਿਟਿਵ ਮੈਟਰ ਹੈ ਜਿਹੜਾ ਉਹ ਚੁਪਕੀਤੇ ਫੜ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਕਰ ਦਿੱਤਾ ਗਿਆ। ਸਵਾਲ ਇੱਕ ਹੋਰ ਹੈਗਾ ਕਿ 18 ਮਾਰਚ ਤੋਂ ਪਹਿਲਾਂ ਇਸ ਪਿਪਲਪ੍ਰੀਤ ਦੀ ਕਿਆ ਕੋਈ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਟੇਟ ਕੋਲ, ਜਿਹੜੀਆਂ ਨੈਸ਼ਨਲ ਏਜੰਸੀਜ਼ ਹੈਗੀਆਂ ਉਹਨਾਂ ਕੋਲ ਜਾਂ ਪੰਜਾਬ ਦੀ ਪੁਲਿਸ ਕੋਲ ਕੋਈ ਨਹੀਂ ਸੀ ਕਿ ਉਹਨਾਂ ਨੇ ਅੱਜ ਤੱਕ ਜਿਹੜਾ ਹੈਗਾ ਇਹਦੇ ਬਾਰੇ ਕਦੇ ਜਿਹੜਾ ਲੋਕਾਂ ਦੇ ਸਾਹਮਣੇ ਜਾਂ ਪੁਲਿਸ ਨੇ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਔਰ 18 ਤਰੀਕ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਜਿਹਦੇ ਨਾਲ ਇਹ ਦਿਖਾ ਦਿੱਤਾ ਜਾਂਦਾ ਹੈ। ਔਰ ਤੁਸੀਂ ਦੇਖੋ ਕਿ ਸਾਡਾ ਸਵਾਲ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਖਾਸ ਤੌਰ ਤੇ ਅੱਜ ਜਿਹੜਾ ਹੈਗਾ ਜਥੇਦਾਰ ਸਾਹਿਬ ਨੇ ਜਿਹੜਾ ਇਹਦਾ ਨੋਟ ਲਿਆ ਹੈਗਾ ਦਮਦਮਾ ਸਾਹਿਬ ਦੇ ਵਿੱਚ, ਇੱਥੇ ਜਿਹੜਾ ਹੈਗਾ ਤੁਹਾਡੇ ਪੱਤਰਕਾਰਾਂ ਦੇ ਨਾਲ ਜੋ ਹੁੰਦਾ ਹੈਗਾ ਉਸ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕੀਤੀ ਹੈਗੀ ਆ। ਹੁਣ ਤੁਸੀਂ ਇਹ ਦੇਖੋ ਕਿ ਖਾਸ ਤੌਰ ਤੇ ਸਿੱਖਾਂ ਦੇ ਉੱਤੇ ਐਨਐਸਏ ਵਰਗੇ ਜਿਹੜੇ ਹੈਗੇ ਆ, ਐਨਐਸਏ ਕਦੋਂ ਲਾਈ ਜਾਂਦੀ ਹੈਗੀ ਆ? ਉਹਦਾ ਕ੍ਰਿਮੀਨਲ ਰਿਕਾਰਡ ਕੀ ਹੈਗਾ? ਇਸ ਤੋਂ ਪਹਿਲਾਂ ਉਹਦੇ ਖਿਲਾਫ ਕਿੰਨੇ ਪਰਚੇ ਹੈਗੇ ਆ? ਇਹ ਸਾਰਾ ਕੁਝ ਦੱਸਣ ਤਾਂ ਸਹੀ ਨਾ, ਪਰ ਦੂਸਰੇ ਪਾਸੇ ਦੇਖੋ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਹੁਕਮ ਹੈਗਾ ਉਸ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਵਕੀਲਾਂ ਦੀ ਟੀਮ ਮੈਂ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕਿਆ, ਅੱਜ ਅਸਾਮ ਦੇ ਵਿੱਚ ਪਹੁੰਚੀ ਵੀ ਹੈਗੀ ਆ। ਜਦੋਂ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦਾ ਧੱਕਾ ਹੋਊਗਾ ਤਾਂ ਅਸੀਂ ਆਵਾਜ਼ ਬਿਲਕੁਲ ਉਠਾਵਾਂਗੇ, ਆਪਣੇ ਵੱਲੋਂ ਜਿਹੜਾ ਹੈਗਾ ਹੋਕਾ ਜ਼ਰੂਰ ਦੇਵਾਂਗੇ। ਬਾਕੀ ਇਹ ਹੈ ਜੀ ਡਾਡੇ ਦੇ ਹੱਥ ਜ਼ੋਰ ਵਾਲੀ ਗੱਲ ਹੈਗੀ ਆ ਵੀ ਲੱਦਰ ਸਾਹਿਬ ਦੇਖੇ ਠੀਕ ਹੈ ਸਰ, ਮੈਂ ਪੁਆਇੰਟ ਲੈ ਕੇ ਆ ਰਿਹਾ ਸਰ ਜਿਹੜੀਆਂ ਅੱਜ ਕਰ ਰਹੀਆਂ। ਰਾਈਟ ਸਰ। ਲੱਦਰ ਸਾਹਿਬ ਦੇਖੋ ਨਾਲ ਅਸੀਂ ਖਾਲੀ ਕੁਰਸੀ ਵੀ ਦਿਖਾਤੀ, ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਕਿ ਖਾਲੀ ਕੁਰਸੀ ਅਸੀਂ ਦਿਖਾ ਸਕਦੇ ਹਾਂ, ਜਦੋਂ ਆਂਦੇ ਨਹੀਂ ਤਾਂ ਅਸੀਂ ਬੈਠਣ ਨੂੰ ਤਾਂ ਕੁਰਸੀ ਦਿੱਤੀ ਹੋਈ ਹੈ, ਬਹਿਣਾ ਨਾ ਬਹਿਣਾ ਉਹਨਾਂ ਦੇ ਉੱਪਰ ਹੈ। ਲੱਦਰ ਸਾਹਿਬ ਕਹਿੰਦੇ ਹੈ ਜਿਵੇਂ ਹੁਣੇ ਬਾਕੀ ਪੈਨਲਿਸਟ ਨੇ ਕਿਹਾ, ਧਾਰਨੀ ਸਾਹਿਬ ਨੇ, ਉਹਨਾਂ ਨੇ ਕਹਿੰਦੇ ਭਾਵੇਂ ਏਜੰਸੀਆਂ ਹੈ ਭਾਵੇਂ ਸਰਕਾਰ ਹੈ, ਹੁਕੂਮਤ ਤੁਹਾਡੀ ਕੇਂਦਰ ਚ ਹੈ ਤੇ ਏਜੰਸੀਆਂ ਤੁਹਾਡੀਆਂ, ਪੈਰਾਮਿਲਟਰੀ ਫੋਰਸਿਸ ਤੁਹਾਡੀਆਂ, ਕਹਿੰਦੇ ਕਿ ਨੈਰੇਟਿਵ ਜਿਹੜਾ ਹੈ ਉਹ ਇੱਕ ਵੱਖਰਾ ਜਿਹੜਾ ਸਰਜਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ 'ਚ ਸਿੱਖਾਂ ਨੂੰ ਬਦਨਾਮ ਕਰਨ ਦੀ। ਪਰ ਵੱਡਾ ਸਵਾਲ ਇਹ ਹੈ ਕਿੱਥੇ ਹੈ ਅੰਮ੍ਰਿਤਪਾਲ? ਰਾਜ਼ਦਾਰ ਜਿਹੜਾ ਹੁੰਦਾ ਹਮਰਾਜ਼ ਹੈ ਉਹ ਤਾਂ ਫੜ ਗਿਆ, ਆ ਗਿਆ ਅੱਜ ਗ੍ਰਿਫਤ ਦੇ ਵਿੱਚ। ਸਰ ਜੇਲ੍ਹ ਹੋ ਕੇ ਬਿਠਾਇਆ ਤੇ ਦੱਸ ਦਿਓ ਸਰ ਪੰਜਾਬ ਦੇ ਲੋਕਾਂ ਨੂੰ। ਆਪਣਾ ਵਾਲੀਆ ਜੀ, ਆਪਣਾ ਜਿਵੇਂ ਸਾਰੇ ਪੈਨਲਿਸਟ ਬੜੇ ਸਿਆਣੇ ਹੈਗੇ ਆ, ਬਹੁਤ ਸਮਝਦਾਰ ਹੋ। ਜਿਹੜਾ ਲਾ ਐਂਡ ਆਰਡਰ ਹੈਗਾ ਇਹ ਸਟੇਟ ਸਬਜੈਕਟ ਹੈ ਜੀ। ਤੁਹਾਨੂੰ ਪਤਾ ਹੋਣਾ ਆ ਕਿ 18 ਮਾਰਚ ਤੋਂ ਪਹਿਲਾਂ ਆਪਣਾ ਕੁਝ ਦਿਨ ਪਹਿਲਾਂ ਆਪਣਾ ਜਦੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੀ ਹੋਇਆ, ਉਸ ਤੋਂ ਪਹਿਲਾਂ ਹਫਤਾ 10 ਆਪਣੇ ਸਾਡੇ ਸਟੇਟ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਸਾਡੇ ਗ੍ਰਹਿ ਮੰਤਰੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਦੇ ਆ ਜੀ, ਔਰ ਉਹਨਾਂ ਦੇ ਵਿੱਚ ਕੀ ਗੁਫ਼ਤਗੂ ਹੁੰਦੀ ਹੈਗੀ ਆ, ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਉਹ ਮੰਗ ਕਰਦੇ ਆ ਜੀ, ਜਿਹੜਾ ਹੋਰ ਉਹਨਾਂ ਨੂੰ ਇਨਪੁਟਸ ਮਿਲਦਾ ਆ, ਦਿੱਤਾ ਜਾਂਦਾ ਜਾਂ ਮੰਗਿਆ ਜਾਂਦਾ ਆ। ਉਸ ਤੋਂ ਬਾਅਦ ਜਿਹੜਾ ਸਾਨੂੰ ਇਹ ਬੜੀ ਕਲੀਅਰ ਚਾਹੀਦੀ ਆ ਮੀਡੀਆ ਨੂੰ ਵੀ ਔਰ ਸਾਡੇ ਜਿੰਨੇ ਪੈਨਲਿਸਟ ਇਹਨਾਂ ਨੂੰ ਵੀ ਕਿ ਜਿਹੜੀ ਆਪਣੀ ਯੂਜ਼ ਆਫ ਸੈਂਟਰਲ ਫੋਰਸਿਸ ਹੈ
एंटायरली डिस्क्रिशन है अपना स्टेट गवर्नमेंट दी, क्योंकि स्टेट गवर्नमेंट दी मर्जी तो बिना ना तो सेंट्रल फोर्स आ सकती है, ठीक ना है। आर्मी हो सकती है, और किसी तरह की इंटरफीरेंस हो सकती है, संभव ही नहीं है। जी। सो इस करके जो भी अपना कारोबार है ਇਹ ਆਮ ਆਦਮੀ ਪਾਰਟੀ ਦਾ, ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ, ਉਹਨਾਂ ਦੀ ਵਿਲ, ਉਹਨਾਂ ਦੀ ਡਾਇਰੈਕਸ਼ਨ, ਉਹਨਾਂ ਦੀ ਨੀਤੀ ਦੇ ਉੱਤੇ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ। ਨੰਬਰ 2, ਜਦੋਂ 8 ਤਰੀਕ ਤੋਂ ਲੈ ਕੇ 3 ਹਫ਼ਤੇ ਹੋ ਗਏ ਹੈਗੇ ਆ, ਪੱਪਲਪ੍ਰੀਤ ਜੀ ਨੂੰ ਅੱਜ ਆਪਣਾ ਕਥੂ ਨੰਗਲ ਚੋਂ ਹੀ ਫੜ ਲਿਆ ਗਿਆ ਹੈਗਾ। ਪਹਿਲਾਂ ਬਹੁਤ ਸਾਰੀਆਂ ਵੀਡੀਓ ਤੇ ਮੀਡੀਆ ਦੇ ਵਿੱਚ ਰਿਪੋਰਟ ਆਇਆ ਗਿਆ ਪਟਿਆਲੇ, ਕਦੇ ਉਹਨਾਂ ਨੂੰ ਦਿਖਾਇਆ ਗਿਆ ਸ਼ਾਹਬਾਦ ਦੀ, ਕਦੇ ਦੇ ਉੱਤਰਾਖੰਡ, ਹੁਣ ਲਿਆ ਕੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਹੀ ਫੜ ਲਿਆ ਗਿਆ। ਜਿਹੜੀ ਕ੍ਰੈਡੀਬਲ ਉਹ ਅੰਡਰ ਕੁਐਸਚਨ ਹੈ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ। ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਜਦੋਂ ਇੱਕ ਆਪਣਾ ਗੈਂਗਸਟਰ ਬੈਠ ਕੇ ਜੇਲ੍ਹ ਦੇ ਵਿੱਚ ਆਪਣੀ ਵੀਡੀਓ ਰਿਲੀਜ਼ ਕਰਦਾ, ਤੇ ਸਟੇਟ ਦੇ ਡੀਜੀਪੀ ਦੂਜੇ ਦਿਨ ਆ ਕੇ ਕਹਿੰਦੇ ਆ ਕਿ ਇਹ ਪਤਾ ਨਹੀਂ ਪੁਰਾਣੀ ਹੋਇਆ, ਉਹ ਇੱਕ ਦਿਨ ਛੱਡ ਕੇ ਫੇਰ ਪਾ ਦਿੰਦਾ ਹੈਗਾ। ਨਾ ਤਾਂ ਉਸ ਤੇ ਇਨਕੁਆਇਰੀ ਹੁੰਦੀ ਹੈ, ਨਾ ਕੋਈ ਉਹਦੇ ਉੱਤੇ ਕੋਈ ਜਾਂਚ ਬਿਠਾਈ ਜਾਂਦੀ ਹੈਗੀ ਆ। ਜੇ ਪੱਪਲਪ੍ਰੀਤ ਨੂੰ ਫੜ ਲਿਆ ਗਿਆ ਹੈਗਾ ਤਾਂ ਜਿਵੇਂ ਧਾਰਮੀ ਸਾਹਿਬ ਜੀ ਨੇ ਦੱਸਿਆ, ਸਾਡੇ ਕਾਂਗਰਸ ਦੇ ਮਾਨਯੋਗ ਬੁਲਾਰੇ ਨੇ ਕਿਹਾ, ਇਹ ਆਪਣਾ ਸਵਾਲ ਉੱਠਣਾ ਸੁਭਾਵਿਕ ਹੈ ਕਿ ਹੋ ਸਕਦਾ ਹੈਗਾ ਕਿ ਇਹ ਤਾਂ ਪੰਜਾਬ ਪੁਲਿਸ ਦੇ ਕੋਲ ਪਹਿਲਾਂ ਹੀ ਹੋਵੇ, ਕਿਉਂ ਨਹੀਂ ਪਹਿਲਾਂ ਆਪਣਾ ਇਹ ਫਿਰ ਕਥੂ ਨੰਗਲ ਤੋਂ ਕਿੱਥੋਂ ਆ ਗਿਆ? ਜਾਂ ਤਾਂ ਇਹਨੂੰ ਫੜਿਆ ਜਾਂਦਾ ਨਾ ਜੀ, ਜੇ ਉੱਤਰਾਖੰਡ ਚੋਂ ਫੜਿਆ ਜਾਂਦਾ, ਬਾਹਰਲੇ ਸੂਬੇ ਚੋਂ ਜਿਵੇਂ ਦੂਜੇ ਗੈਂਗਸਟਰ ਫੜੇ ਗਏ ਆ। तो इस करके ये सवाल उठने ਸੁਭਾਵਿਕ ਹੈ। ਮਤਲਬ ਕਿ ਐਨਆਈਏ ਦੇ ਕੋਲ ਨਹੀਂ ਸੀਗਾ, ਕਿਉਂਕਿ ਤੁਸੀਂ ਸੰਧੂ ਸਾਹਿਬ ਨੂੰ ਮਿਸ ਕਰ ਗਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਉਹ ਕਹਿੰਦੇ ਸ਼ਾਇਦ ਐਨਆਈਏ ਹੀ ਜਿਹੜੀ ਸੀਗੀ, ਮਤਲਬ ਕਿਤੇ ਨਾ ਕਿਤੇ ਪਿੱਛੇ ਸੀਗੀ, ਖੇਡ ਐਨਆਈਏ ਦਾ ਹੀ ਹੈ, ਪੰਜਾਬ ਪੁਲਿਸ ਦੇ ਨਾਲ ਮਿਲ ਕੇ ਹੈ। ਮੈਂ ਫਿਰ ਵਾਲੀਆ ਜੀ, ਮੈਂ ਫਿਰ ਤੁਹਾਨੂੰ ਦੁਬਾਰਾ ਰਿਕੁਐਸਟ ਕਰਦਾ ਹੈਗਾ ਕਿ ਜੋ ਸੈਂਟਰਲ ਏਜੰਸੀਆਂ ਪੈਰਾਮਿਲਟਰੀ ਫੋਰਸਸ ਹੈ ਉਹ ਕਰਨੀ ਜਾਂ ਨਾ ਕਰਨੀ ਐਂਟਾਇਰ ਡਿਸਕ੍ਰਿਸ਼ਨ ਹੈ ਸਟੇਟ ਗਵਰਨਮੈਂਟ ਦੀ। ਓਕੇ, ਸੈਂਟਰ ਗਵਰਨਮੈਂਟ ਨੇ ਕੋਈ ਏਜੰਸੀ ਆਪਣੇ ਆਪ ਹੀ ਕੇ ਲਓ ਫੜੋ ਜੀ, ਆਪਣਾ ਪੱਪਲ ਜਾਂ ਅੰਮ੍ਰਿਤਪਾਲ ਨੂੰ ਫੜ ਲਓ, ਇਹ ਤਾਂ ਇਹਨਾਂ ਦੀ ਮਰਜ਼ੀ ਹੈ। ਰਜਿਸਟਰਡ ਰਿਹਾ ਹੈਗਾ, ਜਦੋਂ ਵੀ ਆਰਮੀ ਬੁਲਾਈ ਜਾਂਦੀ ਹੈ, ਤੁਹਾਨੂੰ ਬਿਲਿਓ ਸਟਾਰ ਆਪਰੇਸ਼ਨ ਤੋਂ ਆਪਰੇਸ਼ਨ ਨਹੀਂ ਹੋਇਆ ਇੰਡੀਆ ਪੰਜਾਬ ਦੇ, ਠੀਕ ਹੈ, ਉਸ ਵੇਲੇ ਵੀ ਆਪਣਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਈਨਾਂ ਤੋਂ ਬਗੈਰ ਇੰਟਰਫੀਅਰ ਨਹੀਂ ਸੀ ਕੀਤੀ। ਵੀ ਮਸਟ ਅੰਡਰਸਟੈਂਡ ਸਟੇਟ ਗਵਰਨਮੈਂਟ ਹੀ 100% ਆਲਰਾਈਟ ਸਰ। ਸਰ ਸਟੇਟ ਗਵਰਨਮੈਂਟ ਦੀ ਜਿਹੜੀ ਰੂਲਿੰਗ ਪਾਰਟੀ ਹੈ ਉਹ ਤਾਂ ਨਿਰਧਾਰਿਤ ਹੈ ਨਾ ਸਰ ਇੱਥੋਂ, ਦੇ ਆਰ ਐਬਸੈਂਟ ਫਰਮ ਆਰ ਡਿਬੇਟ ਸਰ। ਉਹਨਾਂ ਨੇ ਤਾਂ ਜਵਾਬ ਦੇਣਾ ਨਹੀਂ, ਖਾਲੀ ਕੁਰਸੀ ਹੈ, ਇਸ ਕਰਕੇ ਤੁਹਾਡੀ ਗੱਲ ਠੀਕ ਹੈ, ਬਿਲਕੁਲ ਠੀਕ ਗੱਲ ਹੈ, ਡਿਸਕ੍ਰਿਪਸ਼ਨ ਉਹਨਾਂ ਦੀ ਹੈ। ਵਾਲੀਆ ਜੀ ਘੱਟੋ ਘੱਟ ਤੁਸੀਂ ਤੇ ਸਰ ਮੈਂ ਸਮਝ ਗਿਆ ਤੁਹਾਡਾ ਪੁਆਇੰਟ, ਤਾਂ ਮੈਂ ਲੈ ਕੇ ਚੱਲ ਰਿਹਾ ਅੱਗੇ, ਤੁਹਾਡਾ ਪੁਆਇੰਟ ਹੀ ਲੈ ਕੇ ਚੱਲ ਰਿਹਾ ਸਰ, ਮੈਂ ਅੱਗੇ ਤੁਹਾਡਾ ਪੁਆਇੰਟ ਹੀ ਲੈ ਕੇ ਚੱਲ ਰਿਹਾ। law of the land के state government responsible है। ठीक है सर। सेंटर तो जे फोर्स मंगी जाती है, जेड़ी मर्जी सेंट्रल गवर्नमेंट होवे, जेड़ी मर्जी पार्टी दी, उन्होंने स्टेट नो हेल्प देनी ही देनी है ਜਦੋਂ ਕੋਈ ਮੰਗੀ ਜਾਂਦੀ ਹੈ। प्रभजी जी मैं एक मिनट आ रहे हैं, स्टेट गवर्नमेंट ठीक है, तारनी साहब एक मिनट, मैं तारनी साहब को सर पॉइंट लेके आ रहे हैं, ਤੁਹਾਡਾ पॉइंट ही लेके जा रहे हैं। तारनी साहब ਲੱਦੜ ਸਾਹਿਬ ਕਹਿ ਰਹੇ ਹੈ ਕਿ ਅਗਰ ਸਟੇਟ ਗਵਰਨਮੈਂਟ ਅਗਰ ਹੈਲਪ ਮੰਗਦੀ ਹੈ ਤੇ ਉਹਨਾਂ ਨੇ ਦੇ ਆਰ ਬਾਉਂਡ ਟੂ ਪ੍ਰੋਵਾਈਡ ਦਾ ਹੈਲਪ ਦਾ ਸੈਂਟਰ। ਕਹਿੰਦੇ ਇਹਦੇ ਵਿੱਚ ਕੋਈ ਸਾਜ਼ਿਸ਼ ਨਹੀਂ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਕੇਂਦਰ ਦਾ ਕੋਈ ਹੱਥ ਨਹੀਂ ਹੈ, ਅਮਿਤ ਸ਼ਾਹ ਦਾ ਕੋਈ ਰੋਲ ਨਹੀਂ ਹੈਗਾ, ਉਹਨਾਂ ਨੂੰ ਅਗਰ ਹੈਲਪ ਮੰਗੀ ਗਈ ਤਾਂ ਉਹਨਾਂ ਨੇ ਦਿੱਤੀ ਹੈ। ਨਹੀਂ ਦੇਖੋ ਗੱਲ ਇਹ ਹੈਗੀ ਆ ਜੀ, ਪਿਛਲੇ ਟਾਈਮਾਂ ਦੇ ਵਿੱਚ ਇਹਨਾਂ ਨੇ 60 ਕਿਲੋਮੀਟਰ ਦੇ ਏਰੀਏ ਦੇ ਵਿੱਚ ਵੀ ਹੈਲਪ ਬਿਨਾਂ ਮੰਗੇ ਤੋਂ ਦਿੱਤੀ ਹੈਗੀ ਆ। ਇਹਨਾਂ ਨੇ ਪੰਜਾਬ ਦੇ ਸਾਰੇ ਡੈਮਾਂ ਦੇ ਉੱਤੇ ਜਿਹੜਾ ਹੈਗਾ ਪੈਰਾਮਿਲਟਰੀ ਫੋਰਸਸ ਲਾਈਆਂ ਹੈਗੀਆਂ। ਇਹ ਮਤਲਬ ਜਿਸ ਦਿਨ ਦਾ ਇਹ ਪਿਛਲੇ ਟਾਈਮ ਦੇ ਵਿੱਚ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਮੀਟਿੰਗ ਬੁਲਾਉਂਦੇ ਆ, ਉਸ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈਗਾ, ਜਿੰਨੇ ਤਖਤ ਪੰਜਾਬ ਦੇ ਸੀ ਸਾਰੇ ਜਿਹੜੇ ਹੈਗੇ ਪੁਲਿਸ ਔਰ ਪੈਰਾਮਿਲਟਰੀ ਫੋਰਸਸ ਦੇ ਨਾਲ ਘੇਰ ਲੱਤੇ ਜਾਂਦੇ ਹੈਗੇ। ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਕਦੇ ਕੋਈ ਗੱਲ ਨਹੀਂ ਹੋਈ ਹੈਗੀ, ਔਰ ਅੱਜ ਸ਼ਹੀਦਾਂ ਦੀ ਧਰਤੀ ਦੇ ਮੂਹਰੇ ਇਹਨਾਂ ਨੇ ਨਾਕਾ ਲਾਇਆ। ਜਦੋਂ ਜਥੇਦਾਰ ਸਾਹਿਬ ਨੇ ਆਬਜੈਕਟ ਕੀਤਾ ਤਾਂ ਉਹਨੂੰ ਜਿਹੜਾ ਹੈਗਾ 100 ਮੀਟਰ ਪਰੇ ਕਰ ਦਿੱਤਾ ਗਿਆ। ਤਾਂ ਇਹਨੂੰ ਕੀ ਕਿਹਾ ਜਾਵੇ, ਇਹ ਕਿਉਂ ਮਤਲਬ ਜਿਹੜਾ ਹੈਗਾ ਇਹ ਅਗੇਂਸਟ ਕਿਹਦੇ ਹੈਗਾ, ਅਗੇਂਸਟ ਉਹਨਾਂ ਦੇ ਹੈਗਾ, ਸਿੱਖਾਂ ਦੇ ਹੈਗਾ। ਮੈਂ ਸਪੈਸ਼ਲੀ ਕਹੂੰਗਾ ਕਿ ਇਹ ਇੱਕ ਇਸ ਤਰ੍ਹਾਂ ਦਾ ਵਰਤਾਂਤ ਖੜਾ ਕੀਤਾ ਜਾ ਰਿਹਾ ਹੈਗਾ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ
ਸਿੱਖ ਕਮਿਊਨਿਟੀ, ਔਰ ਤੁਸੀਂ ਫੇਰ ਦੱਸੋ, ਮੈਂ ਤੁਹਾਨੂੰ ਹੋਰ ਦੱਸਦਾ ਜੀ ਜੀ। ਕਿ NCERT ਦੀ ਬੁੱਕ ਆਉਂਦੀ ਹੈਗੀ ਆ, ਉਸ ਦੇ ਵਿੱਚ ਕੀ ਲਿਖਿਆ ਵਾ ਆਉਂਦਾ ਹੈਗਾ, ਉਹ ਤਾਂ ਆਰਮਡ ਫੋਰਸਿਸ ਨੇ ਨਹੀਂ ਕਰਤਾ ਜਾਂ ਉਹ ਪੰਜਾਬ ਦੀ ਗਵਰਨਮੈਂਟ ਨੇ ਨਹੀਂ ਕਰਤਾ, ਉਹ ਤਾਂ ਸੈਂਟਰ ਦੀ NCERT ਦੀ ਬੁੱਕ ਹੈਗੀ ਆ। ਕਿਸ ਤਰ੍ਹਾਂ ਇੰਟਰਪ੍ਰੇਟ ਕਰ ਰਹੇ ਹੈਗੇ ਆ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈਗਾ, ਉਸ ਮਤੇ ਨੂੰ ਕਿਸ ਹਿਸਾਬ ਨਾਲ ਉਹ ਕਰਿਆ ਜਾ ਰਿਹਾ। ਸੋ ਇਹ ਐਵੇਂ ਇੱਕ ਗੱਲਾਂ, ਇਹ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਨਾ ਕਰਨ, ਇਹ ਮਿਲ ਕੇ ਰਾਜਨੀਤੀ ਹੋ ਰਹੀ ਹੈਗੀ ਆ ਸੈਂਟਰਲ ਫੋਰਸਿਸ ਔਰ ਸੈਂਟਰ ਦੀਆਂ ਏਜੰਸੀਆਂ ਦੇ ਰਾਹੀਂ ਹੋ ਰਹੀ ਹੈ। ਅੱਜ ਤੁਸੀਂ ਦੇਖੋ ਅੱਜ ਦਾ ਆਪਰੇਸ਼ਨ ਜਿਹੜਾ ਹੈਗਾ ਕਿਵੇਂ ਚੁੱਕੀ ਤੇ ਕਰਨ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਹਵਾ ਦੇ ਭੂਕੇ ਮੰਗਣਾ ਨਿਕਲ ਜਾਂਦਾ ਹੈਗਾ, ਫੜ ਲਿਆ ਜੀ ਫੜ ਲਿਆ, ਔਰ 2.5 ਮਿੰਟ ਦੇ ਵਿੱਚ ਜਸਟੀਫਿਕੇਸ਼ਨ ਦੇਣ ਨਾਲ ਇੰਨੇ ਦਿਨ ਦੀ ਮਤਲਬ ਗਾਇਬ ਹੈਗਾ 23-24 ਦਿਨ ਹੋ ਗਏ ਦੇ ਵਿੱਚ ਦੋ ਇੰਟਰਵਿਊਜ਼ ਜਿਹੜੀਆਂ ਦੋ ਇੰਟਰਵਿਊਜ਼ ਆ ਜਾਂਦੀਆਂ ਹੈਗੀਆਂ ਜੀ ਭਾਈ ਅਮਰਤਪਾਲ ਦੀਆਂ, ਔਰ ਉਸ ਇੰਟਰਵਿਊਜ਼ ਤੇ ਕੋਈ ਉਹ ਨਹੀਂ, ਜਿਵੇਂ ਇਹਨਾਂ ਨੇ ਆਪਣੀ ਗੱਲ ਕਹੀ ਹੈਗੀ ਆ ਉਹਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਇੰਟਰਵਿਊਜ਼ ਹੁੰਦੀਆਂ ਹੈਗੀਆਂ, ਉਹਦੇ ਬਾਰੇ ਕੋਈ ਨਹੀਂ ਹੈਗੀ। ਮੈਂ ਢਿੱਲੋਂ ਸਾਹਿਬ ਦਾ ਪੁਆਇੰਟ ਲੈ ਕੇ ਆ ਰਿਹਾ ਦਰ ਸਾਹਿਬ, ਤੁਸੀਂ ਜਵਾਬ ਦੇ ਦਿਓ ਫਿਰ। ਕਰੋੜ ਰੁਪਈਆ, ਹਾਂ ਠੀਕ ਹੈ ਢਿੱਲੋਂ ਸਾਹਿਬ ਠੀਕ ਕਹਿ ਰਹੇ ਧਾਨੀ ਸਾਹਿਬ, ਮਤਲਬ ਕਿ ਉਹ ਕਹਿ ਰਹੇ ਕਿ ਦੋਨੋਂ ਸਟੇਟ ਤੇ ਸੈਂਟਰ ਮਿਲ ਕੇ ਹੀ ਜਿਹੜਾ ਹੈਗਾ ਮਾਹੌਲ ਖਰਾਬ ਕਰ ਰਹੇ, ਉਹਨਾਂ ਨੇ ਤੇ ਇਹ ਕਿਹਾ, ਕਿਉਂਕਿ ਲਰਨਡ ਲਾਇਰ ਵੀ ਹੈਗੇ, ਹਾਲਾਂਕਿ ਜਵਾਬ ਦੇ ਦੇਣਗੇ ਲੱਦੜ ਸਾਹਿਬ, ਤੁਹਾਡਾ ਪੁਆਇੰਟ ਲੈ ਕੇ ਮੈਂ ਜਵਾਬ ਲੈਣਾ। ਪ੍ਰਭਜੀਤ ਜੀ ਮੈਂ ਆ ਰਿਹਾ ਇੱਕ ਮਿੰਟ, ਕਿਉਂ ਪਤਾ ਸਮਝਣਾ ਹੈ ਕਿ ਅੰਮ੍ਰਿਤਪਾਲ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਇਆ, ਗ੍ਰਿਫਤ ਵਿੱਚ ਕਿਉਂ ਨਹੀਂ ਹੈ, ਸਵਾਲ ਇਹ ਹੈ। ਤੇ 24 ਦਿਨਾਂ ਬਾਅਦ 2.5 ਮਿੰਟ ਦੀ ਪੀਸੀ ਤੋਂ ਬਾਅਦ ਕੋਈ ਜਿਹੜੇ ਸਵਾਲ ਜਿੰਨੇ ਵੀ ਸੀਗੇ ਉਹ ਅਨਆਨਸਰਡ ਹੈ, ਉਹਨਾਂ ਦੇ ਜਵਾਬ ਨਹੀਂ ਆਏ, ਜਵਾਬ ਵਾਲੀ ਆਪਾਂ ਇੱਥੇ ਬੈਠੇ ਜੀ। ਦੇਖੋ ਗੌਰਵ ਜੀ, ਸਵਾਲ ਜਿਹੜੇ ਤੁਸੀਂ ਕਰਨੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਨੂੰ, ਨਾ ਤਾਂ ਉਹ ਜਵਾਬ ਦੇਣ ਆਉਂਦੇ ਨੇ ਅਤੇ ਨਾ ਹੀ ਪੰਜਾਬ ਦੇ ਡੀਜੀਪੀ ਸਾਹਿਬ, ਅਤੇ ਅਗਰ IG ਸੁਖਚੈਨ ਜੀ ਆਉਂਦੇ ਨੇ ਤਾਂ ਉਹ ਵੀ ਸਿਰਫ ਦੱਸ ਕੇ ਜਾਂਦੇ ਨੇ, ਸਵਾਲ ਨਹੀਂ ਲੈ ਕੇ ਜਾਂਦੇ। ਸੋ ਇਹ ਸਵਾਲ ਤਾਂ ਅਸੀਂ ਉਦੋਂ ਉਠਾਏ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਜੀ ਦੀ ਬਰਸੀ ਸੀ, ਐਂਡ ਮੌਕੇ ਉਸ ਸਮੇਂ ਇਹ ਸਾਰਾ ਕੁਝ ਹੁੰਦਾ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਆਉਂਦੀ ਹੈ ਬਾਹਰ, ਪਹਿਲੀ ਆਉਂਦੀ ਹੈ ਫਿਰ ਦੂਜੀ ਵੀ ਆ ਜਾਂਦੀ ਹੈ, ਅਤੇ ਨਾਲ ਹੀ ਇੰਟਰਨੈਟ ਬੰਦ ਕਰਕੇ ਇਹ ਸਭ ਨੂੰ ਅੱਗੇ ਵਧਾਇਆ ਜਾਂਦਾ ਹੈ। ਬਟ ਇਸ ਦੇ ਨਾਲ ਸਭ ਦੇ ਵਿੱਚ ਫਾਇਦਾ ਕਿਸ ਨੂੰ ਹੋਇਆ? ਸਭ ਜਾਣਦੇ ਨੇ ਜਿਹੜੇ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੇ ਨੇ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਕਿਸ ਤਰ੍ਹਾਂ ਪਹਿਲਾਂ ਹਿੰਦੂ ਸਿੱਖ ਕੀਤਾ ਜਾਂਦਾ ਸੀ, ਹਿੰਦੂ ਮੁਸਲਿਮ ਕੀਤਾ ਜਾਂਦਾ ਸੀ, ਹੁਣ ਹਿੰਦੂ ਸਿੱਖ ਕੀਤਾ ਜਾ ਰਿਹਾ। ਬਟ ਚਾਹੇ ਸੈਂਟਰਲ ਗਵਰਨਮੈਂਟ ਇਸ ਦੇ ਵਿੱਚ ਇਨਵੋਲਵ ਹੋਵੇ ਜਾਂ ਨਾ ਹੋਵੇ, ਚਾਹੇ ਏਜੰਸੀਆਂ ਸ਼ਰਾਰਤਾਂ ਕਰਦੀਆਂ ਹੋਣ ਜਾਂ ਨਾ ਕਰਦੀਆਂ ਹੋਣ, ਬਟ ਸਵਾਲ ਹੈ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਮਾਂਡ ਫੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨੂੰ, ਉਹਨਾਂ ਦੀ ਫੇਲੀਅਰ ਹੈ, ਸਭ ਤੋਂ ਵੱਡੀ ਫੇਲੀਅਰ ਹੈ। ਜਦੋਂ ਕਿ ਕਦੋਂ ਦਾ ਰੌਲਾ ਪੈ ਰਿਹਾ ਸੀ ਕਿ ਇੱਕ ਸ਼ਖਸ ਵੱਖਰੇ ਮੁਲਕ ਦੀ ਗੱਲ ਕਰ ਰਿਹਾ ਹੈ, ਨਾਲ ਉਹ ਦੇਸ਼ ਦੇ ਹੋਮ ਮਿਨਿਸਟਰ ਨੂੰ ਧਮਕੀਆਂ ਦੇ ਰਿਹਾ ਹੈ, ਪੰਜਾਬ ਸਰਕਾਰ ਨੂੰ ਚੁਣੌਤੀ ਦੇ ਰਿਹਾ ਹੈ। ਬਟ ਉਦੋਂ ਸਰਕਾਰ ਸਾਇਲੈਂਟ ਰਹੀ ਤੇ ਬਾਅਦ ਵਿੱਚ ਅਸੀਂ ਫਿਰ ਕਹਿ ਰਹੇ ਹਾਂ ਕਿ ਨਾਟਕੀ ਰੂਪਾਂਤਰ ਨਾਲ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਲਈ, ਨਾਟ ਓਨਲੀ ਸਿੱਖਸ, ਪੰਜਾਬੀਆਂ ਦਾ ਵੀ ਇਸ ਦੇ ਵਿੱਚ ਹੈ ਕਿ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਲਈ ਇਹ ਜਦ ਸਭ ਜਿਹੜਾ ਕੁਝ ਹੁੰਦਾ ਹੈ ਤੇ ਇਹਨੂੰ ਸਹੀ ਮੈਨੇਜ ਨਹੀਂ ਕੀਤਾ ਜਾਂਦਾ। ਅਗਰ ਇਹ ਸਹੀ ਮੈਨੇਜ ਹੋਇਆ ਹੁੰਦਾ ਤਾਂ ਅੱਜ ਵੀ 1 ਮਹੀਨੇ ਬਾਅਦ ਅਸੀਂ ਇਸ ਮੁੱਦੇ ਤੇ ਡਿਬੇਟ ਨਾ ਕਰ ਰਹੇ ਹੁੰਦੇ, ਅਸੀਂ ਹੋਰ ਮੁੱਦਿਆਂ ਤੇ ਡਿਬੇਟ ਕਰਦੇ। ਬਿਲਕੁਲ ਲੱਦੜ ਸਾਹਿਬ ਥੋੜਾ ਜਿਹਾ ਸਮਝਾ ਦਿਓ ਕਿ ਮਤਲਬ ਕਿ ਉਹ ਕਹਿੰਦੇ ਇਨਵੋਲਵਮੈਂਟ। ਹਾਂਜੀ ਹਾਂਜੀ ਸਰ ਤੁਹਾਡਾ ਹੀ ਟਾਈਮ ਹੈ ਸਰ, ਤੁਹਾਡੇ ਕੋਲ ਹੀ ਆ ਰਿਹਾ ਮੈਂ, ਆਰਾਮ ਦੇ ਨਾਲ ਆਪਾਂ ਥੋੜਾ ਜਿਹਾ ਸਮਝ ਲਈਏ ਜੋ ਧਾਰਨੀ ਸਾਹਿਬ ਨੇ ਕਿਹਾ, ਮਤਲਬ ਕਿ ਆਪਾਂ ਕਿਉਂਕਿ ਪੰਜਾਬ ਦੇ ਹਿੱਤ ਦੀ ਗੱਲ ਹੀ ਕਰ ਰਹੇ ਹਾਂ ਸਾਰੇ ਨਾ। ਮੈਂ ਬੋਲਾਂ ਜੀ? ਹਾਂਜੀ 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 ਸਰ, ਤੁਹਾਡਾ ਫਰੇਮ ਫਰੀਜ਼ ਹੋ ਗਿਆ, ਤੁਹਾਡਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਸਰ, ਤੁਸੀਂ ਬੋਲੋ ਪਲੀਜ਼, ਆਵਾਜ਼ ਆ ਰਹੀ ਹੈ। ਹਾਂਜੀ 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 ਵਾਲੀਆ ਜੀ, ਮੈਂ ਚਾਹੁੰਦਾ ਧਾਰਨੀ ਜੀ ਦੀ ਪਹਿਲੀ ਸੀਗੀ ਗੱਲਬਾਤ ਉਹ ਵੀ ਧਿਆਨ ਨਾਲ ਸੁਣੀ, ਜਿਹੜੀ ਹੁਣ ਉਹਨਾਂ ਨੇ ਸੈਕੰਡ ਟਾਈਮ ਕਹੀ ਉਹ ਵੀ ਧਿਆਨ ਨਾਲ ਸੁਣੀ, ਤੁਸੀਂ ਵੀ ਧਿਆਨ ਨਾਲ ਸੁਣੀ ਹੋਏਗੀ। ਉਹਨਾਂ ਨੇ ਕੋਈ ਵੀ ਇੱਕ ਲੌਜੀਕਲੀ ਨਹੀਂ ਕਿਹਾ, ਹਾਲਾਂਕਿ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਰਿਸਪੈਕਟ ਕਰਦਾ, ਬੜੇ ਸੀਨੀਅਰ ਐਡਵੋਕੇਟ ਹੈਗੇ ਆ, ਲੇਕਿਨ ਇੱਕ ਵੀ ਪੁਆਇੰਟ ਦੱਸ ਦਿਓ ਜਿੱਥੇ ਤੁਸੀਂ ਸੈਂਟਰ ਗਵਰਨਮੈਂਟ ਨੂੰ, ਸੈਂਟਰਲ ਏਜੰਸੀਆਂ ਨੂੰ ਜਾਂ ਤੁਸੀਂ ਸੈਂਟਰਲ ਫੋਰਸਿਸ ਨੂੰ ਬਲੇਮ ਕਰ ਸਕਦੇ ਹੋ। ਤੁਸੀਂ ਜਦੋਂ 25 ਸਾਲ ਬੀਜੇਪੀ ਦੇ ਨਾਲ ਘਿਓ ਖਿਚੜੀ ਹੋ ਕੇ ਰਾਜ ਭਾਗ ਕੀਤਾ, ਉਦੋਂ ਤਾਂ ਬੀਜੇਪੀ ਬਹੁਤ ਚੰਗੀ ਸੀ, ਹੁਣ ਤੁਹਾਨੂੰ ਬੀਜੇਪੀ ਨੁਕਸ ਲੱਭਣ ਲੱਗ ਪਿਆ ਕਿਉਂਕਿ ਤੁਹਾਨੂੰ ਹਾਸ਼ੀਏ ਤੇ ਤੁਸੀਂ ਚਲੇ ਗਏ ਹੋ। ਇਸ ਕਰਕੇ ਆਪਣਾ ਜਿਹੜਾ ਰੋਲ ਹੈ ਸੈਂਟਰ ਦਾ, ਫੋਰਸਿਸ ਦਾ, ਇਹਨਾਂ ਨੂੰ ਟੈਕਨੀਕਲੀ ਐਂਡ ਲੀਗਲ ਸਟੈਂਡ ਕਰਕੇ ਗੱਲ ਕਰੋ। ਸੈਂਟਰਲ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੈ, ਸਟੇਟ ਸਬਜੈਕਟ ਹੈ ਲਾ ਐਂਡ ਆਰਡਰ, ਔਰ ਜੋ ਵੀ ਕੀਤਾ ਚੰਗਾ ਕੀਤਾ ਮਾੜਾ ਕੀਤਾ, ਫੇਲਿਅਰ ਹੈ ਸਕਸੈਸ ਹੈ,
ਇਟ ਇਜ਼ 100% ਜਿਹੜੀ ਕ੍ਰੈਡਿਟ ਹੈਗੀ ਆ ਉਹਦਾ ਉਹਨੂੰ ਡਿਸਕ੍ਰੈਡਿਟ ਹੈ, ਮਾਨ ਸਰਕਾਰ ਨੂੰ ਜਾਣਾ, ਇਹਦੇ ਵਿੱਚ ਕੋਈ ਲੈਣਾ ਦੇਣਾ। ਗੌਰਵ ਜੀ credit ਗੌਰਵ ਜੀ ਮੇਰਾ ਤੁਹਾਨੂੰ ਬੀਜੇਪੀ ਦੇ ਪ੍ਰਵਕਤਾ ਜੀ ਨੂੰ ਸਵਾਲ ਹੈ ਕਿ ਚਲੋ ਮੰਨ ਲਿਆ ਪੰਜਾਬ ਗਵਰਨਮੈਂਟ ਇੱਥੇ ਫੇਲ ਸੀ, ਬਟ ਹਰਿਆਣਾ ਤੋਂ ਹੁੰਦੇ ਹੋਏ ਉੱਤਰਾਖੰਡ ਤੇ ਉੱਤਰ ਪ੍ਰਦੇਸ਼, ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਉਹ ਘੁੰਮਦਾ ਰਿਹਾ ਹੈ, ਸੈਂਟਰਲ ਏਜੰਸੀਜ਼ ਉਹਦੀਆਂ ਫੋਟੋਜ਼ ਜਾਰੀ ਕਰਦੀ ਰਹੀ। ਕੀ ਉੱਥੇ ਬੀਜੇਪੀ ਦੀ ਫੇਲਿਅਰ ਨਹੀਂ ਕਿ ਉਹ ਇੱਕ ਸ਼ਖਸ ਉਹਨਾਂ ਸਟੇਟਾਂ ਤੋਂ ਹੁੰਦਾ ਹੋਇਆ ਫਿਰ ਦੁਬਾਰਾ ਪੰਜਾਬ ਆ ਜਾਂਦਾ ਹੈ? ਚਰਚਾ ਕਰਦੀ ਆਰਾਮ ਨਾਲ, ਵੀ ਹੈਵ ਟਾਈਮ। ਮੈਂ ਕਾਰਜੀ ਕੋਲ ਵੀ ਜਾਣਾ, ਬਾਕੀ ਕੋਲ ਵੀ ਜਾਣਾ, ਹਰਿਆਣੇ ਦੀ ਪ੍ਰਭਜੀਤ ਦਾ ਰਹਿ ਗਿਆ, ਉਹਨਾਂ ਕੋਲ ਵੀ ਜਾਣਾ, ਹਰਿਆਣੇ ਦੀ, ਯੂਪੀ ਦੀ ਅਤੇ ਉੱਤਰਾਖੰਡ ਦੀ ਬੀਜੇਪੀ ਦੀ ਗਵਰਨਮੈਂਟ ਇਹਨਾਂ ਸਵਾਲਾਂ ਤੋਂ ਭੱਜ ਨਹੀਂ ਸਕਦੀ, ਕਿਉਂਕਿ ਸੈਂਟਰਲ ਏਜੰਸੀਜ਼ ਕੋਆਪਰੇਟ ਕਰਕੇ ਚੱਲ ਰਹੀਆਂ ਨੇ। ਜਿੰਨਾ ਫੇਲਿਅਰ ਪੰਜਾਬ ਸਰਕਾਰ ਦਾ, ਉਹਦੇ ਬਰਾਬਰ ਦਾ ਫੇਲਿਅਰ ਸੈਂਟਰਲ ਗਵਰਨਮੈਂਟ ਦਾ ਹੈ। ਸੋ ਇਹ ਫੇਲਿਅਰ NIA ਦਾ ਵੀ ਹੈ ਅਤੇ ਹੋਰ ਏਜੰਸੀਆਂ ਜਿਹੜੀਆਂ ਅੰਮ੍ਰਿਤਪਾਲ ਦੇ ਪਿੱਛੇ ਲੱਗੀਆਂ ਸਨ, ਸੇਮ ਹਰਿਆਣਾ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਅਤੇ ਉੱਤਰਾਖੰਡ ਦੀ ਪੁਲਿਸ, ਜਿਹੜੇ ਉਹਨਾਂ ਦੀ ਪਕੜ ਤੋਂ ਬਾਹਰ ਹੁੰਦੇ ਹੋਏ ਜਦਕਿ ਫੁਟੇਜਸ ਆਉਂਦੀਆਂ ਰਹੀਆਂ, ਬਟ ਉਹ ਸ਼ਖਸ ਨਹੀਂ ਫੜਿਆ ਗਿਆ। ਸੋ ਅੱਜ ਬਲੇਮ ਗੇਮ ਨਾ ਕਰਨ, ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਮੰਨੇ ਅਤੇ ਜਵਾਬਦੇਹੀ ਬਣਾਵੇ ਕਿ ਕਿਹੜੇ ਅਫਸਰ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਦੇ ਕਿਤੇ ਲੈਕ ਕੀਤੀ ਜਿਹਦੇ ਕਰਕੇ ਇਹ ਸਭ ਹੋਇਆ। ਹੁਣ ਤੱਕ ਉਹ ਭਗੌੜਾ ਹੈ, ਉਹ ਜ਼ਿੰਮੇਵਾਰੀ ਤੈਅ ਕਰਕੇ ਲੋਕਾਂ ਦੇ ਵਿੱਚ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਲੱਦਰ ਸਾਹਿਬ ਦਾ ਜਵਾਬ ਲੈ ਲਾਂ, ਸਪਸ਼ਟ ਕੀਤਾ ਜਾਵੇ। ਲੱਦਰ ਸਾਹਿਬ, ਪ੍ਰਭਜੀਤ ਜੀ ਮੈਂ ਆਉਂਗਾ ਤੁਹਾਡੇ ਤੋਂ, NSA ਸਾਰਾ ਸਮਝਣਾ, ਦਰਸ਼ਕਾਂ ਨੂੰ ਸਾਰਾ ਸਮਝਾਣਾ ਹੈ। ਆਈ ਨੋ ਯੂ ਹੈਵ ਬੀਨ ਵੇਟਿੰਗ। ਲੱਦਰ ਸਾਹਿਬ, ਸੰਧੂ ਸਾਹਿਬ ਮੈਂ ਆ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਕਾਂਗਰਸ ਦੇ ਮਾਨਯੋਗ ਬੁਲਾਰੇ ਨੂੰ ਜਦੋਂ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੂੰ ਵਿੱਚ ਨਹੀਂ ਸੀ ਬੋਲਣਾ ਚਾਹੀਦਾ। ਜਦੋਂ ਮੇਰੀ ਗੱਲ ਮੁਕੰਮਲ ਹੀ ਨਹੀਂ ਹੋਈ ਤਾਂ ਉਹਨਾਂ ਨੇ ਟੇਕ ਓਵਰ ਕਿਵੇਂ ਕਰ ਲਿਆ? ਮੈਂ ਆਪਣੀ ਗੱਲ ਸਾਹਿਬ ਪੂਰਾ ਨਾਲ ਪੁਆਇੰਟ ਕਰ ਲੈਂਦੇ ਕਰੋ, ਢਿੱਲੋਂ ਸਾਹਿਬ ਪੂਰਾ ਪੁਆਇੰਟ ਕਰ ਲੈਂਦੇ ਕਰੋ। ਜਦੋਂ ਇੱਕ ਪੈਨਲਿਸਟ ਬੋਲ ਰਿਹਾ ਹੁੰਦਾ ਨਾ, ਕਿਰਪਾ ਪਲੀਜ਼ ਉਹਨਾਂ ਨੂੰ ਅਲਾਉ ਕਰਿਆ ਕਰੋ। ਤੁਹਾਡੇ ਟਾਈਮ ਤੇ ਵੀ ਕੋਈ ਨਹੀਂ ਬੋਲਦਾ। ਲੱਦਰ ਸਾਹਿਬ ਪਲੀਜ਼ ਆਨਸਰ। ਨੰਬਰ 1 ਉਹਦੇ ਉੱਤੇ ਕੀ ਆਪਣਾ ਕਾਂਗਰਸ ਪਾਰਟੀ ਨੇ ਜਾਂ ਕਾਂਗਰਸ ਦੇ ਬੁਲਾਰੇ ਨੇ ਇਨਕੁਆਇਰੀ ਕਰ ਲਈ ਹੈਗੀ ਆ ਕਿ ਉਹ ਹਰਿਆਣੇ 'ਚ ਵੀ ਗਿਆ, ਉੱਤਰਾਖੰਡ ਵੀ ਗਿਆ, ਯੂਪੀ 'ਚ ਵੀ ਗਿਆ, ਤੇ ਹੁਣ ਉਹਨਾਂ ਨੂੰ ਕਿੱਦਾਂ ਫੜ ਕੇ ਲੈ ਆਂਦਾ, ਕਿਹਨੇ ਫੜ ਕੇ ਲੈ ਆਂਦਾ? ਆਪਣਾ ਅੰਮ੍ਰਿਤਸਰ who is giving him the certificate ਕਿ ਆਪਣਾ ਇੱਥੇ ਨਹੀਂ ਸੀਗਾ, ਆਪਣਾ ਸੀਗਾ, he was not in ਕਥੂ ਨੰਗਲ, ਬਟ ਉਹ ਸਾਰਾ ਘੁੰਮ ਫਿਰ ਕੇ ਆਇਆ ਤੇ ਆ ਕੇ ਕਥੂ ਨੰਗਲ ਦੇ ਵਿੱਚ ਉਹਨੇ ਅਰੈਸਟ ਦਿੱਤੀ ਜਾਂ ਉਹਨਾਂ ਨੂੰ ਫੋਰਸਸ ਸੈਰ ਕਰਾ ਕੇ ਲੈ ਕੇ ਆਈਆਂ। ਸੋ ਦਿਸ ਇਜ਼ ਨੌਨਸੈਂਸ। ਇਹ ਸਾਨੂੰ ਇਸ ਤਰ੍ਹਾਂ ਦੀ ਲਾਈਟ ਹਲਕੀ ਗੱਲ ਨਹੀਂ ਕਰਨੀ ਚਾਹੀਦੀ। ਠੀਕ ਹੈ। ਨੰਬਰ 1 ਤੋਂ ਆਪਣਾ ਜਿਹੜੀਆਂ ਸੈਂਟਰਲ ਫੋਰਸਸ ਹੈ, ਸੈਂਟਰਲ ਏਜੰਸੀ ਹੈ, ਉਹ ਆਪਣਾ ਪੰਜਾਬ ਇੱਕ ਇੰਟੈਗਰਲ ਪਾਰਟ ਹੈ ਸਾਡੇ ਦੇਸ਼ ਦਾ, ਔਰ ਉਹ ਡਿਊਟੀ ਪਾਉਂਦਾ ਇਨਪੁਟਸ ਦੇਣ ਲਈ, ਹੈਲਪ ਕਰਨ ਲਈ, ਪਰ ਉਹਨੂੰ ਯੂਜ਼ ਕਰਨਾ ਨਹੀਂ ਕਰਨਾ, ਕਿੰਨਾ ਕਰਨਾ ਕਿੰਨਾ ਨਹੀਂ ਕਰਨਾ ਐਂਟਾਇਰਲੀ ਸਟੇਟ ਸਬਜੈਕਟ ਹੈ। ਇਹ ਆਪਣਾ ਜਿਹੜਾ ਫੜਿਆ ਹੈਗਾ ਆ ਸੈਂਟਰਲ ਏਜੰਸੀ ਨੇ ਨਹੀਂ ਫੜਿਆ, ਉਹਨੂੰ ਫੜਿਆ ਹੈਗਾ ਕਥੂ ਨੰਗਲ ਪੁਲਿਸ ਨੇ। ਪੁਲਿਸ ਨੂੰ ਪੁੱਛੋ ਕਿ ਤੁਸੀਂ ਇਹਨੂੰ ਕਿੱਥੇ ਕਿੱਥੇ ਲੈ ਕੇ ਗਏ ਸੀ, ਕਿੱਥੇ ਨਹੀਂ ਲੈ ਕੇ ਗਏ ਸੀ। ਸੋ ਇਸ ਤਰ੍ਹਾਂ ਦਾ ਪੈ ਕੇ ਗਲਤ ਗੱਲਾਂ ਕਰਨੀਆਂ, ਗਲਤ ਮੈਸੇਜ ਦੇਣਾ ਜਾਂ ਆਪਣਾ ਇਹ ਸ਼ੋਅ ਕਰਨਾ ਕਿ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਆ, ਆਈ ਟੋਟਲੀ ਡਿਸਐਗਰੀ। ਆਪਣਾ ਦਾਇਰਾ ਠੀਕ ਹੈ ਕਰਨੀ ਵੱਡੇ ਚੈਨਲ ਦੇ ਵਿੱਚ ਜਿਹੜਾ ਬੰਦਾ ਵਿਊ ਕਰਦਾ ਉਹਨੂੰ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਆਲਰਾਈਟ ਸਰ, ਮੈਂ ਇੱਕ ਤੁਹਾਡੀ ਸਰ ਜਾਣਕਾਰੀ ਥੋੜਾ ਜਿਹਾ ਵਾਧਾ ਕਰਦਾ। ਹਰਿਆਣੇ ਦੇ ਹੋਮ ਮਿਨਿਸਟਰ ਹੈਗੇ ਆ ਅਨਿਲ ਸਰ, ਮੈਂ ਆ ਰਿਹਾ ਤਾਨੀ ਸਾਹਿਬ, ਹਰਿਆਣਾ ਦੇ ਪੁਲਿਸ ਨੇ ਢਿੱਲੋਂ ਸਾਹਿਬ ਇੱਕ ਮਿੰਟ ਆ ਰਹੇ ਆ। ਢਿੱਲੋਂ ਸਾਹਿਬ ਹੁਣ ਰੁਕ ਜਾਓਗੇ, ਢਿੱਲੋਂ ਸਾਹਿਬ ਹੁਣ ਰੁਕੋਗੇ। ਮੈਂ ਇੱਕ ਮਿੰਟ ਸਵਾਲ ਲੈ ਲਾਂ ਕਿਉਂਕਿ ਥੋੜੀ ਜਿਹੀ ਜਾਣਕਾਰੀ ਦੇ ਦਾਂ। ਜਿਹੜਾ ਸ਼ਾਹਬਾਦ ਵਾਲਾ ਇਨਸੀਡੈਂਟ ਸੀਗਾ ਕਿ ਸ਼ਾਹਬਾਦ ਦੇ ਵਿੱਚ ਉਹ ਰੁਕਿਆ ਸੀਗਾ, ਕਿਹੜੇ ਘਰ 'ਚ ਰੁਕਿਆ ਸੀਗਾ, ਉੱਥੋਂ ਮਹਿਲਾ ਗ੍ਰਿਫਤਾਰ ਹੋਈ ਸੀਗੀ ਜਿਨੇ ਦੱਸਿਆ ਸੀਗਾ ਕਿ ਉਹ ਉੱਥੇ ਰੁਕਿਆ ਸੀਗਾ, ਤੇ ਅਨਿਲ ਵਿਜ ਸਾਹਿਬ ਦਾ ਵੀ ਸਰ ਬਿਆਨ ਆਇਆ ਸੀਗਾ ਕਿ ਅਸੀਂ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਤੇ ਬਾਕੀ ਏਜੰਸੀਜ਼ ਨੂੰ ਜਿਹੜਾ ਹੈਗਾ ਇਨਫੋਰਮ ਕਰਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਉਹ ਲੇਡੀ ਵੀ ਜਿਹੜੀ ਗ੍ਰਿਫਤਾਰ ਹੋਈ ਸੀ, ਆਪਣੇ ਸਾਰੇ ਦੀ ਨੌਲੇਜ ਹੈ, ਉਹ ਲੇਡੀ ਅਜੇ ਵੀ ਮੇਰੇ ਖਿਆਲ ਗ੍ਰਿਫਤ ਦੇ ਵਿੱਚ ਹੀ ਹੈਗੀ ਹੈ, ਤੇ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਹਰਿਆਣਾ ਵਾਲਾ ਇਨਸੀਡੈਂਟ ਵੀ ਆਲ ਨੋ ਦਿਸ ਹੈਪਨਡ। ਮੈਂ ਇੱਕ ਮਿੰਟ ਤਾਨੀ ਸਾਹਿਬ ਦਾ ਪੁਆਇੰਟ ਲੈ ਕੇ ਆਵਾਂ, ਕੁਝ ਕਹਿਣਾ ਚਾਹ ਰਿਹਾ ਕਰ ਜੀ ਆ ਰਹੇ ਇਸ ਤੋਂ ਬਾਅਦ ਪ੍ਰਭਜੀਤ ਜੀ ਮੈਂ ਆਉਂਗਾ। ਤਾਨੀ ਸਾਹਿਬ ਮੈਂ ਤਾਂ ਇੰਨਾ ਕਿ ਕਹਿਣਾ ਜੀ, ਦੇਖੋ ਇਹ ਨਾ ਲੱਦੜ ਸਾਹਿਬ ਜ਼ਿਆਦਾ ਭਾਵੁਕ ਹੋਈ ਜਾਂਦੇ ਆ। ਇਹਨਾਂ ਨੇ ਸ਼ਾਇਦ ਅੱਜ ਦੀ ਉਹ ਸੂਈ ਨਹੀਂ ਹੈਗੀ। ਇਟ ਵਾਸ ਅ ਜੁਆਇੰਟ ਆਪਰੇਸ਼ਨ, NIA ਤੇ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਫੋਰਸਸ ਐਂਡ ਪੰਜਾਬ ਪੁਲਿਸ ਦਾ, ਇਟ ਵਾਸ ਅ ਜੁਆਇੰਟ ਆਪਰੇਸ਼ਨ। ਔਰ ਦੂਸਰੀ ਗੱਲ, ਸਵਾਲ ਤਾਂ ਇੰਨਾ ਕਿ ਹੈਗਾ ਨਾ, ਹੁਣ ਇਹ ਜੋ ਮਰਜ਼ੀ ਕਹੀ ਜਾਣ, ਮੈਂ ਇਹ ਪੁੱਛਦਾ ਕਿ 18 ਮਾਰਚ ਤੋਂ ਪਹਿਲਾਂ ਕਿਹੜੀ ਇਨਪੁਟ ਹੈਗੀ ਆ ਉਹਦੇ ਖਿਲਾਫ ਜਿਹੜਾ ਉਹਦੇ ਉੱਤੇ NIA ਵਰਗਾ ਜਿਹੜਾ ਹੈਗਾ FIR ਦਰਜ ਕਰ ਦਿੱਤੀ, ਅੱਜ ਮੁੰਡਿਆਂ ਤੇ ਕਰ ਦਿੱਤੀਆਂ ਜਾਂਦੀਆਂ ਔਰ ਉਹਨਾਂ ਨੂੰ ਅੰਦਰ ਭੇਜ ਦਿੱਤਾ ਜਾਂਦਾ।
ਜੇ ਉਹਨਾਂ ਤੇ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਸੀ ਤਾਂ ਉਸ ਤੋਂ ਪਹਿਲਾਂ ਇੱਕ ਵੀ ਜਿਹੜਾ ਹੈਗਾ ਕਾਰਵਾਈ ਇਹਨਾਂ ਦੇ ਖਿਲਾਫ ਕਿਉਂ ਨਹੀਂ ਕੀਤੀ? ਕਿਉਂ ਨਹੀਂ ਕਿਸੇ ਇੰਟੈਲੀਜੈਂਸ ਜਿਹੜੀ ਹੈਗੀ ਆ ਏਜੰਸੀ ਨੇ ਜਿਹੜਾ ਹੈਗਾ ਇਹਦੇ ਖਿਲਾਫ ਰਿਪੋਰਟ ਦਿੱਤੀ? ਐਵੇਂ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ, ਦੂਸਰੇ ਨੂੰ ਦੱਸਣਾ, ਅਨਲੌਜਿਕ ਗੱਲਾਂ ਕਰਦੇ ਆ ਜੀ। ਇਹ ਹਾਸ਼ੀਏ ਤੇ ਆ ਗਏ ਜੀ। ਇਹ ਜਿਵੇਂ 45 ਸੀਟਾਂ ਲਈ ਬੈਠੇ ਹੁੰਦੇ ਆ ਜੀ, ਆਪਣੇ ਕੋਲ ਇੱਕ ਨਹੀਂ ਹੈਗੀ ਤੇ ਸਾਡੇ ਕੋਲ ਤਾਂ ਚਲੋ 3 ਹੈਗੀਆਂ ਹੀ ਆ ਹਾਲੇ। ਸੋ ਇਹੀਆਂ ਦੀਆਂ ਗੱਲਾਂ ਨਹੀਂ। ਲੱਦੜ ਸਾਹਿਬ ਤੁਸੀਂ ਬਹੁਤ ਸੀਨੀਅਰ ਆਫੀਸਰ ਰਹੇ ਆ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ, ਦੇਖੋ ਇਹ ਜਿਹੜੀ ਗੱਲ ਮੰਨਣ ਵਾਲੀ ਹੈ ਤੁਹਾਨੂੰ ਮੰਨਣੀ ਪਏਗੀ ਕਿ ਤੁਹਾਨੂੰ ਮੰਨੋ ਕਿ ਇੰਟੈਲੀਜੈਂਸ ਏਜੰਸੀ ਦਾ ਫੇਲਿਅਰ ਕਰਕੇ। ਔਰ ਦੂਸਰੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਗੌਰਵ ਜੀ, ਜਿੰਨਾ ਤੁਸੀਂ ਫੋਟੋਆਂ ਦਿਖਾਈਆਂ, ਇਟ ਵਾਸ ਅ ਮੀਡੀਆ ਟ੍ਰਾਇਲ not issued by the police, not issued by any person, it was the efforts of the media ਕਿ ਮੀਡੀਆ ਨੇ ਕਿਤੇ ਤੋਂ ਖੰਗਾਲੇ, ਕਿਤੇ ਤੋਂ ਕੈਮਰਿਆਂ ਦੀਆਂ ਆਊਟਪੁੱਟਸ ਲਈਆਂ ਔਰ ਉਹ ਜਿਹੜੀਆਂ ਹੈਗੀਆਂ ਆਪਣੇ ਚੈਨਲਾਂ ਤੇ ਦਿਖਾਉਂਦੇ ਨੇ। ਇਹ ਆਪਣੀ ਪਿੱਠ ਆਪਣੇ ਆਪੇ ਥਾਪੜੀ ਜਾਂਦੇ ਹੈਗੇ ਬਿਨਾਂ ਮਤਲਬ ਤੋਂ ਬੈਠੇ। ठीक है, ये बड़ा बड़ा सवाल है। एक मिनट में प्रभजीत जी को जाके आ रहा है। ही हैज बीन वेटिंग फॉर लॉन्ग। प्रभजीत जी, क्योंकि सवाल एनएसए ਜਿਹੜਾ ਲੱਗਿਆ ਹੈ ਹੁਣ ਪਪਲਪ੍ਰੀਤ ਦੇ ਉੱਪਰ ਵੀ ਲੱਗ ਗਿਆ, ਅੰਮ੍ਰਿਤਪਾਲ ਦੇ ਉੱਪਰ ਵੀ ਲੱਗਾ ਹੋਇਆ, 6 ਐਫਆਈਆਰ ਉਹਦੇ ਉੱਪਰ ਆਲਰੇਡੀ ਲੌਂਚਡ ਹੈ। ਥੋੜਾ ਜਿਹਾ ਸਮਝਣਾ ਹੈਗਾ ਕਿਉਂਕਿ ਹੁਣ ਜਿਵੇਂ ਧਾਰਨੀ ਸਾਹਿਬ ਨੇ ਕਿਹਾ ਬਿਕੋਜ਼ ਆਫ ਸਮ ਰੀਜ਼ਨਸ ਹੀ ਕੁਡਨਟ ਗੋ ਟੂ ਡਿਬਰੂਗੜ੍ਹ ਅਸਾਮ ਜਿਹੜੀ ਜੇਲ੍ਹ ਦੇ ਵਿੱਚ, ਪਰ ਬਾਕੀ ਇਹਨਾਂ ਦਾ ਪੈਨਲ ਗਿਆ ਹੋਇਆ। ਐਨਐਸਏ ਤੋਂ ਭਾਵ ਥੋੜਾ ਜਿਹਾ ਆਪਾਂ ਸਮਝ ਵੀ ਲਈਏ ਤੇ ਜਿਹੜਾ ਲਾਇਆ ਉਹ 1। ਦੂਸਰਾ, ਹੁਣ ਅੰਮ੍ਰਿਤਪਾਲ ਹੈਗਾ ਤਾਂ ਵੈਸੇ ਫਰਾਰ ਹੈ, ਆ ਜਾਏਗਾ ਛੇਤੀ ਗ੍ਰਿਫਤ ਦੇ ਵਿੱਚ। ਡੀਜੀਪੀ ਸਾਹਿਬ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਸਵੇਰੇ ਬਿਆਨ ਦਿੱਤਾ ਸੀਗਾ, ਹਰ ਹਿੱਲੇ ਅਸੀਂ ਇਹਨੂੰ ਫੜ ਕੇ ਹੀ ਰਹਾਂਗੇ। ਪਪਲਪ੍ਰੀਤ ਥੋੜੀ ਦੇਰ ਬਾਅਦ ਪਪਲਪ੍ਰੀਤ ਦਾ ਜਿਹੜਾ ਹੈਗਾ ਉਹ ਵੀ ਆ ਗਿਆ ਸਟੇਟਮੈਂਟ ਪੁਲਿਸ ਦਾ ਕਿ ਅਸੀਂ ਉਸ ਨੂੰ ਫੜ ਲਿੱਤਾ ਹੈਗਾ। ਕਿਸ ਤਰੀਕੇ ਨਾਲ ਸਮਝੀਏ ਟੈਕਨੀਕਲੀ ਤੇ ਲੀਗਲੀ? ਦੇਖੋ, ਐਨਐਸਏ ਪ੍ਰੀਵੈਂਟਿਵ ਡਿਟੇਸ਼ਨ ਐਕਟ, ਰਾਈਟ, ਇਹ ਜੁਰਮ ਨੂੰ ਰੋਕਥਾਮ ਲਈ ਐਕਟ ਬਣਿਆ ਹੈ। ਨੈਸ਼ਨਲ ਸਿਕਿਉਰਿਟੀ ਐਕਟ ਵਾਸ ਪਾਸਡ ਬਾਈ ਦੀ ਪਾਰਲੀਮੈਂਟ ਇਨ 1980। NSA empower the state or center to detain a person without a formal charge and without trial। ठीक है। NSA लगती क्यों है? NSA ਜਾਂ ਸਿਕਿਉਰਿਟੀ ਆਫ ਸਟੇਟ ਜਾਂ ਸਟੇਟ ਦਾ ਸੈਂਟਰ ਦੀ ਪੀਸ ਭੰਗ ਕਰ ਰਿਹਾ ਹੋਵੇ, ਕੋਈ ਬਹੁਤ ਵੱਡਾ ਖਤਰਾ ਹੋਵੇ ਦੇਸ਼ ਤਾਂ NSA ਦੇ ਅੰਡਰ ਤੁਸੀਂ ਉਹਨੂੰ ਕਿਸੇ ਨੂੰ ਡਿਟੇਨ ਕਰ ਸਕਦੇ ਹੋ 10 ਦਿਨ ਲਈ ਬਿਨਾਂ ਚਾਰਜ ਕਿਸੇ ਦੱਸੇ ਕੁਛ, ਤੇ 12 ਮੰਥ ਤੱਕ ਤੁਸੀਂ ਉਹਨੂੰ ਰੱਖ ਸਕਦੇ ਹੋ ਵਿਦਆਊਟ ਟ੍ਰਾਇਲ। ਠੀਕ ਹੈ। तो बड़े एक हार्ड टॉपिक है और ਇਹਦੇ ਤੇ ਵੀ NSA ਲੱਗਿਆ ਕਿਉਂ? ਪੰਜਾਬ ਦੇ ਨੌਜਵਾਨਾਂ ਤੇ ਇਹ NSA ਲੱਗਿਆ ਕਿਉਂ? ਇਹ ਦੱਸਣ ਚ ਪੰਜਾਬ ਸਰਕਾਰ ਭਾਵੇਂ ਸੈਂਟਰ ਸਰਕਾਰ ਅੱਜ ਤੱਕ ਫੇਲ ਹੈ। ਦੇਖੋ NSA ਉਹਨਾਂ ਤੇ ਲੱਗਿਆ, ਉਹਨਾਂ ਕੋਲ ਮਿਲਿਆ ਕੀ? ਜੋ ਉਹਨਾਂ ਕੋਲ ਮਿਲਿਆ, ਜੋ ਰਿਕਵਰ ਹੋਇਆ, all weapons were non prohibited bore which were taken after getting license from government। ਸੋ ਉਹਨਾਂ ਕੋਲ ਕੋਈ ਇਹੋ ਜਿਹੀ ਚੀਜ਼ ਦੀ ਬਰਾਮਦ ਨਹੀਂ ਹੋਈ। ਸੋ ਇਸ ਗੱਲ ਨਾਲ ਪੰਜਾਬ ਦੀ ਛਵੀ ਕਿੱਥੇ ਗਈ ਹੈ? NSA ਲਗਾ ਦੇਣਾ, ਇੱਕ ਕਾਨੂੰਨੀ ਅਧਿਕਾਰ ਕਿਸੇ ਤੋਂ ਖੋਹ ਲੈਣੇ, ਕਿਉਂਕਿ CRPC 50 ਸਾਨੂੰ ਦੱਸਦਾ ਵੀ ਤੁਸੀਂ ਫੜ ਰਹੇ ਹੋ ਤਾਂ ਕਿਉਂ ਫੜ ਰਹੇ ਹੋ, ਔਰ ਇਹਦੇ ਵਿੱਚ ਐਸਾ ਕੋਈ ਅਧਿਕਾਰ ਨਹੀਂ ਹੈ। CRPC 22(1) ਧਾਰਨੀ ਸਾਹਿਬ ਬੈਠੇ ਨੇ, ਵਕੀਲ ਕਰਨ ਦਾ ਰਾਈਟ ਹੀ ਨਹੀਂ ਰਹਿੰਦਾ NSA ਦੇ ਵਿੱਚ, ਔਰ CRPC 55-76 ਦੇ ਵਿੱਚ 24 ਘੰਟੇ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਸੋ NSA ਦੇ ਵਿੱਚ ਐਸੀ ਕੋਈ ਪ੍ਰੋਵੀਜ਼ਨ ਨਹੀਂ। ਸੋ ਐਡੇ ਤੁਸੀਂ ਹਾਰਡ ਕ੍ਰਿਮੀਨਲ ਉਹਨਾਂ ਨੂੰ ਬਣਾਤਾ, ਪਰ ਠੀਕ ਹੈ, ਤੁਸੀਂ ਲੋਕਾਂ ਦੇ ਸਾਹਮਣੇ ਉਹਨਾਂ ਦੀ ਛਵੀ ਉਹ ਰੱਖ ਨਹੀਂ ਪਾਏ। ਪ੍ਰਭਜੀਤ ਜੀ ਇੱਕ ਸਵਾਲ ਹੋਰ, ਇੱਕ ਸਵਾਲ ਹੋਰ, ਗਵਰਨਮੈਂਟ ਦਾ ਇਹ ਸਾਂਝਾ ਆਪਰੇਸ਼ਨ ਸੀ। ਠੀਕ ਹੈ। NIA ਏਜੰਸੀਆਂ ਤੋਂ ਬਿਨਾ, ਉਹਨਾਂ ਦੀ ਨੌਲੇਜ ਤੋਂ ਬਿਨਾ ਇਹ ਟ੍ਰੈਪ ਨਹੀਂ ਸੀ ਹੋ ਸਕਦਾ, ਔਰ ਇਹ ਫਲॉप ਟ੍ਰੈਪ ਰਿਹਾ ਭਾਵੇਂ ਸੈਂਟਰ ਦਾ। ਦੇਖੋ ਜਿੰਨੀਆਂ ਵੀ ਅਖਬਾਰਾਂ ਆਈਆਂ, ਜਿੰਨੀਆਂ ਵੀ ਚੱਲਦੀਆਂ ਰਹੀਆਂ, ਉਹ ਇਹ ਕਹਿੰਦੀਆਂ ਨੇ ਵੀ ਆਪਰੇਸ਼ਨ ਅਮਿਤ ਸ਼ਾਹ ਹੋਮ ਮਿਨਿਸਟਰ ਦੇ ਅੰਡਰ ਚੱਲ ਰਿਹਾ ਹੈ। ਅੱਜ ਕੁਝ ਸਾਬਤ ਨਹੀਂ ਕਰ ਪਾ ਰਹੇ ਤੇ BJP ਵਾਲੇ ਭੱਜ ਰਹੇ ਨੇ ਇਸ ਗੱਲ ਤੋਂ। ਸੋ ਆਪਣੇ ਟਰੈਕ ਤੇ ਰਹੋ। ਇਹ ਜੋ ਲਾਅ ਨੇ ਸਾਰੇ ਡਰੈਕੋਨੀਅਨ ਲਾਅ ਨੇ ਸਾਰੇ, ਇਸੇ ਕਰਕੇ ਪਹਿਲਾਂ ਟਾਡਾ ਪੋਟਾ ਸਭ ਖਤਮ ਕੀਤੇ ਗਏ। IPS ਆਪਣੇ ਆਪ ਦੇ ਵਿੱਚ ਇੱਕ ਸਫੀਸ਼ੀਐਂਟ ਲਾਅ ਹੈ ਜਿਸ ਨੂੰ ਅਗਰ ਸਹੀ ਤਰੀਕੇ ਨਾਲ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਅਜਨਾਲੇ ਜੋ ਕਾਂਡ ਕੀਤਾ ਸੀ ਉਸ ਦੇ ਉੱਪਰ 153, 186, 353, 307 ਬੜੀਆਂ ਧਾਰਾਵਾਂ ਲੱਗ ਸਕਦੀਆਂ ਜਿਸ ਚ 10 ਸਾਲ ਦੀ ਸਜ਼ਾ ਵੀ ਹੋ ਸਕਦੀ ਸੀ।
ਪਰ ਇਹ ਸਾਰੇ ਡਰੈਕੋਨੀਅਨਸ ਲਾਅ ਨੇ। ਨਹੀਂ, ਜਿੱਥੇ ਡਰੈਕੋਨੀਅਨ ਲੋਕਾਂ ਦੇ ਹੈਗੇ ਆ, ਮਨੁੱਖੀ ਅਧਿਕਾਰਾਂ ਬਹੁਤ ਦੀ ਜ਼ਿਆਦਾ ਜਟਿਲ ਤੇ ਔਖੇ ਤੇ ਖਤਰਨਾਕ ਹੈਗੇ ਆ, ਡਰੈਕੋਨੀਅਨ ਹੈਗੇ ਆ। ਇਟ ਰਿਮਾਈਂਡਸ ਅਸ ਆਫ ਦਾ ਪ੍ਰੀਵੀਅਸ ਇਰਾਸ। ਪਰ ਸਰ ਸਵਾਲ ਪਤਾ ਕੀ ਹੈ, ਤੁਸੀਂ ਕਿਹਾ ਉਹਨਾਂ ਕੋਲ ਰਿਕਵਰ ਕੀ ਹੋਇਆ? ਜਿਹੜੇ ਨਾਨ ਪ੍ਰੋਹਿਬਿਟਡ ਜਿਹੜੇ ਬੋਰ ਦੇ ਵੈਪਨਸ ਅਗਰ ਉਹਨਾਂ ਤੋਂ ਰਿਕਵਰ ਹੋਇਆ, ਉਹਦੇ ਉੱਪਰ ਤਾਂ ਐਨਐਸਏ ਨਹੀਂ ਲੱਗ ਸਕਦਾ ਕਿ ਉਹ ਜਿਸ ਤਰੀਕੇ ਦੇ ਬਾਰੇ ਸੋਚ ਰਹੇ ਸੀਗੇ ਸੂਬੇ ਨੂੰ ਵੱਖ ਕਰਨ ਦੇ, ਸੈਪਰੇਟਿਸਟ ਵੱਖਵਾਦੀ ਸੋਚ, ਜਾਂ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਦੱਸੀਆਂ ਕਿ ਇਸ ਦੇ ਕਾਰਨ ਇਹਨਾਂ ਦੇ ਉੱਪਰ ਐਨਐਸਏ ਲੱਗ ਸਕਦਾ, ਅਦਰ ਦੈਨ ਦ ਵੈਪਨਸ ਯੂ ਆਰ ਟੈਲਿੰਗ? ਦੇਖੋ ਆਰਟੀਕਲ 20 ਤੁਹਾਨੂੰ ਰਾਈਟ ਦਿੰਦਾ, ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ। ਇਹ ਤਾਂ ਆਰਐਸਐਸ ਦੇ ਮੋਹਨ ਭਾਗਵਤ ਹਿੰਦੂ ਰਾਸ਼ਟਰ ਦੀ ਕਦੋਂ ਦੀ ਮੰਗ ਕਰ ਰਹੇ ਨੇ, ਇਹਨਾਂ ਤੇ ਐਨਐਸਏ ਨਾਲ ਲਗਾਤਾ ਤੁਸੀਂ। ਗੱਲ ਇਹ ਵੀ ਕਿਸੇ ਦਾ ਕਹਿਣਾ ਤੇ ਕਿਸੇ ਦੀ ਮਨਸ਼ਾ ਤੇ ਉਹ ਕਰ ਕੀ ਰਿਹਾ, ਉਹਦੇ ਪਿੱਛੇ ਹੋ ਕੀ ਰਿਹਾ, ਇਹ ਵੀ ਤਾਂ ਲੌਜੀਕ ਦੇਖਣਾ ਪਏਗਾ। ਇਹ ਪੁਲਿਸ ਦੱਸ ਸਕਦੀ ਹੈ ਵੀ ਹੋਇਆ ਕਿੱਥੇ ਹੈ, ਅਮਰਤਪਾਲ ਕਿੱਥੇ ਹੈ ਕਿੱਥੇ ਨਹੀਂ, ਉਦੋਂ ਕਦੋਂ ਪੇਸ਼ ਕਰਨਾ, ਉਹ ਵੱਖਰਾ ਮੁੱਦਾ ਹੈ। ਠੀਕ ਹੈ। ਤੇ ਇੱਕ ਚੀਜ਼ ਹੋਰ ਹੋ ਸਕਦੀ ਹੈ ਪ੍ਰਭਜੀਤ ਜੀ, ਸਵਾਲ ਇਹ ਵੀ ਖੜਾ ਹੁੰਦਾ, ਤੁਸੀਂ ਕਿਹਾ ਕਿ ਦੱਸ ਸਕਦੇ ਆ, ਕੀ ਪਤਾ ਇਹ ਮਤਲਬ ਕਿ ਇੰਨੀ ਕਲਾਸੀਫਾਈਡ ਜਾਣਕਾਰੀ ਹੋਵੇ ਜਿਹੜੀ ਦੱਸੀ ਹੀ ਨਹੀਂ ਜਾ ਸਕਦੀ ਹੈ ਇਨ ਦਾ ਪਬਲਿਕ ਡੋਮੇਨ, ਜਿਸ ਕਰਕੇ ਲੱਗਿਆ ਹੋਵੇ? ਕਿਉਂਕਿ ਤੁਹਾਨੂੰ ਲੱਗਦਾ ਕਿ ਪੁਲਿਸ ਤੇ ਏਜੰਸੀਆਂ ਸਾਰੀਆਂ ਮਤਲਬ ਕਿ ਇੰਨਾ ਗਲਤ ਕੰਮ ਕਰ ਲੈਣਗੀਆਂ? ਇਜ਼ ਇਟ ਸੋ ਈਜ਼ੀ? ਕਿਉਂਕਿ ਜਾਣਾ ਤਾਂ ਫੇਰ ਅਦਾਲਤ ਦੇ ਕੋਲ ਹੀ ਹੈ ਨਾ, ਉੱਥੇ ਕੀ ਕਰਨਗੀਆਂ? ਦੇਖੋ ਇਹੀ ਤਾਂ ਇਸੇ ਕਰਕੇ ਤਾਂ ਐਨਐਸਏ ਲਗਾਈ ਹੈ ਵੀ ਸਾਨੂੰ ਅਦਾਲਤ 'ਚ ਜਾਣਾ ਨਾ ਪਵੇ। ਐਡਵਾਈਜ਼ਰੀ ਬੋਰਡ ਕੋਲ ਪੇਸ਼ ਹੋਣਗੇ, ਇਹਨਾਂ ਨੇ ਇਸੇ ਕਰਕੇ ਇਹਦੇ ਤੋਂ ਇਹਨੂੰ ਕਿੰਨਾ ਇਹ ਤੇ ਟੌਰਚਰ ਕੀਤਾ ਜਾ ਸਕਦਾ ਹੈ, ਜਾਂ ਉਹਨਾਂ ਕੋਲ ਹੈ ਜਾਂ ਨਹੀਂ ਹੈ, ਤਾਂ ਪੁਲਿਸ ਜਾਂ ਏਜੰਸੀਆਂ ਦੱਸ ਸਕਦੀਆਂ ਨੇ। ਪਰ ਏਜੰਸੀਆਂ ਇਸ ਗੱਲ ਤੋਂ ਨਹੀਂ ਭੱਜ ਸਕਦੀਆਂ ਜਾਂ ਸੈਂਟਰ ਸਰਕਾਰ ਨਹੀਂ ਭੱਜ ਸਕਦੀ ਬਈ ਇਹ ਸਾਂਝਾ ਆਪਰੇਸ਼ਨ ਸੀ ਔਰ ਸੈਂਟਰ ਨੇ ਪੂਰਾ ਪੰਜਾਬ ਦੇ ਨਾਲ ਮਿਲ ਕੇ ਆਪਰੇਸ਼ਨ ਕੀਤਾ। ਜਦੋਂ ਤੁਸੀਂ ਲੱਦੜ ਸਾਹਿਬ ਤੋਂ ਆਨਸਰ ਦਿਸ। ਆਲਰਾਈਟ ਲੱਦੜ ਸਾਹਿਬ, ਸਾਂਝਾ ਆਪਰੇਸ਼ਨ ਸੀਗਾ, ਵੀ ਜਸਟ ਕਾਂਟ ਗੋ ਅਵੇ ਬਾਈ ਮੇਅਰਲੀ ਸੇਇੰਗ, ਸਿਰਫ ਇਹ ਕਹਿ ਕੇ ਕਿ ਜੀ ਸਟੇਟ ਦਾ ਡਿਸਕ੍ਰਿਸ਼ਨਰੀ ਪਾਵਰ ਹੈਗੀ ਹੈ, ਸਿਰਫ ਸਟੇਟ ਹੀ ਰਿਸਪੌਂਸਿਬਲ ਹੈ। ਸਰ ਸਟੇਟ ਦੀ ਤਾਂ ਕੁਰਸੀ ਦਿਖਾਤੀ ਸਰ, ਅਸੀਂ ਆਪਣੇ ਵਾਲਾ ਪਾਰਟ ਸਰ ਆਪਾਂ ਦੱਸੀਏ, ਕਿਉਂਕਿ ਸਾਰੇ ਕਹਿ ਰਹੇ ਆ ਕਿ ਬਿਨਾਂ ਸੈਂਟਰ ਦੀ ਪਰਮਿਸ਼ਨ, ਹੈਲਪ, ਸਪੋਰਟ, ਸਜੈਸ਼ਨ ਇਟਸ ਨਾਟ ਪੋਸੀਬਲ। ਤਾਨੀ ਸਾਹਿਬ ਮੈਂ ਆਉਂਗਾ। ਵਾਲੀਆ ਜੀ ਬਿਲਕੁਲ ਠੀਕ ਹੈ, ਪ੍ਰਭ ਜੀ ਠੀਕ ਕਹਿ ਰਹੇ ਹੈਗੇ ਆ ਕਿ ਤੁਸੀਂ ਇਸ ਗੱਲ ਦੀ ਇਜਾਜ਼ਤ ਦਿਓਗੇ, ਪੰਜਾਬੀਆਂ ਦੀ ਇਜਾਜ਼ਤ ਦੇਗਾ ਕਿ ਸੈਂਟਰ ਅੱਖਾਂ ਮੀਟ ਕੇ ਬੈਠਾ ਰਵੇ? ਜੇ ਸਟੇਟ ਨੂੰ ਲੋੜ ਹੈ ਤੇ ਸਟੇਟ ਮੰਗ ਕਰ ਰਿਹਾ ਤੇ ਸੈਂਟਰ ਬਿਲਕੁਲ ਕਰ ਦੇਵੇ ਕਿ ਕਰੋ ਨਾ ਕਰੋ, ਸੈਂਟਰ ਦੀ ਡਿਊਟੀ ਹੈ। ਸੋ ਸੈਂਟਰ ਅਗਰ ਉਹਨਾਂ ਨੂੰ ਡਿਊਟੀ ਦੇ ਰਿਹਾ, ਹੈਲਪ ਦੇ ਰਿਹਾ, ਇਨਪੁਟ ਦੇ ਰਿਹਾ ਔਰ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੈਲਪ ਕਰ ਰਿਹਾ, ਤਾਂ ਇਹਦੇ ਚ ਕੀ ਗਲਤ ਕਰ ਰਿਹਾ? ਐਨਆਈਏ ਕੀ ਕਰ ਰਹੀ ਹੈ ਫਿਰ? ਹਾਂਜੀ, ਐਨਆਈਏ ਕੀ ਕਰ ਰਹੀ ਹੈ ਤੁਹਾਡੀ ਏਜੰਸੀਆਂ? ਮੈਂ ਕਹਿਣਾ ਚਾਹਨਾ ਆ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਤੇ ਜਾਈਏ ਉੱਤੇ। ਸਰ ਆ ਰਹੇ ਕੋਲ ਅਖਤਿਆਰ ਹੈ, ਗਵਰਨਮੈਂਟ ਨੇ ਸੀ ਕਿ ਸਾਨੂੰ ਬੁਲਾਓ, ਲੇਕਿਨ ਜੇ ਨਹੀਂ ਚੱਲਦਾ, ਤੁਸੀਂ ਹੈਲਪ ਚਾਹੁੰਦੇ ਆ, ਤੁਸੀਂ ਕੋਆਪਰੇਸ਼ਨ ਚਾਹੁੰਦੇ ਆ, ਜੁਆਇੰਟ ਆਪਰੇਸ਼ਨ, ਫਿਰ ਵੀ ਤੁਸੀਂ ਆਪਣਾ ਅਰਨੀ ਸਾਹਿਬ ਉਹਨਾਂ ਜਿੰਨਾਂ ਦੇ ਨਸੇ ਲੱਗਿਆ ਉਹਨਾਂ ਨੂੰ ਮੁੰਡਿਆਂ ਕਹਿ ਕੇ ਬੁਲਾ ਰਹੇ ਆ। ਮੁੰਡਿਆਂ ਦਾ ਕੀ ਮਤਲਬ ਹੈਗਾ? ਉਹ ਆ ਮੁੰਡਿਆਂ, ਜੇ ਕੋਈ ਬੰਦਾ ਟੈਂਪਰੇਟ ਹੈ, ਥੋੜਾ ਜਿਹਾ ਮੁੰਡਾ ਨਹੀਂ ਹੁੰਦਾ ਹੈਗਾ, ਵਾਈ ਦੱਸ। ਤਾਰਨੀ ਸਾਹਿਬ ਮੈਂ ਆ ਰਹੇ ਹਾਂ। ਸੰਧੂ ਸਾਹਿਬ ਇੱਕ ਮਿੰਟ ਆ ਰਹੇ हैं। ਦੋਸ਼ੀ ਹੈਗੇ ਆ, मैं एक मिनट आ रहे हैं सर, आ रहे हैं। भी ट्राइड अंडर द लॉ। संधू साहब आ रहे हैं, तारनी साहब, चाहे एनएसए होवे, चाहे स्टेट गवर्नमेंट ਦਾ ਕਾਨੂੰਨ ਹੋਵੇ, ਸੀਆਰਪੀ ਸੀਆਰਸੀਪੀ ਹੋਵੇ, ਕੋਈ ਕਾਨੂੰਨ ਹੋਵੇ, ਜੋ ਵੀ ਲਾ ਆਫ ਦਾ ਲੈਂਡ ਹੈ ਉਹਦੇ ਅੰਡਰ ਉਹਨਾਂ ਦਾ ਟ੍ਰਾਇਲ ਹੋਣਾ ਬਣਦਾ ਆ। ਨਹੀਂ ਤਾਂ ਫਿਰ ਥਾਣੇ ਤੇ ਕਬਜ਼ੇ ਸ਼ੁਰੂ ਹੋਣਗੇ, ਫਿਰ ਸੈਕਟਰੀਏਟ ਤੇ ਕਬਜ਼ਾ ਹੋਣਾ, ਆਰਮੀ ਦੇ ਉੱਤੇ ਕਬਜ਼ਾ ਹੋ ਜਾਏਗਾ, ਫਿਰ ਤਾਰਨੀ ਸਾਹਿਬ ਲੱਦੜ ਸਾਹਿਬ ਕਹਿ ਰਹੇ ਹੈ ਮਾਮਲਾ ਇੰਨਾ ਗੰਭੀਰ ਸੀਗਾ ਇਸ ਕਰਕੇ, ਠੀਕ ਹੈ, ਲੱਦੜ ਸਾਹਿਬ ਕਹਿ ਰਹੇ ਹੈ ਮਾਮਲਾ ਗੰਭੀਰ ਸੀਗਾ ਇਸ ਕਰਕੇ ਮਦਦ ਕਰਨੀ ਪਈ, ਕਹਿੰਦੇ ਹੁਣ ਇਸ ਕਰਕੇ ਹੁਣ ਜਿਹੜਾ ਹੈ ਅੰਮ੍ਰਿਤਪਾਲ ਨੂੰ ਵੀ ਫੜ ਲਾਂਗੇ। ਸਵਾਲ ਇਹ ਹੈ ਹੈਲੋ ਸਰ, ਫੜਨਾ ਤਾਂ ਹੈ ਹੀ ਹੈ ਨਾ ਸਰ ਏਜੰਸੀਆਂ ਨੇ ਸਰ, ਉਹ ਤਾਂ ਸਰ ਹੁਣ ਹੈ ਹੀ ਐਨਐਸਏ ਲੱਗਾ ਹੋਇਆ। ਗਵਰਨਮੈਂਟ ਦੀ ਜਿਹੜਾ ਵੀ ਕੰਪੀਟੈਂਟ ਪਹਿਲਾਂ ਵਾਲੀਆ ਜੀ ਗੈਂਗਸਟਰ ਗਏ ਦਿੱਲੀ में ਫੜੇ ਆ, ਸਾਰੇ ਪੁਲਿਸ ਸਾਰੀਆਂ ਏਜੰਸੀਆਂ ਜਿਹੜੇ ਗਲਤ ਬੰਦੇ ਆ ਉਹਨਾਂ ਨੂੰ ਫੜਨ ਲਈ ਐਕਟਿਵ ਹੈਗੀਆਂ। ਠੀਕ ਹੈ, ਇਹ ਇਹੀ ਗੱਲ ਹੈ ਸਰ, ਗੱਲ ਇਹੀ ਹੈ, ਗੱਲ ਤਾਂ ਇਹ ਨੇ ਕਿ ਐਕਟਿਵ ਹੋਣੀ ਚਾਹੀਦੀਆਂ, ਇਹ ਚੰਗੀ ਗੱਲ ਹੈ। ਤਾਰਨੀ ਸਾਹਿਬ
ਕੀ ਕਰਕੇ ਸਾਰੇ ਕੋਲ ਆ ਰਹੇ ਸਰ? ਇਹ ਹੈਗੀ ਹੈ ਜੀ, ਮੈਨੂੰ ਅੱਜ ਸਮਝ ਨਹੀਂ ਆ ਰਹੀ ਵੀ ਲੱਦੜ ਸਾਹਿਬ ਕੀ ਕਹਿ ਰਹੇ ਆ। ਦੇਖੋ ਆਈਪੀਸੀ ਬਿਲਕੁਲ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਦੱਸਿਆ ਆਈਪੀਸੀ ਸਫੀਸ਼ੀਐਂਟ ਹੈਗੀ ਆ। ਅਸੀਂ ਜੇ ਕੋਈ ਬੰਦਾ ਕਾਨੂੰਨ ਨੂੰ ਤੋੜਦਾ ਹੈਗਾ ਅਸੀਂ ਉਹਦੇ ਹੱਕ ਦੇ ਵਿੱਚ ਨਹੀਂ ਹੈਗੇ। ਅਸੀਂ ਜਿਹੜਾ ਹੈਗਾ ਤੁਹਾਡੇ ਚੈਨਲਾਂ ਤੇ ਬੈਠ ਕੇ ਡਿਬੇਟ ਕਰਦੇ ਰਹੇ ਹੈਗੇ ਆ ਕਿ ਜੇ ਕਿਸੇ ਨੇ ਕੋਈ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ, ਜੇ ਉਹਨਾਂ ਕੋਲ ਇਲੀਗਲ ਵੈਪਨ ਹੈਗੇ ਆ ਤਾਂ ਉਹਨਾਂ ਤੇ 25, 27, 54, 59 ਆਰਮਸ ਐਕਟ ਦੇ ਲੱਗਦੇ ਹੈਗੇ ਆ। ਜੇ ਉਹਨਾਂ ਨੇ ਜਿਹੜਾ ਹੈਗਾ ਪੁਲਿਸ ਦੇ ਉੱਤੇ ਗਵਰਨਮੈਂਟ ਸਰਵੈਂਟ ਤੇ ਚੱਕਿਆ ਹੈਗਾ ਤਾਂ 153 ਲੱਗਦੀ ਹੈਗੀ ਆ। ਜੇ ਉਹਨਾਂ ਨੇ ਇਸ ਤਰ੍ਹਾਂ ਦਾ ਐਕਟ ਕੀਤਾ 307 ਲੱਗਦੀ ਹੈ, 324, 25, 26 ਜਿਹੜੀਆਂ ਮਰਜ਼ੀ ਲਾ ਲਓ। ਪਰ ਸਵਾਲ ਇਹ ਹੈਗਾ ਕਿ ਐਨਐਸਏ ਲਾਉਣਾ ਇਹ ਉਸ ਤਰ੍ਹਾਂ ਦਾ ਹੀ ਵਰਤਾਂਤ ਰਚਿਆ ਜਾ ਰਿਹਾ ਜਿਵੇਂ 84 ਤੋਂ ਬਾਅਦ ਹਰਮੰਦਰ ਸਾਹਿਬ ਦੇ ਉੱਤੇ ਨਾਲੇ ਅਟੈਕ ਕਾਂਗਰਸ ਵੱਲੋਂ ਕੀਤਾ ਗਿਆ, ਨਾਲੇ ਪੰਜਾਬ ਦੇ ਲੀਡਰਾਂ ਨੂੰ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ 2.5, 3 ਸਾਲ ਜਿਹੜਾ ਹੈਗਾ ਐਨਐਸਏ ਥੱਲੇ ਜਿਹੜਾ ਹੈਗਾ ਅਦਾਲਤਾਂ ਉਹਦੇ ਵਿੱਚ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ। ਉਹੀ ਕੰਮ ਜਿਹੜਾ ਅੱਜ ਸੈਂਟਰ ਕਰ ਰਹੀ ਹੈਗੀ ਆ। ਸੈਂਟਰ ਦੀਆਂ ਐਨਆਈਏ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਜਦੋਂ ਉਹਨਾਂ ਨੂੰ ਧੜ ਲਾਇਸੈਂਸ ਦਿੱਤੇ ਜਾ ਰਹੇ ਸੀ, ਜਦੋਂ ਉਹਨਾਂ ਕੋਲ ਲਾਇਸੈਂਸ ਲੈ ਕੇ ਜਿਹੜੇ ਹਥਿਆਰ ਤੁਰਦੇ ਸੀ ਤਾਂ ਚੈੱਕ ਕਰਨਾ ਚਾਹੀਦਾ ਸੀ। ਜਿਹੜੇ ਸਾਡੇ ਕੋਲ ਲਾਇਸੈਂਸ ਹੈਗੇ ਆ ਸਾਨੂੰ ਜਿਹੜਾ ਹੈਗਾ ਬਲਾਬਲਾ ਸਾਡੇ ਲਾਇਸੈਂਸ ਉਕਰ ਜੀ ਆ ਰਹੇ। ਤਾਨੀ ਸਾਹਿਬ ਸਵਾਲ ਇਹ ਹੈ, ਤੁਸੀਂ ਕਹਿ ਰਹੇ ਹੋ ਕਿ ਵੱਖ-ਵੱਖ ਧਾਰਾਵਾਂ ਦੇ ਤਹਿਤ ਜੇ ਮਾਮਲੇ ਬਣਦੇ ਸੀਗੇ ਮਾਮਲੇ ਦਰਜ ਹੋ ਜਾਣੇ ਚਾਹੀਦੇ ਸੀਗੇ। ਜੇ ਮਾਮਲਾ ਹੀ ਦੇਸ਼ ਵਿਰੋਧ ਦਾ ਹੋਵੇ, ਸਪੋਜ਼ ਸੈਡੀਸ਼ਨ ਹੋਵੇ, ਦੇਸ਼ ਤੋਂ ਵੱਖਵਾਦੀ ਸੈਪਰੇਟਿਸਟ ਵਾਲਾ ਹੋਵੇ, ਦੇਸ਼ ਨੂੰ ਤੋੜਨ ਵਾਲਾ ਹੋਵੇ, ਸੂਬੇ ਨੂੰ ਤੋੜਨ ਵਾਲਾ ਹੋਵੇ ਤੇ ਸੈਂਟਰ ਫਿਰ ਕੀ ਕਰੇਗੀ? ਇਹ ਕਹਿ ਰਹੇ ਲੱਦੜ ਸਾਹਿਬ ਕਿ ਸੈਂਟਰ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੀ। ਮੇਰਾ ਜਵਾਬ ਸੁਣ ਲਓ। ਹਾਂਜੀ, 18 ਤਰੀਕ ਤੋਂ ਪਹਿਲਾਂ ਜਾਂ 18 ਤਰੀਕ ਤੋਂ ਬਾਅਦ ਜਦੋਂ ਤੱਕ ਉਹ ਮੁੰਡਿਆਂ ਨੂੰ ਫੜਨ ਦੇ ਵਿੱਚ ਵਿਚਾਲੇ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ, ਕੋਈ ਐਫਆਈਆਰ, ਕੋਈ ਇਸ ਤਰ੍ਹਾਂ ਦੀ ਦੇਸ਼ ਧਰੋਹ ਦੀ ਗੱਲ ਜਿਹੜੀ ਹੈਗੀ ਆ ਕੋਈ ਤੁਹਾਡੇ ਸਾਹਮਣੇ ਹੋਵੇ। ਬਿਲਕੁਲ ਉਹਨਾਂ ਨੇ ਸਹੀ ਕਿਹਾ ਕਿ ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਹੈਗਾ। ਠੀਕ ਹੈ, ਚਲੋ ਸਰ ਮੈਂ ਆ ਰਿਹਾ ਪਲੀਜ਼ ਬੀ ਪੇਸ਼ੈਂਟ। ਆ ਰਿਹਾ ਮੈਂ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਜਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕਹਿ ਸਕਦੇ ਆ। ਹਰ ਬੰਦੇ ਨੂੰ ਹੱਕ ਹੈਗਾ ਆਪਣੀ ਗੱਲ ਕਹਿਣ ਦਾ, ਕਨਸਟੀਟਿਊਸ਼ਨ ਦੇ ਮੁਤਾਬਕ ਆਪਣੀ ਡਿਮਾਂਡ ਰੱਖਣ ਦਾ। ਠੀਕ ਹੈ, ਪਰ ਪੀਸਫੁਲੀ ਸਰ ਕਹਿਣ ਤੇ ਕਰਨ ਚ ਫਰਕ ਹੈ ਨਾ। ਤੁਸੀਂ ਜਿਹੜਾ ਹੈਗਾ ਕਹਿਣ ਤੇ ਕਰਨ ਚ ਫਰਕ ਹੈ ਨਾ। ਬਿਲਕੁਲ ਹਾਂ, ਮੰਨ ਰਹੇ ਹੋ ਨਾ ਤੁਸੀਂ। ਜੇ ਕੋਈ ਬੰਦਾ ਦਰਬ ਕਰਦਾ ਹੈਗਾ ਉਹਦੇ ਖਿਲਾਫ ਲੀਗਲੀ ਰਾਈਟ ਮੈਂ ਸੰਧੂ ਸਾਹਿਬ ਦਾ ਪੁਆਇੰਟ ਲੈ ਕੇ ਆਇਆ। ਰਾਈਟ ਸਰ, ਰਾਈਟ ਮੈਂ ਸਿਰ ਪੁਆਇੰਟ ਲੈ ਕੇ ਕਾਫੀ ਦੇਰ ਦੀ ਵੇਟ ਕਰ। ਸੰਧੂ ਸਾਹਿਬ ਕੀ ਕਹਿਣਾ ਚਾਹ ਰਹੇ ਸੀ? ਇਸ ਤਰ੍ਹਾਂ ਦੀ ਗੱਲ ਹੋ ਰਹੀ ਸੀ, ਵਕੀਲ ਸਾਹਿਬ ਐਨਐਸਏ ਬਾਰੇ ਗੱਲ ਕਰ ਰਹੇ ਸੀ। 84 ਤੋਂ ਪਹਿਲਾਂ ਮੈਂ 2 ਵਾਰੀ ਇੱਕ ਸਾਲ ਐਨਐਸਏ ਚ ਅੰਦਰ ਰਿਹਾ। ਆਈ ਵਾਜ਼ ਨੌਨ ਪੋਲੀਟੀਕਲ, ਮੈਂ ਕਿਸੇ ਐਕਟੀਵਿਟੀ ਇਨਵੋਲਵਡ ਨਹੀਂ ਸੀ। ਸਿਰਫ ਮੇਰਾ ਕਸੂਰ ਇਹ ਸੀ ਕਿ ਮੈਂ ਹਰਮਿੰਦਰ ਸਿੰਘ ਸੰਧੂ ਦਾ ਬ੍ਰਦਰ ਆ ਤੇ ਐਨਐਸਏ ਕੀ ਲੱਗਦੀ ਕਿ ਮੈਂ ਟੇਲਰ ਕੋਲੋਂ ਕੱਪੜੇ ਲੈ ਰਿਹਾ, ਮੈਨੂੰ ਅਰੈਸਟ ਕਰਕੇ ਤੇ ਐਨਐਸਏ ਲਾ ਦਿੱਤੀ ਜਾਂਦੀ ਹੈ ਕਿ ਬਾਬਾ ਸਾਹਿਬ ਚੌਂਕ 'ਚ ਇਹ ਖਾਲਿਸਤਾਨ ਦਾ ਝੰਡਾ ਲਹਿਰਾ ਰਿਹਾ ਸੀ। ਮਤਲਬ ਹੁਣ ਵੀ ਜਿਹੜੇ ਇਨੋਸੈਂਟ ਪੀਪਲ ਜਿਨ੍ਹਾਂ ਤੇ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਨਾ, ਜਿਹਨੂੰ ਮਰਜ਼ੀ ਫੜ ਕੇ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ 'ਚ ਅੰਦਰ ਕਰ ਦਿਓ, ਕੋਈ ਸੁਣਵਾਈ ਨਹੀਂ। 3 ਮਹੀਨਿਆਂ ਬਾਅਦ ਬੋਰਡ ਦੇ ਪੇਸ਼ ਹੋਣਾ। ਬੋਰਡ ਸਰਕਾਰਾਂ ਦਾ ਹੁੰਦਾ, ਉਹਨੇ ਕਦੀ ਤੁਹਾਨੂੰ ਕੋਈ ਇਨਸਾਫ ਨਹੀਂ ਦੇਣਾ। ਅਦਾਲਤ ਵਿੱਚ ਤੁਸੀਂ ਜਾ ਨਹੀਂ ਸਕਦੇ। ਹੁਣ ਜਿਹੜੀ ਅੱਜ ਡਿਸਕਸ਼ਨ ਹੋ ਰਹੀ ਆ, ਮੁੱਖ ਦੀ ਗੱਲ ਇਹ ਆ ਕਿ ਸੈਂਟਰ ਤੇ ਪੰਜਾਬ ਰਲ ਕੇ ਡਰਾਮਾ ਖੇਡ ਰਹੇ ਆ। ਭਗਵੰਤ ਸਿੰਘ ਮਾਨ ਨੇ ਜਦੋਂ 15 ਕੰਪਨੀਆਂ 15 ਕੀ ਮੰਗਣ ਗਿਆ, ਉਦੋਂ ਹੀ ਅਮਿਤ ਸ਼ਾਹ ਜੀ ਕੋਲ ਗੋਡੇ ਟੇਕ ਆਇਆ ਸੀ। ਉਸ ਤੋਂ ਬਾਅਦ ਉਹਨਾਂ ਦੇ ਮੁਤਾਬਕ ਜੋ ਉਹਨਾਂ ਦੀਆਂ ਡਾਇਰੈਕਸ਼ਨਸ ਨੇ ਉਹਦੇ ਮੁਤਾਬਕ ਕੰਮ ਹੋ ਰਿਹਾ। 18 ਤਰੀਕ ਤੱਕ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਨਹੀਂ ਸੀ ਹੈਗਾ। ਔਰ ਜਿਹੜੇ ਬੰਦੇ ਅੱਜ ਐਨਐਸਏ ਚ ਉਹ ਡਿਬਰੂਗੜ੍ਹ ਜਾ ਕੇ ਬੰਦ ਕੀਤੇ ਗਏ ਆ ਔਰ ਵਕੀਲ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ, ਇਹ ਕਿੰਨਾ ਕੁ ਕਾਨੂੰਨੀ ਆ, ਕਿੰਨੀ ਕੁ ਕਾਨੂੰਨ ਦੀ ਪਾਲਣਾ ਆ। ਗੱਲ ਫਿਰ ਉੱਥੇ ਹੀ ਆ ਜਾਂਦੀ ਆ ਕਿ ਸਿੱਖਾਂ ਨੂੰ ਮੋਹਰਾ ਚਿਹਰਾ ਬਣਾ ਕੇ ਆ ਹੁਣ ਮਤਲਬ ਇੱਕ ਐਸਐਸਪੀ ਲੈਵਲ ਦੇ ਰੈਂਕ ਦੀ ਆਫੀਸਰ ਹੈ, ਲੇਡੀ ਆਫੀਸਰ ਆ, ਉਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੂੰ ਹੁਗਾ ਬਣਾ ਕੇ ਵੇਖੋ ਜੀ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਜੀ, ਆ ਖਾਲਿਸਤਾਨ ਦੇ ਝੰਡੇ ਆ ਜੀ। ਗੱਲ ਤੇ ਇਹ ਆ ਮੁੱਕਦੀ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਕਦੀ ਮੁਸਲਮਾਨਾਂ ਨੂੰ ਵਰਤ ਲਿਆ, ਕਦੀ ਸਿੱਖਾਂ ਨੂੰ ਵਰਤ ਲਿਆ। ਉਹ ਸਿੱਖ ਜਿਹੜੇ ਪੰਜਾਬ ਜਿਹੜਾ ਆ ਉਹ ਦੀਵਾਰ ਬਣ ਕੇ ਸਿੱਖ ਖਲੋਦੇ ਰਹੇ ਨੇ ਤੇ ਧਾੜਵੀਆਂ ਨੂੰ ਰੋਕਣ ਦੇ ਲਈ ਅੱਜ ਉਹਨਾਂ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ। ਸੰਧੂ ਸਾਹਿਬ ਮੈਂ ਤੁਹਾਨੂੰ ਅਪਡੇਟ ਕਰਦਾ ਐਨਐਸਏ ਦੀ ਧਾਰਾ ਜਿਨ੍ਹਾਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਲੱਗੀ ਹੈ ਡਿਬਰੂਗੜ੍ਹ ਦੇ ਵਿੱਚ, ਜਿਹੜੀ ਧਾਰਨੀ ਸਾਹਿਬ ਵਾਲਾ ਦੀ ਟੀਮ ਹੈ
ਉਹ ਜਾ ਕੇ ਮੁਲਾਕਾਤ ਉਹਨਾਂ ਨਾਲ ਕਰ ਲਈ। ਤੁਸੀਂ ਕਹਿ ਰਹੇ ਹੋ ਨਹੀਂ ਮਿਲਣ ਦਿੱਤਾ ਜਾ ਰਿਹਾ, ਇਹਨਾਂ ਨੇ ਮੁਲਾਕਾਤ ਕਰ ਲਈ। ਸਾਡਾ ਵਕੀਲ ਇਮਾਨ ਸਿੰਘ ਖਾਰਾ ਗਿਆ, ਉਹ ਖਾਲੀ ਹੱਥ ਵਾਪਸ ਆਇਆ। ਉਹਨੂੰ ਸਰ ਇਹਨਾਂ ਨੇ ਮੁਲਾਕਾਤ ਕਰ ਲਈ ਸਰ, ਐਸਜੀਪੀਸੀ ਦੀ ਟੀਮ ਨੇ ਤਾਂ ਕਰ ਲਈ ਸਰ। ਮੈਂ ਤੁਹਾਨੂੰ ਵੈਸੇ ਅਪਡੇਟ ਕਰ ਰਿਹਾ, ਇਹਨਾਂ ਦੀ ਟੀਮ ਨੇ ਕਰ ਲਈ ਹੈ। ਠੀਕ ਹੈ ਢਿੱਲੋਂ ਸਾਹਿਬ ਉਹਨਾਂ ਦੀ ਪਾਰਟੀ ਦਾ ਵਕੀਲ ਗਿਆ, ਉਹਨੂੰ ਨਹੀਂ ਸਰ ਇੱਥੇ ਤਾਂ ਪਾਰਟੀ ਨਹੀਂ, ਇੱਥੇ ਤਾਂ ਕੋਈ ਤੁਸੀਂ ਕੋਈ ਵਕੀਲ ਨਹੀਂ ਹੋਣਾ। ਰਾਈਟ ਢਿੱਲੋਂ ਸਾਹਿਬ, ਸਵਾਲ ਇਹ ਹੈ ਅੰਮ੍ਰਿਤਪਾਲ ਦੀ ਹੁਣ ਗ੍ਰਿਫਤ ਦੀ ਗੱਲ ਹੋ ਰਹੀ ਹੈ, ਜਿੰਨੇ ਸਾਰਾ ਤਾਣਾ ਬਾਣਾ ਜਿਹੜਾ ਰਚਿਆ ਹੈਗਾ ਮਾਮਲਾ, ਅੱਜ ਮੁੜ ਤੋਂ ਤੁਸੀਂ ਦੇਖੋ ਉਸੇ ਪਾਸੇ ਦਾ ਹੀ ਨਿਕਲਿਆ। ਪਪਲਪ੍ਰੀਤ ਜਿਹੜਾ ਉਸੇ ਪਾਸਿਓਂ ਗ੍ਰਿਫਤਾਰ ਹੋਇਆ। ਕੀ ਸਮਝੀਏ ਕਿ ਸਿਗੇ ਪੰਜਾਬ ਦੇ ਵਿੱਚ ਹੀ, ਜਾਂ ਘੁੰਮਣ ਦੇ ਲਈ ਗਏ ਸੀ, ਥੋੜੇ ਦਿਨ ਘੁੰਮ ਕੇ ਫਿਰ ਵਾਪਸ ਆ ਗਏ, 10-15 ਦਿਨ ਘੁੰਮਦੇ ਰਹੇ, ਘੁੰਮ ਕੇ ਮੁੜ ਤੋਂ ਕੀ ਕਰਕੇ ਆਇਆ? ਗੌਰਵ ਜੀ ਇਹੀ ਸਵਾਲ ਮੈਂ ਥੋੜੀ ਦੇਰ ਪਹਿਲਾਂ ਬੀਜੇਪੀ ਦੇ ਪ੍ਰਵਕਤਾ ਜੀ ਨੂੰ ਕੀਤਾ ਸੀ ਕਿ ਜਿਹੜੀ ਹਰਿਆਣਾ ਪੁਲਿਸ ਨੇ ਉਸ ਲੇਡੀ ਖਿਲਾਫ ਕਾਰਵਾਈ ਕੀਤੀ, ਕਿਉਂ ਕੀਤੀ ਸੀ? ਇਹ ਮੈਨੂੰ ਕਹਿੰਦੇ ਕਿ ਭਾਈ ਤੁਹਾਡੇ ਕੋਲ ਕੋਈ ਡਾਕੂਮੈਂਟਰੀ ਪ੍ਰੂਫ ਹੈ? ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਕੋਈ ਪ੍ਰੂਫ ਨਹੀਂ, ਤੁਹਾਡੀ ਹਰਿਆਣਾ ਪੁਲਿਸ ਨੇ ਪ੍ਰੂਫ ਦਿੱਤਾ ਸੀ। ਸੋ ਮਤਲਬ ਇਹ ਹੈ ਕਿ ਜਿੱਥੇ ਪੰਜਾਬ ਸਰਕਾਰ ਦੀ ਫੇਲੀਅਰ ਸੀ, ਉੱਥੇ ਤੁਹਾਡੀ ਵੀ ਫੇਲੀਅਰ ਹੈ। ਤੇ ਇਸ ਡਿਬੇਟ ਦੇ ਵਿੱਚ ਇੱਕ ਬੜਾ ਅਹਿਮ ਸਵਾਲ ਉੱਠਦਾ ਹੈ। ਚਲੋ ਇਹ ਕਈ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਐਨਐਸਏ ਨਹੀਂ ਸੀ ਲੱਗਣਾ ਚਾਹੀਦਾ। ਸੋ ਅਗਰ ਕੋਈ ਸ਼ਖਸ ਦੇਸ਼ ਨੂੰ ਵੱਖਰਾ ਬਣਾਉਣ ਦੀ ਗੱਲ ਕਰਦਾ ਹੈ, ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ, ਅਗਰ ਉਸ ਦੇ ਖਿਲਾਫ ਨਹੀਂ ਐਨਐਸਏ ਲੱਗਣਾ ਤਾਂ ਫਿਰ ਕਿਸ ਦੇ ਖਿਲਾਫ ਲੱਗਣਾ ਚਾਹੀਦਾ ਹੈ? ਇਹ ਵੀ ਸਪਸ਼ਟ ਕਰ ਦੇਣ। ਤੇ ਤੀਸਰੀ ਗੱਲ ਗੌਰਵ ਜੀ, ਮੈਂ ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ ਕਿ ਬਿਕਰਮਜੀਤ ਸਿੰਘ ਮਜੀਠੀਆ, ਜਿਨ੍ਹਾਂ ਨੇ ਫੈਬਰੂਅਰੀ ਮਹੀਨੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਮੈਨੂੰ 10 ਮਿੰਟ ਦੇ ਦਿਓ, ਮੈਂ ਅੰਮ੍ਰਿਤਪਾਲ ਨੂੰ ਬੰਦਾ ਬਣਾ ਦਿਆਂਗਾ, ਨਾਲ ਹੀ ਉਹਨਾਂ ਕਿਹਾ ਸੀ ਕਿ ਦੇਸ਼ ਨੂੰ ਅਗਰ ਤੋੜਨ ਵਾਲਿਆਂ ਨੂੰ ਮੈਨੂੰ ਕੁਰਬਾਨੀ ਦੇਣੀ ਪਈ ਤਾਂ ਬਿਕਰਮ ਮਜੀਠੀਆ ਸਭ ਤੋਂ ਅੱਗੇ ਹੋਏਗਾ। ਤੇ ਮਾਰਚ ਸ਼ੁਰੂ ਵਿੱਚ ਹਰਸਿਮਰਤ ਕੌਰ ਬਾਦਲ ਨੇ 4 ਮਾਰਚ ਨੂੰ ਪਾਰਲੀਮੈਂਟ ਦੇ ਬਾਹਰ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਿੰਦੁਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਸਰਕਾਰ ਕੁਝ ਨਹੀਂ ਕਰ ਰਹੀ। ਠੀਕ ਹੈ, ਸਮਾਂ ਖਤਮ ਹੋ ਰਿਹਾ। ਅੱਜ ਇਹ ਉਲਟੇ ਪਾਸੇ ਹੋ ਗਏ ਨੇ। ਮੇਰਾ ਸਵਾਲ ਅਕਾਲੀ ਦਲ ਕੋ ਹੈ ਕਿ ਅਕਾਲੀ ਦਲ ਧਰਮ ਦੀਆਂ ਵੋਟਰਾਂ ਕੈਪਚਰ ਕਰ ਲਈ, ਧਰਮ ਵਾਲੀ ਜ਼ਮੀਨ ਦੁਬਾਰਾ ਤੋਂ ਪੰਜਾਬ ਵਿੱਚ ਬਣਾਉਣ ਲਈ ਦੋਹਰਾ ਮਾਪਦੰਡ ਕਰ ਰਹੀ ਹੈ। ਆਲਰਾਈਟ, ਤਾਨੀ ਸਾਹਿਬ ਤੋਂ ਆਨਸਰ ਦੇ ਪਹਿਲਾਂ ਇਹਨਾਂ ਦਾ ਬਿਆਨ ਹੋਰ ਸੀ, ਅੱਜ ਹੋਰ ਨੇ। ਸਰ ਸਮਾਂ ਖਤਮ ਹੋ ਰਿਹਾ, ਹੁਣ ਸਮਾਂ ਖਤਮ ਹੋ ਰਿਹਾ। ਤਾਨੀ ਸਾਹਿਬ ਕੁਇਕਲੀ 30 ਸੈਕਿੰਡਸ ਸਾਰੇ ਕੋਲ ਲੈਣਾ। ਅਸੀਂ ਤੁਹਾਡੇ ਕੋਲ ਡਿਬੇਟਾਂ ਦੇ ਵਿੱਚ ਬੈਠਦੇ ਰਹੇ ਆ ਜੀ। ਅਸੀਂ ਕਹਿੰਦੇ ਆ ਕਿ ਜੇ ਕਿਸੇ ਨੇ ਲਾਅ ਨੂੰ ਆਪਣੇ ਹੱਥ ਦੇ ਵਿੱਚ ਲਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈਗੀ ਆ। ਪਰ ਇਸ ਤਰ੍ਹਾਂ ਦੇ ਹਾਰਡ ਰੂਲ ਬਣਾ ਕੇ ਇੱਕ ਪਾਰਟਿਕੂਲਰਲੀ ਜਿਹੜਾ ਹੈਗਾ ਘੱਟ ਗਿਣਤੀ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਬਿਲਕੁਲ ਗਲਤ ਹੈ। ਘੱਟ ਗਿਣਤੀ ਐਂਡ ਪਾਰਟਿਕੂਲਰ ਪਰਸਨ ਦੋਵੇਂ ਅੱਡ-ਅੱਡ ਚੀਜ਼ਾਂ। ਦੂਜੀ ਗੱਲ, ਵਕੀਲ ਸਾਹਿਬ ਪੜ੍ਹੇ ਲਿਖੇ ਤਾਂ ਬਹੁਤ ਹੈਗੇ ਆ, ਇਹਨਾਂ ਨੂੰ ਕਹੋ ਜੀਬੀਐਸ ਸਿੱਧੂ ਦੀ ਕਿਤਾਬ ਪੜ੍ਹ ਲੈਣ ਇਹ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਹੈਗਾ 1984 ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਗਏ, ਸਾਰਾ ਕੁਝ ਤਾਂ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਸੀ। ਔਰ ਨੰਬਰ 2, ਜਿਹੜੀ ਪੁਲਿਸ ਗਾੜੀ ਚ ਕੀ ਕੀਤਾ, ਜਿਹੜਾ ਹੈਗਾ ਝੰਡੇ ਦੀ ਬਰਗਾੜੀ ਚ ਕੀ ਕੀਤਾ? ਢਿੱਲੋਂ ਸਾਹਿਬ ਇੱਕ ਮਿੰਟ, ਜਦੋਂ ਇਹ ਹਟ ਗਏ ਜੀ ਮੈਨੂੰ ਦੱਸਿਓ। ਨਹੀਂ ਉਹ ਹਟ ਗਏ ਨੇ, ਮੈਂ ਫਿਰ ਅੱਗੇ ਜਾਣਾ। ਜਦੋਂ ਦੇਖੋ, ਜਦੋਂ ਮਾਹੌਲ ਆਪਣਾ ਪੁਲਿਸ ਜਿਹੜੀ ਹੈਗੀ ਆ ਉਹ ਖਾਲਿਸਤਾਨ ਦੇ ਝੰਡੇ ਦੱਸ ਰਹੀ ਆ, ਕਿਸੇ ਚੀਜ਼ ਨੂੰ ਦੱਸਦੀ ਆ। ਉਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਾਰਾ 50 ਸਾਲ ਰਾਜ ਜਿਹੜਾ ਹੈਗਾ ਇਹ ਅਫਗਾਨਿਸਤਾਨ ਤੱਕ ਕਰਿਆ, ਉਸ ਦੇ ਝੰਡੇ ਦੇ ਉੱਤੇ, ਉਸ ਦੇ ਉਰਦੂ ਦੇ ਵਿੱਚ ਲਿਖੇ ਅਕਾਲ ਸਾਹਿਬ ਦੇ ਉੱਤੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਤੁਹਾਡੇ ਸਾਹਮਣੇ ਹੈ। ਉਹਦੇ ਪਿੱਛੇ ਕੀ ਸਿਰਜਣਾ ਸਿਰਜੀ ਜਾ ਰਹੀ ਹੈ, ਇਹ ਸੋਚਣ ਵਾਲੀ ਗੱਲ ਹੈ। ਲੱਦੜ ਸਾਹਿਬ ਤੋਂ ਆਨਸਰ। ਲੱਦੜ ਸਾਹਿਬ, ਫਿਰ ਇਹਦਾ ਪੈਮਾਨਾ ਕੀ ਹੋਏਗਾ? ਕੌਣ ਗਲਤ ਕਰ ਰਿਹਾ, ਕੌਣ ਸਹੀ ਕਰ ਰਿਹਾ? ਦੇਖੋ, ਆਪਣਾ ਵਾਰ-ਵਾਰ ਆਪਾਂ ਪਾਣੀ 'ਚ ਮਧਾਣੀ ਪਾਵਾਂਗੇ, ਮੱਖਣ ਨਹੀਂ ਨਿਕਲਣਾ। ਗੱਲ ਉਹੀ ਹੈ, ਜਿੰਨਾ ਮਰਜ਼ੀ ਦੇਖੋ। ਆਪਣੇ ਵੱਖ-ਵੱਖ ਜਿਹੜੇ ਬੁਲਾਰੇ ਆ, ਉਹ ਮੈਨੂੰ ਇਹ ਜਾਪਦਾ ਹੈਗਾ ਆ ਕਿ ਕਾਇਦੇ ਕਾਨੂੰਨ ਦੇ ਮੁਤਾਬਕ ਗੱਲ ਨਹੀਂ ਕਰ ਰਹੇ, ਆਪਣਾ ਏਜੰਡਾ ਲੈ ਕੇ ਬੈਠੇ ਆ। ਅੱਜ ਜੇ ਆਪਣਾ ਆਮ ਆਦਮੀ ਪਾਰਟੀ ਇੱਥੇ ਬੈਠੀ ਹੁੰਦੀ ਤਾਂ ਉਹ ਜਵਾਬ ਦੇ ਸਕਦੀ ਸਾਰਿਆਂ ਦਾ ਹੀ ਕਿ ਕੌਣ ਕੀ ਕਹਿ ਰਿਹਾ, ਕੌਣ ਸਵਾਲ ਕੀ ਕਰ ਰਿਹਾ ਹੈਗਾ। ਇਹ ਕੰਸਰਨ ਹੈ ਤੁਹਾਡਾ ਵੀ, ਮੇਰਾ ਵੀ, ਸਾਰੇ ਪੰਜਾਬੀਆਂ ਦਾ ਕੰਸਰਨ ਹੈ ਕਿ ਪਪਲਪ੍ਰੀਤ ਨੂੰ ਫੜਿਆ ਤਾਂ ਮੈਂ ਐਪਰੀਸ਼ੀਏਟ ਕਰਦਾ ਹੈਗਾ ਪੰਜਾਬ ਪੁਲਿਸ ਨੂੰ। ਉਹ ਕਿਹਨਾਂ ਹਾਲਾਤਾਂ ਦੇ ਵਿੱਚ ਲੇਟ ਫੜਿਆ, ਕਿਉਂ ਫੜਿਆ, ਪਹਿਲੇ ਹੀ ਉਹਨਾਂ ਦੇ ਕੋਲ ਸੀ, ਇਹ ਵੱਖਰੀ ਗੱਲ ਹੈ। ਤੇ ਦੂਜੀ ਗੱਲ ਹੈਗੀ ਆ ਕਿ ਜਿਹੜਾ ਆਪਣਾ ਅੰਮ੍ਰਿਤਪਾਲ ਹੈ ਉਹ ਵੀ ਫੜਿਆ ਜਾਣਾ ਚਾਹੀਦਾ ਹੈਗਾ ਆ। ਜੇ ਉਹ ਇਨੋਸੈਂਟ ਹੈ, ਸਮਾਂ ਖਤਮ ਹੋ ਗਿਆ ਮੇਰੇ ਕੋਲ। ਟਰੂ, ਅਦਾਲਤਾਂ ਬੈਠੀਆਂ ਆ, ਉਹ ਅਦਾਲਤਾਂ ਬੈਠੀਆਂ। ਸਰ ਸਵਾਲ ਤਾਂ ਇਹੀ ਹੈ, ਸਰ ਸਵਾਲ ਇਹੀ ਹੈ, ਤੇ ਸਵਾਲ ਪੰਜਾਬ ਦਾ ਹੀ ਸੀਗਾ। ਪਤਾ ਨਹੀਂ ਲੱਗਾ ਐਕਚੁਅਲੀ ਆਲਰੇਡੀ ਇਹਨਾਂ ਦੀ ਗ੍ਰਿਫਤ ਵਿੱਚ ਸੀ। ਔਰ ਇੱਥੋਂ ਤੱਕ ਵੀ ਮਾੜਾ ਮੋਟਾ ਕਿਤੇ ਪਤਾ ਲੱਗਾ ਵੀ NIA ਦੇ ਕੋਲ ਦਿੱਲੀ ਦੇ ਵਿੱਚ ਸਨ।
ਉਹ ਜਿਹੜੀਆਂ ਪਿਕਚਰਸ ਵਿਖਾਈਆਂ ਜਾਂਦੀਆਂ ਰਹੀਆਂ ਕਿਸੇ ਵਿੱਚ ਵੀ ਇਹਨਾਂ ਦਾ ਕੋਈ ਕਲੀਅਰ ਚਿਹਰਾ ਨਹੀਂ ਵਿਖਾਇਆ ਜਾਂਦਾ ਰਿਹਾ। ਜੇ ਅਸੀਂ ਕਿਤੇ ਅਰੈਸਟ ਕਰਦੇ ਆ, ਮੰਨ ਲਓ ਅੱਜ ਜੇ ਕੱਥੂ ਨੰਗਲ ਤੋਂ ਅਰੈਸਟ ਕੀਤਾ ਆ ਤੇ ਬਾਕੀ ਸਾਰਾ ਕੁਝ ਤਾਂ ਅਸੀਂ ਵਿਖਾ ਦਿੰਦੇ ਆ, ਕੋਈ ਸੀਸੀਟੀਵੀ ਕੈਮਰੇ ਜਾਂ ਕੋਈ ਫੜਨ ਲੱਗੀਆਂ ਵੀਡੀਓ ਬਣਾ ਦਿਓ ਉਹਨਾਂ ਦੇ, ਉਹ ਦੌੜ ਗਿਆ ਮਗਰ ਪੁਲਿਸ ਲੱਗੀ ਆ ਉਹਨੂੰ ਫੜਨ ਦੀ, ਹੁਣ ਫੜ ਲਿਆ ਜੀ, ਮਤਲਬ ਸਿਰਫ ਇੱਕ ਦੱਸ ਹੀ ਦਿੱਤਾ ਜਾਂਦਾ, ਉਹਨੂੰ ਪ੍ਰੈਜ਼ੈਂਟ ਕੀਤਾ, ਥੋੜੇ ਦਿਨਾਂ ਬਾਅਦ ਅਮਰਿਤਪਾਲ ਸਿੰਘ ਨੂੰ ਹੀ ਕਰ ਦੇਣਗੇ। ਓਕੇ ਢਿੱਲੋਂ ਸਾਹਿਬ ਪੰਜਾਬ ਦੇ ਲੋਕਾਂ ਨੂੰ ਆਪਾਂ ਥੋੜਾ ਸਮਝਾਉਣਾ ਹੈ ਕਿ ਆਪਾਂ ਨੂੰ ਪਹਿਲੀ ਨਜ਼ਰੇ ਕੀ ਸਮਝ ਪੈ ਰਿਹਾ ਹੈ ਜਦੋਂ ਇਹ ਪੂਰੀ ਕਹਾਣੀ ਜਿਹੜੀ ਹੈਗੀ ਹੈ ਅਨਫੋਲਡ ਹੋ ਰਹੀ ਯਾਨੀ ਖੁੱਲ ਰਹੀ ਹੈ ਪਰਤਾਂ, ਤੇ ਅੱਜ ਜਿਹੜੀ ਤਸਵੀਰ ਸਾਹਮਣੇ ਆਂਦੀ ਹੈ ਉਹ ਪਪਲਪ੍ਰੀਤ ਦੀ ਆਂਦੀ ਹੈ। ਇਹ ਦੋ ਜਣੇ ਸੀਗੇ ਜਿਹੜੇ ਵਾਂਟਡ ਸੀਗੇ, ਭੱਜੇ ਹੋਏ ਸੀਗੇ, ਐਨਐਸਏ ਹੁਣ ਇਹਦੇ ਉੱਪਰ ਲੱਗ ਗਿਆ, 6 ਕੇਸ ਹੋਰ ਜਿਹੜੇ ਇਸ ਦੇ ਉੱਪਰ ਦਰਜ ਹੈਗੇ ਹੈ। ਨਾਓ ਹੀ ਇਜ਼ ਅਰੈਸਟਡ, ਐਨਐਸਏ ਲੱਗਿਆ ਹੋਇਆ ਹੈ, ਨੈਸ਼ਨਲ ਸਿਕਿਉਰਿਟੀ ਐਕਟ ਮੁਲਕ ਦੀ ਸਭ ਤੋਂ ਵੱਡੀ ਧਾਰਾ ਹੈਗੀ ਹੈ, ਉਹ ਇਸ ਦੇ ਉੱਪਰ ਲੱਗ ਗਈ ਤੇ ਸੰਧੂ ਸਾਹਿਬ ਕਹਿ ਰਹੇ ਹੈ ਕਿ ਇਹ ਪੁਲਿਸ ਕੋਲ ਹੀ ਸੀਗੇ। ਤੇ ਸਰ ਫਿਰ ਹੁਣ ਸਮਝੀਏ ਕਿ ਇਹ ਪੁਲਿਸ ਕੋਲ ਸੀਗੇ ਤਾਂ ਫਿਰ ਉਹ ਵੀ ਨਾਲ ਹੀ ਹੈ, ਫਿਰ ਇੱਕ ਦੋ ਦਿਨ ਤੇ ਉਹ ਵੀ ਆ ਜਾਏਗਾ। ਗੌਰਵ ਜੀ, ਸਭ ਤੋਂ ਪਹਿਲਾਂ ਸਵਾਲ ਇਹ ਉੱਠਦੇ ਨੇ ਕਿ ਜੋ ਪਪਲਪ੍ਰੀਤ ਹੈ, ਜੋ ਦਾ ਸੋਸ਼ਲ ਮੀਡੀਆ ਦਾ ਸਾਰਾ ਕੰਮ ਸੰਭਾਲਦਾ ਸੀ, ਪਹਿਲਾਂ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਉਹ ਹਰਿਆਣੇ ਚਲਾ ਗਿਆ, ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਅਤੇ ਉੱਤਰਾਖੰਡ ਤੋਂ ਬਿਹਾਰ ਤੋਂ ਹੁੰਦੇ ਹੋਏ ਉਹ ਨੇਪਾਲ ਦਾ ਬਾਰਡਰ ਟੱਪ ਗਿਆ ਹੈ, ਜਾਂ ਇਹ ਸ਼ੰਕਾ ਜਤਾਇਆ ਗਿਆ ਕਿ ਸ਼ਾਇਦ ਉਹ ਨੇਪਾਲ ਚਲਾ ਗਿਆ ਹੈ। ਬਟ ਕੁਝ ਦਿਨ ਬਾਅਦ ਕਿਸ ਤਰ੍ਹਾਂ ਫਿਲਮੀ ਰੂਪਾਂਤਰ ਦੇ ਵਿੱਚ ਜਿਸ ਤਰ੍ਹਾਂ 90s ਦੀਆਂ ਮੂਵੀਜ਼ ਚੱਲਦੀਆਂ ਸਨ, ਫਿਰ ਇਹ ਖਬਰ ਆਉਂਦੀ ਹੈ ਕਿ ਭਾਈ ਉਹ ਅਗਰ ਇੰਨੀਆਂ ਮੁਸ਼ਕਿਲਾਂ ਤੋਂ ਬਾਅਦ ਭੇਸ ਬਦਲ ਕੇ ਪੰਜਾਬ ਤੋਂ ਬਾਹਰ ਗਿਆ ਸੀ ਤਾਂ ਫਿਰ ਕੀ ਲੋੜ ਪੈ ਗਈ ਕਿ ਉਹ ਫਿਰ ਪੰਜਾਬ ਆ ਗਏ, ਉਹ ਵੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਹਾਈ ਸਿਕਿਉਰਿਟੀ ਜ਼ੋਨ ਹੈ ਇਸ ਸਮੇਂ, ਉੱਥੇ ਆ ਗਏ। ਚਲੋ ਅਸੀਂ ਪੰਜਾਬ ਪੁਲਿਸ ਸਾਡੀ ਬਹੁਤ ਹੀ ਸਨਮਾਨਯੋਗ ਫੋਰਸ ਹੈ, ਬਹੁਤ ਵਧੀਆ ਕੰਮ ਕਰਦੀ ਹੈ, ਬਟ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਇੱਥੇ ਢਿੱਲ ਰੱਖੀ, ਜਿਹਦੇ ਕਰਕੇ ਬਹੁਤ ਗਲਤੀਆਂ ਹੋਈਆਂ। ਇੱਥੋਂ ਤੱਕ ਕਿ ਮਾਣਯੋਗ ਹਾਈ ਕੋਰਟ ਨੇ ਵੀ ਕਿਹਾ ਕਿ 80,000 ਪੁਲਿਸ ਮੁਲਾਜ਼ਮ ਕੀ ਕਰ ਰਹੇ ਸਨ ਉਸ ਦਿਨ ਜਦੋਂ ਸਾਰਾ ਇੰਟਰਨੈਟ ਬੰਦ ਕਰ ਦਿੱਤਾ ਗਿਆ। ਸਮੁੱਚੇ ਪੰਜਾਬ ਨੂੰ ਇੰਟਰਨੈਸ਼ਨਲ ਲੈਵਲ ਤੇ ਇੰਨੀ ਨਾਮੋਸ਼ੀ ਚੱਲਣੀ ਪਈ ਕਿ ਇੱਕ ਸ਼ਖਸ ਨੂੰ ਪੜਨ ਲਈ ਇੰਨਾ ਕੁਝ ਕਰਨਾ ਹੋਇਆ, ਬਟ ਉਹ ਸ਼ਖਸ ਗਿਰਫਤ ਤੋਂ ਬਾਹਰ ਹੋ ਗਿਆ। ਅਤੇ ਹੋਰ ਵੀ ਬੜੇ ਸਵਾਲ ਉੱਠਦੇ, ਜਿਹੜਾ ਅਸੀਂ ਸਮਝਦੇ ਸੀ ਕਿ ਅੱਜ ਡੀਜੀਪੀ ਸਾਹਿਬ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਸੀ ਕਿ ਉਹ ਆਦਮੀ ਕਿੱਥੇ ਠਹਿਰਿਆ ਹੋਇਆ ਸੀ, ਪਪਲਪ੍ਰੀਤ ਨੂੰ ਕਿਸਨੇ ਠਾਰ ਦਿੱਤੀ ਸੀ, ਉਹ ਇੰਨੇ ਦਿਨ ਤੋਂ ਇੱਥੇ ਕਿਵੇਂ ਪਹੁੰਚਿਆ, ਕਿ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਸ ਤਰ੍ਹਾਂ ਪੁਲਿਸ ਉੱਥੋਂ ਤੱਕ ਪਹੁੰਚੀ, ਕੌਣ ਸੀ ਇਹਨਾਂ ਦਾ ਸੋਰਸ ਆਫ ਇਨਫੋਰਮੇਸ਼ਨ, ਕਿ ਕਦੋਂ ਇਹਨਾਂ ਨੂੰ ਮਿਲੀ ਤੇ ਕਿਵੇਂ ਪੁਲਿਸ ਨੇ ਗ੍ਰਿਫਤਾਰ ਕੀਤਾ। ਤੋਂ ਹਾਲੇ ਵੀ ਇੱਕ ਅਹਿਮ ਸਵਾਲ, ਅੱਜ ਤੁਸੀਂ ਗੌਰਵ ਜੀ ਦੇਖ ਲਓ, ਜਦੋਂ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਤਾਂ ਸਾਈਬਰ ਸੈੱਲ ਚਾਹੇ ਤਾਂ 2 ਮਿੰਟ ਦੇ ਵਿੱਚ ਕਿਸੇ ਨੂੰ ਵੀ ਟਰੈਕ ਕਰ ਸਕਦਾ ਹੈ, ਬਟ ਅੰਮ੍ਰਿਤਪਾਲ ਸਿੰਘ ਦੀਆਂ 2 ਵੀਡੀਓਸ ਆਈਆਂ ਨੇ, ਹਾਲੇ ਤੱਕ ਪੁਲਿਸ ਵੱਲੋਂ ਇੱਕ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਉਹ ਵੀਡੀਓ ਕਿੱਥੋਂ ਅਪਲੋਡ ਹੋਈ ਸੀ, ਸਭ ਤੋਂ ਪਹਿਲਾਂ ਕਿਸ ਨੂੰ ਮਿਲੀ ਸੀ, ਕਿਉਂਕਿ ਫੋਨ ਟਰੈਕ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ, ਕਿ ਉਹ ਲੋਕੇਸ਼ਨ ਟਰੈਕ ਕਰਨੀ ਕੋਈ ਵੱਡੀ ਗੱਲ ਨਹੀਂ ਹੁੰਦੀ, ਬਟ ਇਹ ਸਾਰੇ ਅਣਸੁਲਝੇ ਸਵਾਲ ਨੇ। ਤੇ ਸਭ ਤੋਂ ਹੈਰਾਨਗੀ ਦਾ ਸਵਾਲ ਤਾਂ ਤੁਹਾਡੇ ਟੀਵੀ ਚੈਨਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਵਕਤਾ ਨੇ ਉਠਾ ਦਿੱਤਾ। ਉਹ ਕਹਿੰਦੇ ਕਿ ਪਹਿਲਾਂ ਹੀ ਗਿਰਫਤ ਨੇ, ਜਦਕਿ ਇਹਨਾਂ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ, ਇਹਨਾਂ ਦੀ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦਾ ਬਿਆਨ ਸੀ ਕਿ ਸਿੰਘਾਂ ਨੂੰ ਜਦੋਂ ਲੋੜ ਪੈਂਦੀ ਹੈ ਤੇ ਸਿੰਘਾਂ ਨੂੰ ਕਈ ਵਾਰ ਅੱਗੇ ਪਿੱਛੇ ਵੀ ਨੱਠਣਾ ਪੈਂਦਾ ਹੈ, ਤੇ ਉਹ ਨਾਲ ਅੰਮ੍ਰਿਤਪਾਲ ਨੂੰ ਸਲਾਹ ਦੇ ਰਹੇ ਸਨ ਕਿ ਉਹ ਪਾਕਿਸਤਾਨ ਚਲਾ ਜਾਏ। ਸੋ ਸਿਮਰਨਜੀਤ ਸਿੰਘ ਮਾਨ ਕੁਛ ਕਹਿੰਦੇ ਨੇ ਤੇ ਇਹਨਾਂ ਦੇ ਪ੍ਰਵਕਤਾ ਟੀਵੀ ਤੇ ਬੈਠ ਕੇ ਕਹਿੰਦੇ ਨੇ ਕਿ ਉਹ ਤਿੰਨ ਦੇ ਹੀ ਗ੍ਰਿਫਤਾਰ ਨੇ। ਸੋ ਮੈਂ ਸਮਝਦਾ ਕਿ ਪਾਰਟੀ ਦੋਹਰਾ ਮਾਪਦੰਡ ਲੈ ਕੇ ਚੱਲਦੀ ਹੈ, ਸਮੇਂ ਦੇ ਹਿਸਾਬ ਨਾਲ ਬਦਲ ਲੈਂਦੀ ਹੈ। ਕਾਂਗਰਸ ਦੀ ਪਹਿਲੇ ਦਿਨ ਤੋਂ ਹੀ ਪਿਛਲੇ ਸਾਲ ਅਕਤੂਬਰ ਤੋਂ ਹੀ ਮੰਗ ਸੀ, ਜਦੋਂ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਹੋਣਾ ਚਿੱਠੀ ਲਿਖੀ ਸੀ ਕਿ ਭਾਈ ਜੋ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ। ਠੀਕ ਹੈ। ਸੋ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ, ਤੁਹਾਡੇ ਟੀਵੀ ਤੇ ਵੀ ਉਹ ਜਵਾਬ ਦੇਣ ਨਹੀਂ ਪਹੁੰਚਦੇ। ਅਤੇ ਸਭ ਤੋਂ ਅਹਿਮ ਸਵਾਲ ਕਿ ਅਗਰ ਪਾਰਟੀ ਇਹਨਾਂ ਨੂੰ ਪਤਾ ਸੀ ਕਿ ਆਈਐਸਆਈ ਦੇ ਨਾਲ ਸੰਬੰਧ ਸੀ ਤਾਂ ਫਿਰ 18 ਤਰੀਕ ਤੱਕ ਅਜਨਾਲਾ ਕਾਂਡ ਤੋਂ ਬਾਅਦ ਜਦ ਅੰਮ੍ਰਿਤਪਾਲ ਸ਼ਾਂਤ ਕਦੀ ਘਰੇ ਬੈਠਾ ਸੀ ਜਾਂ ਨਾਰਮਲੀ ਜਾਂਦਾ ਸੀ, ਉਦੋਂ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਕਿਉਂ ਇੱਕ ਫਿਲਮੀ ਰੂਪਾਂਤਰ ਤੇ ਸੜਕ ਤੇ ਲਿਆ ਕੇ ਇਹ ਡਰਾਮਾ ਰਚਿਆ ਗਿਆ? ਇਹਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਨਮੋਸ਼ੀ ਚੱਲੀ ਹੈ, ਇਹ ਗੱਲ ਬੜੀ ਵੱਡੀ ਹੈ, ਕਿਉਂਕਿ ਸਵਾਲ ਬੜਾ ਵੱਡਾ ਹੈਗਾ ਹੈ। ਢਿੱਲੋਂ ਸਾਹਿਬ ਸਵਾਲ ਇਹ ਹੈ, ਦੇਖੋ ਅਸੀਂ ਹਰ ਦਿਨ ਆਮ ਆਦਮੀ ਪਾਰਟੀ ਨੂੰ ਸੱਦਦੇ ਹਾਂ, ਸੱਦਾ ਦਿੰਨੇ ਆ, ਆਣਾ ਨਾ ਆਣਾ ਉਹਨਾਂ ਦੀ ਮਰਜ਼ੀ ਹੈ, ਆਂਦੇ ਨਹੀਂ, ਖਾਲੀ ਕੁਰਸੀ ਅਸੀਂ ਕਈ ਵਾਰ ਦਿਖਾਈ ਹੈ, ਮੁੜ ਤੋਂ ਦੇਖੋ, ਮੁੜ ਤੋਂ ਦਿਖਾ ਦਾਂਗਾ, ਉਹ ਵਿੰਡੋਜ਼ ਹੋਰ ਸਾਰੀਆਂ ਖਰਾਬ ਹੋਣੀਆਂ, ਤੁਹਾਨੂੰ ਵੀ ਸਾਡਾ ਸਮਾਂ ਸਾਰਾ ਖਰਾਬ ਹੁੰਦਾ, ਪਰ ਇਹ ਆਪ ਹੀ ਉਹਨਾਂ ਨੂੰ ਸਮਝਣਾ ਚਾਹੀਦਾ। ਅਸੀਂ ਉਹਨਾਂ ਨੂੰ ਸੱਦਾ ਦਿੱਤਾ ਸੀਗਾ। ਐਸਾ ਲੱਦੜ ਸਾਹਿਬ ਜੁੜ ਗਏ ਨੇ ਭਾਜਨ ਦਾ ਪਾਰਟੀ ਤੋਂ। ਲੱਦੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
ਧਾਰਨੀ ਸਾਹਿਬ ਹੁਣ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਕਿ ਇਹ ਫਿਲਮੀ ਰੂਪਾਂਤਰਣ ਲੱਗ ਰਿਹਾ ਹੈ, ਇਹ ਇੱਕ ਸਕ੍ਰਿਪਟਡ ਲੱਗ ਰਿਹਾ ਹੈ, ਜਿਵੇਂ ਇੱਕ ਫਿਲਮ ਦੀ ਸਕ੍ਰਿਪਟ ਜੀ ਹੁੰਦੀ ਹੈ। ਥੋੜਾ ਜਿਹਾ ਸਮਝਣਾ ਹੈ, ਅਗਰ ਜਿਵੇਂ ਸੰਧੂ ਸਾਹਿਬ ਨੇ ਕਿਹਾ ਤਾਂ ਫੜਿਆ ਹੋਇਆ ਸੀਗਾ, ਜੇ ਇਹ ਫੜੇ ਹੋਏ ਸੀਗੇ ਦੋਨੋਂ, ਵੀਡੀਓ ਵੀ ਆ ਗਈਆਂ, ਉਸ ਤੋਂ ਬਾਅਦ ਇਹ ਪਟਿਆਲੇ ਤਸਵੀਰਾਂ ਵੀ ਹੈਗੀਆਂ, ਫਿਰ ਕਹਿੰਦੇ ਦਿੱਲੀ 'ਚ ਘੁੰਮਦਾ ਪਾਇਆ ਗਿਆ, ਫਿਰ ਇਹ ਕਿਸੇ ਹਾਈਵੇ ਦੇ ਉੱਪਰ ਸਾਈਡ ਤੇ ਬੈਠ ਕੇ ਇਹ એનર્ਜੀ ਡਰਿੰਕ ਵੀ ਦੋਨੋਂ ਹੀ ਪੀਂਦੇ ਪਏ ਸੀਗੇ, ਸ਼ਾਹਬਾਦ ਦੇ ਵਿੱਚ ਛਤਰੀ ਲੈ ਕੇ ਤੇ ਪਟਿਆਲੇ ਛਤਰੀ ਲੈ ਕੇ ਵੀ ਘੁੰਮੀ ਫਿਰ ਜਾਂਦੇ ਸੀਗੇ। ਸਰ ਇਹ ਪਿਕਨਿਕ ਬਣਾ ਰਹੇ ਸੀਗੇ ਜਾਂ NIA ਲੈ ਕੇ ਇਹਨਾਂ ਨੂੰ ਜਿਹੜਾ ਘੁੰਮ ਫਿਰ ਰਹੀ ਸੀਗੀ? ਕਿਉਂਕਿ ਸਰ ਪੰਜਾਬ ਦੇ ਲੋਕਾਂ ਦੇ ਮੋਹਰੇ ਆਪਾਂ ਤਸਵੀਰ ਸਪਸ਼ਟ ਕਰਨੀ ਹੈ। ਲੱਦਰ ਸਾਹਿਬ ਤੋਂ ਵੀ ਪੁੱਛ ਲਾਂਗੇ ਕਿਉਂਕਿ ਏਜੰਸੀਆਂ ਇਹਨਾਂ ਦੇ ਸਰਕਾਰ ਦੇ ਅਧੀਨ ਹੀ ਆਉਂਦੀਆਂ, ਬਾਕੀ ਕਲੀਅਰ ਕਰ ਦੇਣਗੇ ਕਿਉਂਕਿ ਤੁਸੀਂ ਸੀਨੀਅਰ ਲਾਇਰ ਹੈਗੇ, ਥੋੜਾ ਜਿਹਾ ਆਪਾਂ ਚਾਨਣ ਪਾਈਏ, ਸਮਝੀਏ। ਗੌਰਵ ਜੀ, ਜਿੱਥੋਂ ਤੱਕ ਹਰ ਇਨਸਾਨ ਜਿਹੜਾ ਹੈਗਾ ਪੰਜਾਬ ਦਾ ਜਿੰਨਾ ਆਵਾਮ ਹੈਗਾ, ਉਹ ਇਹ ਸਮਝਦਾ ਹੈਗਾ ਕਿ ਇੱਕ ਨੈਰੇਟਿਵ ਜਿਹੜਾ ਹੈਗਾ ਕ੍ਰੀਏਟ ਕਰਿਆ ਜਾ ਰਿਹਾ ਹੈਗਾ, ਚਾਹੇ ਉਹ ਸਰਕਾਰ ਵੱਲੋਂ ਹੈ, ਚਾਹੇ ਉਹ ਏਜੰਸੀਆਂ ਵੱਲੋਂ ਹੈਗਾ, ਚਾਹੇ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਆਪਣਾ ਜਿਹੜਾ ਪੁਲਿਸ ਫੋਰਸਸ ਹੈਗੀਆਂ ਇਹਨਾਂ ਵੱਲੋਂ ਹੈਗਾ। ਮੈਂ ਇੱਕੋ ਗੱਲ ਕਰਨੀ ਚਾਹੂੰਗਾ ਕਿ ਪਿਛਲੇ 18 ਤਰੀਕ ਤੋਂ ਲੈ ਕੇ ਅੱਜ ਤੱਕ ਤਕਰੀਬਨ ਮੇਰਾ ਖਿਆਲ ਆ ਬਈ ਮਹੀਨੇ ਦੇ ਕਰੀਬ ਹੋਣ ਵਾਲਾ 8 ਦਿਨ ਘੱਟ ਰਹਿੰਦੇ ਹੈਗੇ ਆ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਪੁਲਿਸ ਇੱਕ ਬੰਦੇ ਨੂੰ ਪੰਜਾਬ ਚੋਂ ਹੀ ਫੜਦੀ ਹੈਗੀ ਆ, ਔਰ ਪੰਜਾਬ ਚੋਂ ਜਦੋਂ ਫੜਦੀ ਹੈ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ 2.5 ਮਿੰਟ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈਗੀ ਆ ਪੰਜਾਬ ਪੁਲਿਸ ਵੱਲੋਂ। ਉਹ ਕਿਵੇਂ ਫੜਿਆ ਗਿਆ? ਜਦੋਂ ਤਾਂ ਇਹਨਾਂ ਨੇ ਇੱਕ ਐਨਕਾਊਂਟਰ ਕਰਨਾ ਹੁੰਦਾ ਉਦੋਂ ਤਾਂ ਐਨਕਾਊਂਟਰ ਨੂੰ ਲਾਈਵ ਦਿਖਾਉਂਦੇ ਆ ਕਿ ਜੀ ਉਹ ਦੇਖੋ ਐਨਕਾਊਂਟਰ ਦੇ ਵਿੱਚ ਉਹ ਗੋਲੀ ਚੱਲ ਰਹੀ, ਉਧਰੋਂ ਚੱਲ ਰਹੀ। ਅੱਜ ਇੱਕ ਐਡਾ ਵੱਡਾ ਇੰਨਾ ਸੈਂਸਿਟਿਵ ਮੈਟਰ ਹੈ ਜਿਹੜਾ ਉਹ ਚੁੱਪ ਕੀਤੇ ਫੜ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਕਰ ਦਿੱਤਾ ਗਿਆ। ਸਵਾਲ ਇੱਕ ਹੋਰ ਹੈਗਾ ਕਿ 18 ਮਾਰਚ ਤੋਂ ਪਹਿਲਾਂ ਇਸ ਪਿਪਲਪ੍ਰੀਤ ਦੀ ਕਿਆ ਕੋਈ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਟੇਟ ਕੋਲ, ਜਿਹੜੀਆਂ ਨੈਸ਼ਨਲ ਏਜੰਸੀਜ਼ ਹੈਗੀਆਂ ਉਹਨਾਂ ਕੋਲ ਜਾਂ ਪੰਜਾਬ ਦੀ ਪੁਲਿਸ ਕੋਲ ਕੋਈ ਨਹੀਂ ਸੀ ਕਿ ਉਹਨਾਂ ਨੇ ਅੱਜ ਤੱਕ ਜਿਹੜਾ ਹੈਗਾ ਇਹਦੇ ਬਾਰੇ ਚ ਕਦੇ ਜਿਹੜਾ ਲੋਕਾਂ ਦੇ ਸਾਹਮਣੇ ਜਾਂ ਪੁਲਿਸ ਨੇ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਔਰ 18 ਤਰੀਕ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਜਿਹਦੇ ਨਾਲ ਇਹ ਦਿਖਾ ਦਿੱਤਾ ਜਾਂਦਾ ਹੈ। ਔਰ ਤੁਸੀਂ ਦੇਖੋ ਕਿ ਸਾਡਾ ਸਵਾਲ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਖਾਸ ਤੌਰ ਤੇ ਅੱਜ ਜਿਹੜਾ ਹੈਗਾ ਜਥੇਦਾਰ ਸਾਹਿਬ ਨੇ ਜਿਹੜਾ ਇਹਦਾ ਨੋਟ ਲਿਆ ਹੈਗਾ ਦਮਦਮਾ ਸਾਹਿਬ ਦੇ ਵਿੱਚ, ਇੱਥੇ ਜਿਹੜਾ ਹੈਗਾ ਤੁਹਾਡੇ ਪੱਤਰਕਾਰਾਂ ਦੇ ਨਾਲ ਜੋ ਹੁੰਦਾ ਹੈਗਾ, ਉਸ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕੀਤੀ ਹੈਗੀ ਆ। ਹੁਣ ਤੁਸੀਂ ਇਹ ਦੇਖੋ ਕਿ ਖਾਸ ਤੌਰ ਤੇ ਸਿੱਖਾਂ ਦੇ ਉੱਤੇ NSA ਵਰਗੇ ਜਿਹੜੇ ਹੈਗੇ ਆ, NSA ਕਦੋਂ ਲਾਈ ਜਾਂਦੀ ਹੈਗੀ ਆ? ਉਹਦਾ ਕ੍ਰਿਮੀਨਲ ਰਿਕਾਰਡ ਕੀ ਹੈਗਾ? ਇਸ ਤੋਂ ਪਹਿਲਾਂ ਉਹਦੇ ਖਿਲਾਫ ਕਿੰਨੇ ਪਰਚੇ ਹੈਗੇ ਆ? ਇਹ ਸਾਰਾ ਕੁਝ ਦੱਸਣ ਤਾਂ ਸਹੀ ਨਾ, ਪਰ ਦੂਸਰੇ ਪਾਸੇ ਦੇਖੋ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਹੁਕਮ ਹੈਗਾ ਉਸ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਵਕੀਲਾਂ ਦੀ ਟੀਮ ਮੈਂ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕਿਆ, ਅੱਜ ਅਸਾਮ ਦੇ ਵਿੱਚ ਪਹੁੰਚੀ ਵੀ ਹੈਗੀ ਆ। ਜਦੋਂ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦਾ ਧੱਕਾ ਹੋਊਗਾ ਤਾਂ ਅਸੀਂ ਆਵਾਜ਼ ਬਿਲਕੁਲ ਉਠਾਵਾਂਗੇ, ਆਪਣੇ ਵੱਲੋਂ ਜਿਹੜਾ ਹੈਗਾ ਹੋਕਾ ਜ਼ਰੂਰ ਦੇਵਾਂਗੇ। ਬਾਕੀ ਇਹ ਹੈ ਜੀ ਡਾਡੇ ਦੇ ਹੱਥ ਜ਼ੋਰ ਵਾਲੀ ਗੱਲ ਹੈਗੀ ਆ ਵੀ ਲੱਦਰ ਸਾਹਿਬ ਦੇਖੇ। ਠੀਕ ਹੈ ਸਰ, ਮੈਂ ਪੁਆਇੰਟ ਲੈ ਕੇ ਆ ਰਿਹਾ ਸਰ, ਜਿਹੜੀਆਂ ਅੱਜ ਕਰ ਰਹੀਆਂ। ਰਾਈਟ ਸਰ। ਲੱਦਰ ਸਾਹਿਬ ਦੇਖੋ ਨਾਲ ਅਸੀਂ ਖਾਲੀ ਕੁਰਸੀ ਵੀ ਦਿਖਾਤੀ, ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਕਿ ਖਾਲੀ ਕੁਰਸੀ ਅਸੀਂ ਦਿਖਾ ਸਕਦੇ ਜਦੋਂ ਆਂਦੇ ਨਹੀਂ ਤਾਂ ਅਸੀਂ ਬੈਠਣ ਨੂੰ ਤਾਂ ਕੁਰਸੀ ਦਿੱਤੀ ਹੋਈ ਹੈ, ਬਹਿਣਾ ਨਾ ਬਹਿਣਾ ਉਹਨਾਂ ਦੇ ਉੱਪਰ ਹੈ। ਲੱਦਰ ਸਾਹਿਬ ਕਹਿੰਦੇ ਹੈ ਜਿਵੇਂ ਹੁਣੇ ਬਾਕੀ ਪੈਨਲਿਸਟ ਨੇ ਕਿਹਾ, ਧਾਰਨੀ ਸਾਹਿਬ ਨੇ, ਉਹਨਾਂ ਨੇ ਕਹਿੰਦੇ ਭਾਵੇਂ ਏਜੰਸੀਆਂ ਹੈ ਭਾਵੇਂ ਸਰਕਾਰ ਹੈ, ਹੁਕੂਮਤ ਤੁਹਾਡੀ ਕੇਂਦਰ ਚ ਹੈ ਤੇ ਏਜੰਸੀਆਂ ਤੁਹਾਡੀਆਂ, ਪੈਰਾਮਿਲਟਰੀ ਫੋਰਸਿਸ ਤੁਹਾਡੀਆਂ, ਕਹਿੰਦੇ ਨੈਰੇਟਿਵ ਜਿਹੜਾ ਹੈ ਉਹ ਇੱਕ ਵੱਖਰਾ ਜਿਹੜਾ ਸਰਜਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ 'ਚ ਸਿੱਖਾਂ ਨੂੰ ਬਦਨਾਮ ਕਰਨ ਦੀ। ਪਰ ਵੱਡਾ ਸਵਾਲ ਇਹ ਹੈ ਕਿੱਥੇ ਹੈ ਅੰਮ੍ਰਿਤਪਾਲ? ਰਾਜਦਾਰ ਜਿਹੜਾ ਹੁੰਦਾ ਹਮਰਾਜ ਹੈ ਉਹ ਤਾਂ ਫੜ ਗਿਆ, ਆ ਗਿਆ ਅੱਜ ਗ੍ਰਿਫਤ ਦੇ ਵਿੱਚ। ਸਰ ਜੇਲ੍ਹ ਕੋ ਕੇ ਬਿਠਾਇਆ ਤੇ ਦੱਸ ਦਿਓ ਸਰ ਪੰਜਾਬ ਦੇ ਲੋਕਾਂ ਨੂੰ। ਆਪਣਾ ਵਾਲੀਆ ਜੀ, ਆਪਣਾ ਜਿਵੇਂ ਸਾਰੇ ਪੈਨਲਿਸਟ ਬੜੇ ਸਿਆਣੇ ਹੈਗੇ ਆ, ਬਹੁਤ ਸਮਝਦਾਰ ਹੋ, ਜਿਹੜਾ ਲਾ ਐਂਡ ਆਰਡਰ ਹੈਗਾ ਇਹ ਸਟੇਟ ਸਬਜੈਕਟ ਹੈ ਜੀ। ਤੁਹਾਨੂੰ ਪਤਾ ਹੋਣਾ ਆ ਕਿ 18 ਮਾਰਚ ਤੋਂ ਪਹਿਲਾਂ ਆਪਣਾ ਕੁਝ ਦਿਨ ਪਹਿਲਾਂ ਆਪਣਾ ਜਦੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੀ ਹੋਇਆ, ਉਸ ਤੋਂ ਪਹਿਲਾਂ ਹਫਤਾ 10 ਆਪਣੇ ਸਾਡੇ ਸਟੇਟ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਸਾਡੇ ਗ੍ਰਹਿ ਮੰਤਰੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਦੇ ਆ
ਜੀ ਔਰ ਉਹਨਾਂ ਦੇ ਵਿੱਚ ਕੀ ਗੁਫ਼ਤਗੂ ਹੁੰਦੀ ਹੈਗੀ ਆ, ਪੈਰਾਮਿਲਟਰੀ ਫੋਰਸਸ ਜਿਹੜੀਆਂ ਦੀ ਉਹ ਮੰਗ ਕਰਦੇ ਆ, ਜੀ। ਜਿਹੜਾ ਹੋਰ ਉਹਨਾਂ ਨੂੰ ਇਨਪੁਟਸ ਮਿਲਦਾ ਆ, ਦਿੱਤਾ ਜਾਂਦਾ ਜਾਂ ਮੰਗਿਆ ਜਾਂਦਾ ਆ। ਉਸ ਤੋਂ ਬਾਅਦ ਜਿਹੜਾ ਸਾਨੂੰ ਇਹ ਬੜੀ ਕਲੀਅਰ ਚਾਹੀਦੀ ਆ ਮੀਡੀਆ ਨੂੰ ਵੀ ਔਰ ਸਾਡੇ ਜਿੰਨੇ ਪੈਨਲਿਸਟ ਇਹਨਾਂ ਨੂੰ ਵੀ, ਕਿ ਜਿਹੜੀ ਆਪਣੀ ਯੂਜ਼ ਆਫ ਸੈਂਟਰਲ ਫੋਰਸਸ ਹੈ ਐਂਟਾਇਰਲੀ ਡਿਸਕ੍ਰਿਸ਼ਨ ਹੈ ਆਪਣਾ ਸਟੇਟ ਗਵਰਨਮੈਂਟ ਦੀ, ਕਿਉਂਕਿ ਸਟੇਟ ਗਵਰਨਮੈਂਟ ਦੀ ਮਰਜ਼ੀ ਤੋਂ ਬਿਨਾ ਨਾ ਤਾਂ ਸੈਂਟਰਲ ਫੋਰਸ ਆ ਸਕਦੀ ਹੈ, ਠੀਕ ਨਾ ਹੈ। ਆਰਮੀ ਹੋ ਸਕਦੀ ਹੈ, ਪਰ ਕਿਸੇ ਤਰ੍ਹਾਂ ਦੀ ਇੰਟਰਫੀਰੈਂਸ ਹੋ ਸਕਦੀ ਹੈ, ਸੰਭਵ ਹੀ ਨਹੀਂ ਹੈ। ਜੀ। ਸੋ ਇਸ ਕਰਕੇ ਜੋ ਵੀ ਆਪਣਾ ਕਾਰੋਬਾਰ ਹੈ ਇਹ ਆਮ ਆਦਮੀ ਪਾਰਟੀ ਦਾ, ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ, ਉਹਨਾਂ ਦੀ ਵਿਲ, ਉਹਨਾਂ ਦੀ ਡਾਇਰੈਕਸ਼ਨ, ਉਹਨਾਂ ਦੀ ਨੀਤੀ ਦੇ ਉੱਤੇ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ। ਨੰਬਰ 2, ਜਦੋਂ 8 ਤਰੀਕ ਤੋਂ ਲੈ ਕੇ 3 ਹਫ਼ਤੇ ਹੋ ਗਏ ਹੈਗੇ ਆ, ਪੱਪਲਪ੍ਰੀਤ ਜੀ ਨੂੰ ਅੱਜ ਆਪਣਾ ਕਥੂ ਨੰਗਲ ਚੋਂ ਹੀ ਫੜ ਲਿਆ ਗਿਆ ਹੈਗਾ। ਪਹਿਲਾਂ ਬਹੁਤ ਸਾਰੀਆਂ ਵੀਡੀਓ ਤੇ ਮੀਡੀਆ ਦੇ ਵਿੱਚ ਰਿਪੋਰਟ ਆਇਆ ਗਿਆ ਪਟਿਆਲੇ, ਕਦੇ ਉਹਨਾਂ ਨੂੰ ਦਿਖਾਇਆ ਗਿਆ ਸ਼ਾਹਬਾਦ ਦੀ, ਕਦੇ ਯੂਪੀ ਦੇ ਉੱਤਰਾਖੰਡ, ਹੁਣ ਲਿਆ ਕੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਹੀ ਫੜ ਲਿਆ ਗਿਆ। ਜਿਹੜੀ ਕ੍ਰੈਡੀਬਲ ਉਹ ਅੰਡਰ ਕੁਐਸਚਨ ਹੈ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ। ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਜਦੋਂ ਇੱਕ ਆਪਣਾ ਗੈਂਗਸਟਰ ਬੈਠ ਕੇ ਜੇਲ੍ਹ ਦੇ ਵਿੱਚ ਆਪਣੀ ਵੀਡੀਓ ਰਿਲੀਜ਼ ਕਰਦਾ, ਤੇ ਸਟੇਟ ਦੇ ਡੀਜੀਪੀ ਦੂਜੇ ਦਿਨ ਆ ਕੇ ਕਹਿੰਦੇ ਆ ਕਿ ਇਹ ਪਤਾ ਨਹੀਂ ਪੁਰਾਣੀ ਹੋਇਆ, ਉਹ ਇੱਕ ਦਿਨ ਛੱਡ ਕੇ ਫੇਰ ਪਾ ਦਿੰਦਾ ਹੈਗਾ। ਨਾ ਤਾਂ ਉਸ ਤੇ ਇਨਕੁਆਇਰੀ ਹੁੰਦੀ ਹੈ, ਨਾ ਕੋਈ ਉਹਦੇ ਉੱਤੇ ਕੋਈ ਜਾਂਚ ਬਿਠਾਈ ਜਾਂਦੀ ਹੈਗੀ ਆ। ਜੇ ਪੱਪਲਪ੍ਰੀਤ ਨੂੰ ਫੜ ਲਿਆ ਗਿਆ ਹੈਗਾ ਤਾਂ ਜਿਵੇਂ ਧਾਰਮੀ ਸਾਹਿਬ ਜੀ ਨੇ ਦੱਸਿਆ, ਸਾਡੇ ਕਾਂਗਰਸ ਦੇ ਮਾਨਯੋਗ ਬੁਲਾਰੇ ਨੇ ਕਿਹਾ, ਇਹ ਆਪਣਾ ਸਵਾਲ ਉੱਠਣਾ ਸੁਭਾਵਿਕ ਹੈ ਕਿ ਹੋ ਸਕਦਾ ਹੈਗਾ ਕਿ ਇਹ ਤਾਂ ਪੰਜਾਬ ਪੁਲਿਸ ਦੇ ਕੋਲ ਪਹਿਲਾਂ ਹੀ ਹੋਵੇ, ਕਿਉਂ ਨਹੀਂ ਪਹਿਲਾਂ ਆਪਣਾ ਕਥੂ ਨੰਗਲ ਤੋਂ ਕਿੱਥੋਂ ਆ ਗਿਆ? ਜਾਂ ਤਾਂ ਇਹਨੂੰ ਫੜਿਆ ਜਾਂਦਾ ਨਾ ਜੀ, ਜੇ ਉੱਤਰਾਖੰਡ ਚੋਂ ਫੜਿਆ ਜਾਂਦਾ, ਬਾਹਰਲੇ ਸੂਬੇ ਚੋਂ ਜਿਵੇਂ ਦੂਜੇ ਗੈਂਗਸਟਰ ਫੜੇ ਗਏ ਆ। तो ਇਸ ਕਰਕੇ ਇਹ ਸਵਾਲ ਉੱਠਣੇ ਸੁਭਾਵਿਕ ਹੈ। ਮਤਲਬ ਕਿ ਐਨਆਈਏ ਦੇ ਕੋਲ ਨਹੀਂ ਸੀਗਾ, ਕਿਉਂਕਿ ਤੁਸੀਂ ਸੰਧੂ ਸਾਹਿਬ ਨੂੰ ਮਿਸ ਕਰ ਗਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਉਹ ਕਹਿੰਦੇ ਸ਼ਾਇਦ ਐਨਆਈਏ ਹੀ ਜਿਹੜੀ ਸੀਗੀ, ਮਤਲਬ ਕਿਤੇ ਨਾ ਕਿਤੇ ਪਿੱਛੇ ਸੀਗੀ, ਖੇਡ ਐਨਆਈਏ ਦਾ ਹੀ ਹੈ, ਪੰਜਾਬ ਪੁਲਿਸ ਦੇ ਨਾਲ ਮਿਲ ਕੇ ਹੈ। ਮੈਂ ਫਿਰ ਵਾਲੀਆ ਜੀ, ਮੈਂ ਫਿਰ ਤੁਹਾਨੂੰ ਦੁਬਾਰਾ ਰਿਕੁਐਸਟ ਕਰਦਾ ਹੈਗਾ ਕਿ ਜੋ ਸੈਂਟਰਲ ਏਜੰਸੀਆਂ ਪੈਰਾਮਿਲਟਰੀ ਫੋਰਸਸ ਹੈ ਉਹ ਕਰਨੀ ਜਾਂ ਨਾ ਕਰਨੀ ਐਂਟਾਇਰ ਡਿਸਕ੍ਰਿਸ਼ਨ ਹੈ ਸਟੇਟ ਗਵਰਨਮੈਂਟ ਦੀ। ਓਕੇ, ਸੈਂਟਰ ਗਵਰਨਮੈਂਟ ਨੇ ਕੋਈ ਏਜੰਸੀ ਆਪਣੇ ਆਪ ਹੀ ਕੇ ਲਓ ਫੜੋ ਜੀ, ਆਪਣਾ ਪੱਪਲ ਜਾਂ ਅੰਮ੍ਰਿਤਪਾਲ ਨੂੰ ਫੜ ਲਓ, ਇਹ ਤਾਂ ਇਹਨਾਂ ਦੀ ਮਰਜ਼ੀ ਹੈ। ਰਜਿਸਟਰਡ ਰਿਹਾ ਹੈਗਾ। ਜਦੋਂ ਵੀ ਆਰਮੀ ਬੁਲਾਈ ਜਾਂਦੀ ਹੈ, ਤੁਹਾਨੂੰ ਬਿਲਿਓ ਸਟਾਰ ਆਪਰੇਸ਼ਨ ਤੋਂ ਆਪਰੇਸ਼ਨ ਨਹੀਂ ਹੋਇਆ ਇੰਡੀਆ ਪੰਜਾਬ ਦੇ, ਠੀਕ ਹੈ, ਉਸ ਵੇਲੇ ਵੀ ਆਪਣਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਈਨਾਂ ਤੋਂ ਬਗੈਰ ਇੰਟਰਫੀਅਰ ਨਹੀਂ ਸੀ ਕੀਤੀ। ਵੀ ਮਸਟ ਅੰਡਰਸਟੈਂਡ ਸਟੇਟ ਗਵਰਨਮੈਂਟ ਹੀ 100% ਆਲਰਾਈਟ ਸਰ। ਸਰ ਸਟੇਟ ਗਵਰਨਮੈਂਟ ਦੀ ਜਿਹੜੀ ਰੂਲਿੰਗ ਪਾਰਟੀ ਹੈ ਉਹ ਤਾਂ ਨਿਰਧਾਰਿਤ ਹੈ ਨਾ ਸਰ ਇੱਥੋਂ, ਦੇ ਆਰ ਐਬਸੈਂਟ ਫਰਮ ਆਰ ਡਿਬੇਟ ਸਰ। ਉਹਨਾਂ ਨੇ ਤਾਂ ਜਵਾਬ ਦੇਣਾ ਨਹੀਂ, ਖਾਲੀ ਕੁਰਸੀ ਹੈ, ਇਸ ਕਰਕੇ ਤੁਹਾਡੀ ਗੱਲ ਠੀਕ ਹੈ, ਬਿਲਕੁਲ ਠੀਕ ਗੱਲ ਹੈ, ਡਿਸਕਸ਼ਨ ਉਹਨਾਂ ਦੀ ਹੈ। ਵਾਲੀਆ ਜੀ ਘੱਟੋ ਘੱਟ ਤੁਸੀਂ ਤੇ ਸਰ ਮੈਂ ਸਮਝ ਗਿਆ ਤੁਹਾਡਾ ਪੁਆਇੰਟ, ਤਾਂ ਮੈਂ ਲੈ ਕੇ ਚੱਲ ਰਿਹਾ ਅੱਗੇ, ਤੁਹਾਡਾ ਪੁਆਇੰਟ ਹੀ ਲੈ ਕੇ ਚੱਲ ਰਿਹਾ ਸਰ, ਮੈਂ ਅੱਗੇ ਤੁਹਾਡਾ ਪੁਆਇੰਟ ਹੀ ਲੈ ਕੇ ਚੱਲ ਰਿਹਾ। law of the land is state government responsible ਹੈ। ਠੀਕ ਹੈ ਸਰ। ਸੈਂਟਰ ਤੋਂ ਜੇ ਫੋਰਸ ਮੰਗੀ ਜਾਂਦੀ ਹੈ, ਜਿਹੜੀ ਮਰਜ਼ੀ ਸੈਂਟਰਲ ਗਵਰਨਮੈਂਟ ਹੋਵੇ, ਜਿਹੜੀ ਮਰਜ਼ੀ ਪਾਰਟੀ ਦੀ, ਉਹਨਾਂ ਨੇ ਸਟੇਟ ਨੂੰ ਹੈਲਪ ਦੇਣੀ ਹੀ ਦੇਣੀ ਹੈ ਜਦੋਂ ਕੋਈ ਮੰਗੀ ਜਾਂਦੀ ਹੈ। ਪ੍ਰਭਜੀਤ ਜੀ ਮੈਂ ਇੱਕ ਮਿੰਟ ਆ ਰਿਹਾ, ਸਟੇਟ ਗਵਰਨਮੈਂਟ ਦੀ ਠੀਕ ਹੈ। ਧਾਰਨੀ ਸਾਹਿਬ ਇੱਕ ਮਿੰਟ, मैं तानी साहब को सर पॉइंट लेके आ रहे हैं, ਤੁਹਾਡਾ पॉइंट ही लेके जा रहे हैं। तानी साहब ਲੱਦੜ ਸਾਹਿਬ ਕਹਿ ਰਹੇ ਆ ਕਿ ਅਗਰ ਸਟੇਟ ਗਵਰਨਮੈਂਟ ਅਗਰ ਹੈਲਪ ਮੰਗਦੀ ਹੈ ਤੇ ਉਹਨਾਂ ਨੇ ਦੇ ਆਰ ਬਾਉਂਡ ਟੂ ਪ੍ਰੋਵਾਈਡ ਦਾ ਹੈਲਪ ਦਾ ਸੈਂਟਰ। ਕਹਿੰਦੇ ਇਹਦੇ ਵਿੱਚ ਕੋਈ ਸਾਜ਼ਿਸ਼ ਨਹੀਂ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਕੇਂਦਰ ਦਾ ਕੋਈ ਹੱਥ ਨਹੀਂ ਹੈ, ਅਮਿਤ ਸ਼ਾਹ ਦਾ ਕੋਈ ਰੋਲ ਨਹੀਂ ਹੈਗਾ, ਉਹਨਾਂ ਨੂੰ ਅਗਰ ਹੈਲਪ ਮੰਗੀ ਗਈ ਤਾਂ ਉਹਨਾਂ ਨੇ ਦਿੱਤੀ ਹੈ। ਨਹੀਂ ਦੇਖੋ, ਗੱਲ ਇਹ ਹੈਗੀ ਹੈ ਜੀ, ਪਿਛਲੇ ਟਾਈਮਾਂ ਦੇ ਵਿੱਚ ਇਹਨਾਂ ਨੇ 60 ਕਿਲੋਮੀਟਰ ਦੇ ਏਰੀਏ ਦੇ ਵਿੱਚ ਵੀ ਹੈਲਪ ਬਿਨਾਂ ਮੰਗੇ ਤੋਂ ਦਿੱਤੀ ਹੈਗੀ ਆ। ਇਹਨਾਂ ਨੇ ਪੰਜਾਬ ਦੇ ਸਾਰੇ ਡੈਮਾਂ ਦੇ ਉੱਤੇ ਜਿਹੜਾ ਹੈਗਾ ਪੈਰਾਮਿਲਟਰੀ ਫੋਰਸਸ ਲਾਈਆਂ ਹੈਗੀਆਂ। ਇਹ ਮਤਲਬ ਜਿਸ ਦਿਨ ਦਾ ਇਹ ਪਿਛਲੇ ਟਾਈਮ ਦੇ ਵਿੱਚ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਮੀਟਿੰਗ ਬੁਲਾਉਂਦੇ ਆ, ਉਸ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈਗਾ, ਜਿੰਨੇ ਤਖਤ ਪੰਜਾਬ ਦੇ ਸੀ ਸਾਰੇ ਜਿਹੜੇ ਹੈਗੇ ਆ ਪੁਲਿਸ ਔਰ ਪੈਰਾਮਿਲਟਰੀ ਫੋਰਸਸ ਦੇ ਨਾਲ ਘੇਰ ਲੱਤੇ ਜਾਂਦੇ ਹੈਗੇ। ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਕਦੇ ਕੋਈ ਗੱਲ ਨਹੀਂ ਹੋਈ ਹੈਗੀ, ਔਰ ਅੱਜ ਸ਼ਹੀਦਾਂ ਦੀ ਧਰਤੀ ਦੇ ਮੂਹਰੇ ਇਹਨਾਂ ਨੇ ਨਾਕਾ ਲਾਇਆ। ਜਦੋਂ ਜਥੇਦਾਰ ਸਾਹਿਬ ਨੇ ਆਬਜੈਕਟ ਕੀਤਾ ਤਾਂ ਉਹਨੂੰ ਜਿਹੜਾ ਹੈਗਾ 100 ਮੀਟਰ ਪਰੇ ਕਰ ਦਿੱਤਾ ਗਿਆ।
ਤਾਂ ਇਹਨੂੰ ਕੀ ਕਿਹਾ ਜਾਵੇ? ਇਹ ਕਿਉਂ ਮਤਲਬ ਜਿਹੜਾ ਹੈਗਾ ਇਹ ਅਗੇਂਸਟ ਕਿਹਦੇ ਹੈਗਾ? ਅਗੇਂਸਟ ਉਹਨਾਂ ਦੇ ਹੈਗਾ, ਸਿੱਖਾਂ ਦੇ ਹੈਗਾ। ਮੈਂ ਸਪੈਸ਼ਲੀ ਕਹੂੰਗਾ ਕਿ ਇਹ ਇੱਕ ਇਸ ਤਰ੍ਹਾਂ ਦਾ ਵਰਤਾਂਤ ਖੜਾ ਕੀਤਾ ਜਾ ਰਿਹਾ ਹੈਗਾ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਸਿੱਖ ਕਮਿਊਨਿਟੀ, ਔਰ ਤੁਸੀਂ ਫੇਰ ਦੱਸੋ, ਮੈਂ ਤੁਹਾਨੂੰ ਹੋਰ ਦੱਸਦਾ ਜੀ ਕਿ NCERT ਦੀ ਬੁੱਕ ਆਉਂਦੀ ਹੈਗੀ ਆ, ਉਸ ਦੇ ਵਿੱਚ ਕੀ ਲਿਖਿਆ ਵਾ ਹੁੰਦਾ ਹੈਗਾ? ਉਹ ਤਾਂ ਆਰਮਡ ਫੋਰਸਿਸ ਨੇ ਨਹੀਂ ਕਰਤਾ, ਜਾਂ ਉਹ ਪੰਜਾਬ ਦੀ ਗਵਰਨਮੈਂਟ ਨੇ ਨਹੀਂ ਕਰਤਾ, ਉਹ ਤਾਂ ਸੈਂਟਰ ਦੀ NCERT ਦੀ ਬੁੱਕ ਹੈਗੀ ਆ। ਕਿਸ ਤਰ੍ਹਾਂ ਇੰਟਰਪ੍ਰੇਟ ਕਰ ਰਹੇ ਹੈਗੇ ਆ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈਗਾ, ਉਸ ਮਤੇ ਨੂੰ ਕਿਸ ਹਿਸਾਬ ਨਾਲ ਉਹ ਕਰਿਆ ਜਾ ਰਿਹਾ? ਸੋ ਇਹ ਐਵੇਂ ਇੱਕ ਗੱਲਾਂ ਇਹ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਨਾ ਕਰਨ, ਇਹ ਮਿਲ ਕੇ ਰਾਜਨੀਤੀ ਹੋ ਰਹੀ ਹੈਗੀ ਆ ਸੈਂਟਰਲ ਫੋਰਸਿਸ ਔਰ ਸੈਂਟਰ ਦੀਆਂ ਏਜੰਸੀਆਂ ਦੇ ਰਾਹੀਂ ਹੋ ਰਹੀ ਹੈ। ਅੱਜ ਤੁਸੀਂ ਦੇਖੋ ਅੱਜ ਦਾ ਆਪਰੇਸ਼ਨ ਜਿਹੜਾ ਹੈਗਾ ਕਿਵੇਂ ਚੁੱਪਕੀ ਤੇ ਕਰਨ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਹਵਾ ਦੇ ਭੂਕੇ ਮੰਗਣਾ ਨਿਕਲ ਜਾਂਦਾ ਹੈਗਾ, ਫੜ ਲਿਆ ਜੀ ਫੜ ਲਿਆ, ਔਰ 2.5 ਮਿੰਟ ਦੇ ਵਿੱਚ ਜਸਟੀਫਿਕੇਸ਼ਨ ਦੇਣ ਨਾਲ ਇੰਨੇ ਦਿਨ ਦੀ ਮਤਲਬ ਗਾਇਬ ਹੈਗਾ 23-24 ਦਿਨ ਹੋ ਗਏ। ਵਿੱਚ 2 ਇੰਟਰਵਿਊਜ਼ ਜਿਹੜੀਆਂ 2 ਇੰਟਰਵਿਊਜ਼ ਆ ਜਾਂਦੀਆਂ ਹੈਗੀਆਂ ਜੀ ਭਾਈ ਅਮਰਤਪਾਲ ਦੀਆਂ, ਔਰ ਉਸ ਇੰਟਰਵਿਊਜ਼ ਤੇ ਕੋਈ ਉਹ ਨਹੀਂ, ਜਿਵੇਂ ਇਹਨਾਂ ਨੇ ਆਪਣੀ ਗੱਲ ਕਹੀ ਹੈਗੀ ਆ ਉਹਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਇੰਟਰਵਿਊਜ਼ ਹੁੰਦੀਆਂ ਹੈਗੀਆਂ, ਉਹਦੇ ਬਾਰੇ ਕੋਈ ਇਨਕੁਆਇਰੀ ਨਹੀਂ ਹੈਗੀ। ਮੈਂ ਢਿੱਲੋਂ ਸਾਹਿਬ ਦਾ ਪੁਆਇੰਟ ਲੈ ਕੇ ਆ ਰਿਹਾ, ਤੁਸੀਂ ਜਵਾਬ ਦੇ ਦਿਓ ਫਿਰ। ਕਰੋੜ ਰੁਪਈਆ, ਹਾਂ ਠੀਕ ਹੈ ਢਿੱਲੋਂ ਸਾਹਿਬ ਠੀਕ ਕਹਿ ਰਹੇ ਧਾਨੀ ਸਾਹਿਬ, ਮਤਲਬ ਕਿ ਉਹ ਕਹਿ ਰਹੇ ਕਿ ਦੋਨੋਂ ਸਟੇਟ ਤੇ ਸੈਂਟਰ ਮਿਲ ਕੇ ਹੀ ਜਿਹੜਾ ਹੈਗਾ ਮਾਹੌਲ ਖਰਾਬ ਕਰ ਰਹੇ, ਉਹਨਾਂ ਨੇ ਤਾਂ ਇਹ ਕਿਹਾ, ਕਿਉਂਕਿ ਲਰਨਡ ਲਾਇਰ ਵੀ ਹੈਗੇ, ਹਾਲਾਂਕਿ ਜਵਾਬ ਦੇ ਦੇਣਗੇ ਲੱਦੜ ਸਾਹਿਬ। ਤੁਹਾਡਾ ਪੁਆਇੰਟ ਲੈ ਕੇ ਮੈਂ ਜਵਾਬ ਲੈਣਾ। ਪ੍ਰਭਜੀਤ ਜੀ ਮੈਂ ਆ ਰਿਹਾ ਇੱਕ ਮਿੰਟ, ਕਿ ਆਪਾਂ ਤਾਂ ਸਮਝਦੇ ਹਾਂ ਕਿ ਅੰਮ੍ਰਿਤਪਾਲ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਇਆ, ਗ੍ਰਿਫਤ ਵਿੱਚ ਕਿਉਂ ਨਹੀਂ ਹੈ, ਸਵਾਲ ਇਹ ਹੈ। ਤੇ 24 ਦਿਨਾਂ ਬਾਅਦ 2.5 ਮਿੰਟ ਦੀ ਪੀਸੀ ਤੋਂ ਬਾਅਦ ਕੋਈ ਜਿਹੜੇ ਸਵਾਲ ਜਿੰਨੇ ਵੀ ਸੀਗੇ ਉਹ ਅਨਆਨਸਰਡ ਆ, ਉਹਨਾਂ ਦੇ ਜਵਾਬ ਨਹੀਂ ਆਏ। ਜਵਾਬ ਲਈ ਆਪਾਂ ਇੱਥੇ ਬੈਠੇ ਜੀ। ਦੇਖੋ ਗੌਰਵ ਜੀ, ਸਵਾਲ ਜਿਹੜੇ ਤੁਸੀਂ ਕਰਨੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਨੂੰ, ਨਾ ਤਾਂ ਉਹ ਜਵਾਬ ਦੇਣ ਆਉਂਦੇ ਨੇ ਅਤੇ ਨਾ ਹੀ ਪੰਜਾਬ ਦੇ DGP ਸਾਹਿਬ, ਅਤੇ ਅਗਰ IG ਸੁਖਚੈਨ ਜੀ ਆਉਂਦੇ ਨੇ ਤਾਂ ਉਹ ਵੀ ਸਿਰਫ ਦੱਸ ਕੇ ਜਾਂਦੇ ਨੇ, ਸਵਾਲ ਨਹੀਂ ਲੈ ਕੇ ਜਾਂਦੇ। ਸੋ ਇਹ ਸਵਾਲ ਤਾਂ ਅਸੀਂ ਉਦੋਂ ਉਠਾਏ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਜੀ ਦੀ ਬਰਸੀ ਸੀ, ਐਂਡ ਮੌਕੇ ਉਸ ਸਮੇਂ ਇਹ ਸਾਰਾ ਕੁਝ ਹੁੰਦਾ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਆਉਂਦੀ ਹੈ ਬਾਹਰ, ਪਹਿਲੀ ਆਉਂਦੀ ਹੈ ਫਿਰ ਦੂਜੀ ਵੀ ਆ ਜਾਂਦੀ ਹੈ, ਅਤੇ ਨਾਲ ਇੰਟਰਨੈਟ ਬੰਦ ਕਰਕੇ ਇਹ ਸਭ ਨੂੰ ਅੱਗੇ ਵਧਾਇਆ ਜਾਂਦਾ ਹੈ। ਬਟ ਇਸ ਦੇ ਨਾਲ ਸਭ ਦੇ ਵਿੱਚ ਫਾਇਦਾ ਕਿਸ ਨੂੰ ਹੋਇਆ? ਸਭ ਜਾਣਦੇ ਨੇ ਜਿਹੜੇ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੇ ਨੇ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਕਿਸ ਤਰ੍ਹਾਂ ਪਹਿਲਾਂ ਹਿੰਦੂ ਸਿੱਖ ਕੀਤਾ ਜਾਂਦਾ ਸੀ, ਹਿੰਦੂ ਮੁਸਲਿਮ ਕੀਤਾ ਜਾਂਦਾ ਸੀ, ਹੁਣ ਹਿੰਦੂ ਸਿੱਖ ਕੀਤਾ ਜਾ ਰਿਹਾ। ਬਟ ਚਾਹੇ ਸੈਂਟਰਲ ਗਵਰਨਮੈਂਟ ਇਸ ਦੇ ਵਿੱਚ ਇਨਵੋਲਵਡ ਹੋਵੇ ਜਾਂ ਨਾ ਹੋਵੇ, ਚਾਹੇ ਏਜੰਸੀਆਂ ਸ਼ਰਾਰਤਾਂ ਕਰਦੀਆਂ ਹੋਣ ਜਾਂ ਨਾ ਕਰਦੀਆਂ ਹੋਣ, ਬਟ ਸਵਾਲ ਹੈ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਮਾਂਡ ਫੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨੂੰ, ਉਹਨਾਂ ਦੀ ਫੇਲੀਅਰ ਹੈ, ਸਭ ਤੋਂ ਵੱਡੀ ਫੇਲੀਅਰ ਹੈ। ਜਦੋਂ ਕਿ ਕਦੋਂ ਦਾ ਰੌਲਾ ਪੈ ਰਿਹਾ ਸੀ ਕਿ ਇੱਕ ਸ਼ਖਸ ਵੱਖਰੇ ਮੁਲਕ ਦੀ ਗੱਲ ਕਰ ਰਿਹਾ ਹੈ, ਨਾਲ ਉਹ ਦੇਸ਼ ਦੇ ਹੋਮ ਮਿਨਿਸਟਰ ਨੂੰ ਧਮਕੀਆਂ ਦੇ ਰਿਹਾ ਹੈ, ਪੰਜਾਬ ਸਰਕਾਰ ਨੂੰ ਚੁਣੌਤੀ ਦੇ ਰਿਹਾ ਹੈ। ਬਟ ਉਦੋਂ ਸਰਕਾਰ ਸਾਇਲੈਂਟ ਰਹੀ ਤੇ ਬਾਅਦ ਵਿੱਚ ਅਸੀਂ ਫਿਰ ਕਹਿ ਰਹੇ ਹਾਂ ਕਿ ਨਾਟਕੀ ਰੂਪਾਂਤਰ ਨਾਲ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਲਈ, ਨਾਟ ਓਨਲੀ ਸਿੱਖਸ, ਪੰਜਾਬੀਆਂ ਦਾ ਵੀ ਇਸ ਦੇ ਵਿੱਚ ਹੈ ਕਿ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਲਈ ਇਹ ਜਦ ਸਭ ਜਿਹੜਾ ਕੁਝ ਹੁੰਦਾ ਹੈ ਤੇ ਇਹਨੂੰ ਸਹੀ ਮੈਨੇਜ ਨਹੀਂ ਕੀਤਾ ਜਾਂਦਾ। ਅਗਰ ਇਹ ਸਹੀ ਮੈਨੇਜ ਹੋਇਆ ਹੁੰਦਾ ਤਾਂ ਅੱਜ ਵੀ 1 ਮਹੀਨੇ ਬਾਅਦ ਅਸੀਂ ਇਸ ਮੁੱਦੇ ਤੇ ਡਿਬੇਟ ਨਾ ਕਰ ਰਹੇ ਹੁੰਦੇ, ਅਸੀਂ ਹੋਰ ਮੁੱਦਿਆਂ ਤੇ ਡਿਬੇਟ ਕਰਦੇ। ਬਿਲਕੁਲ ਲੱਦੜ ਸਾਹਿਬ ਥੋੜਾ ਜਿਹਾ ਸਮਝਾ ਦਿਓ ਕਿ ਮਤਲਬ ਕਿ ਉਹ ਕਹਿੰਦੇ ਇਨਵੋਲਵਮੈਂਟ। ਹਾਂਜੀ ਸਰ ਤੁਹਾਡਾ ਹੀ ਟਾਈਮ ਹੈ ਸਰ, ਤੁਹਾਡੇ ਕੋਲ ਹੀ ਆ ਰਿਹਾ ਮੈਂ, ਆਰਾਮ ਦੇ ਨਾਲ ਆਪਾਂ ਥੋੜਾ ਜਿਹਾ ਸਮਝ ਲਈਏ ਜੋ ਧਾਰਨੀ ਸਾਹਿਬ ਨੇ ਕਿਹਾ, ਮਤਲਬ ਕਿ ਆਪਾਂ ਕਿਉਂਕਿ ਪੰਜਾਬ ਦੇ ਹਿੱਤ ਦੀ ਗੱਲ ਹੀ ਕਰ ਰਹੇ ਹਾਂ ਸਾਰੇ ਨਾ। ਮੈਂ ਬੋਲਾਂ ਜੀ? ਹਾਂਜੀ ਸਰ, ਤੁਹਾਡਾ ਫਰੇਮ ਫਰੀਜ਼ ਹੋ ਗਿਆ, ਤੁਹਾਡਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਸਰ, ਤੁਸੀਂ ਬੋਲੋ ਪਲੀਜ਼, ਆਵਾਜ਼ ਆ ਰਹੀ ਹੈ। ਹਾਂਜੀ ਵਾਲੀਆ ਜੀ, ਮੈਂ ਚਾਹੁੰਦਾ ਧਾਰਨੀ ਜੀ ਦੀ ਪਹਿਲੀ ਸੀਗੀ ਗੱਲਬਾਤ ਉਹ ਵੀ ਧਿਆਨ ਨਾਲ ਸੁਣੀ, ਜਿਹੜੀ ਹੁਣ ਉਹਨਾਂ ਨੇ ਸੈਕੰਡ ਟਾਈਮ ਕਹੀ ਉਹ ਵੀ ਧਿਆਨ ਨਾਲ ਸੁਣੀ, ਤੁਸੀਂ ਵੀ ਧਿਆਨ ਨਾਲ ਸੁਣੀ ਹੋਏਗੀ। ਉਹਨਾਂ ਨੇ ਕੋਈ ਵੀ ਇੱਕ ਲੌਜੀਕਲੀ ਨਹੀਂ ਕਿਹਾ, ਹਾਲਾਂਕਿ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਰਿਸਪੈਕਟ ਕਰਦਾ, ਬੜੇ ਸੀਨੀਅਰ ਐਡਵੋਕੇਟ ਹੈਗੇ ਆ, ਲੇਕਿਨ ਇੱਕ ਵੀ ਪੁਆਇੰਟ ਦੱਸ ਦਿਓ ਜਿੱਥੇ ਤੁਸੀਂ ਸੈਂਟਰਲ ਗਵਰਨਮੈਂਟ ਨੂੰ, ਸੈਂਟਰਲ ਏਜੰਸੀਆਂ ਨੂੰ ਜਾਂ ਤੁਸੀਂ ਸੈਂਟਰਲ ਫੋਰਸਿਸ ਨੂੰ ਬਲੇਮ ਕਰ ਸਕਦੇ ਹੋ। ਤੁਸੀਂ ਜਦੋਂ 25 ਸਾਲ ਬੀਜੇਪੀ ਦੇ ਨਾਲ ਘਿਓ ਖਿਚੜੀ ਹੋ ਕੇ ਰਾਜ ਭਾਗ ਕੀਤਾ, ਉਦੋਂ ਤਾਂ ਬੀਜੇਪੀ ਬਹੁਤ ਚੰਗੀ ਸੀ, ਹੁਣ ਤੁਹਾਨੂੰ ਬੀਜੇਪੀ ਨੁਕਸ ਲੱਭਣ ਲੱਗ ਪਿਆ ਕਿਉਂਕਿ ਤੁਹਾਨੂੰ ਹਾਸ਼ੀਏ ਤੇ ਤੁਸੀਂ ਚਲੇ ਗਏ ਹੋ। ਇਸ ਕਰਕੇ
ਆਪਣਾ ਜਿਹੜਾ ਰੋਲ ਹੈ ਸੈਂਟਰ ਦਾ ਫੋਰਸਸ ਦਾ, ਇਹਨਾਂ ਨੂੰ ਟੈਕਨੀਕਲੀ ਐਂਡ ਲੀਗਲ ਸਟੈਂਡ ਕਰਕੇ ਗੱਲ ਕਰੋ। सेंट्रल गवर्नमेंट का कोई रोल नहीं है, स्टेट सब्जेक्ट है लॉ एंड ऑर्डर, और जो भी किया चंगा किया माड़ा किया, फेल्योर है सक्सेस है, इट इज 100% ਜਿਹੜੀ ਕ੍ਰੈਡਿਟ ਹੈਗੀ ਆ ਉਹਦਾ ਉਹਨੂੰ ਡਿਸਕ੍ਰੈਡਿਟ ਹੈ ਮਾਨ ਸਰਕਾਰ ਨੂੰ ਜਾਣਾ, ਇਹਦੇ ਵਿੱਚ ਕੋਈ ਲੈਣਾ ਦੇਣਾ। ਗੌਰਵ ਜੀ ਮੇਰਾ ਤੁਹਾਨੂੰ ਬੀਜੇਪੀ ਦੇ ਪ੍ਰਵਕਤਾ ਜੀ ਨੂੰ ਸਵਾਲ ਹੈ ਕਿ ਚਲੋ ਮੰਨ ਲਿਆ ਪੰਜਾਬ ਗਵਰਨਮੈਂਟ ਇੱਥੇ ਫੇਲ ਸੀ, ਬਟ ਹਰਿਆਣਾ ਤੋਂ ਹੁੰਦੇ ਹੋਏ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼, ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਉਹ ਘੁੰਮਦਾ ਰਿਹਾ ਹੈ, ਸੈਂਟਰਲ ਏਜੰਸੀਜ਼ ਉਹਦੀਆਂ ਫੋਟੋਜ਼ ਜਾਰੀ ਕਰਦੀ ਰਹੀ। ਕੀ ਉੱਥੇ ਬੀਜੇਪੀ ਦੀ ਫੇਲਿਅਰ ਨਹੀਂ ਕਿ ਉਹ ਇੱਕ ਸ਼ਖਸ ਉਹਨਾਂ ਸਟੇਟਾਂ ਤੋਂ ਹੁੰਦਾ ਹੋਇਆ ਫਿਰ ਦੁਬਾਰਾ ਪੰਜਾਬ ਆ ਜਾਂਦਾ ਹੈ? ਚਰਚਾ ਕਰਨੀ ਆਰਾਮ ਨਾਲ, ਵੀ ਹੈਵ ਟਾਈਮ। ਮੈਂ ਕਾਜੀ ਕੋਲ ਵੀ ਜਾਣਾ, ਬਾਕੀ ਕੋਲ ਵੀ ਜਾਣਾ, ਹਰਿਆਣੇ ਦੀ ਪ੍ਰਭਜੀਤ ਜੀ ਰਹਿ ਗਿਆ, ਉਹਨਾਂ ਕੋਲ ਵੀ ਜਾਣਾ। ਹਰਿਆਣੇ ਦੀ, ਯੂਪੀ ਦੀ ਅਤੇ ਉੱਤਰਾਖੰਡ ਦੀ ਬੀਜੇਪੀ ਦੀ ਗਵਰਨਮੈਂਟ ਇਹਨਾਂ ਸਵਾਲਾਂ ਤੋਂ ਭੱਜ ਨਹੀਂ ਸਕਦੀ, ਕਿਉਂਕਿ ਸੈਂਟਰਲ ਏਜੰਸੀਜ਼ ਕੋਆਪਰੇਟ ਕਰਕੇ ਚੱਲ ਰਹੀਆਂ ਨੇ। ਜਿੰਨਾ ਫੇਲਿਅਰ ਪੰਜਾਬ ਸਰਕਾਰ ਦਾ, ਉਹਦੇ ਬਰਾਬਰ ਦਾ ਫੇਲਿਅਰ ਸੈਂਟਰਲ ਗਵਰਨਮੈਂਟ ਦਾ ਹੈ। ਸੋ ਇਹ ਫੇਲਿਅਰ NIA ਦਾ ਵੀ ਹੈ ਅਤੇ ਹੋਰ ਏਜੰਸੀਆਂ ਜਿਹੜੀਆਂ ਅੰਮ੍ਰਿਤਪਾਲ ਦੇ ਪਿੱਛੇ ਲੱਗੀਆਂ ਸਨ, ਸੇਮ ਹਰਿਆਣਾ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਅਤੇ ਉੱਤਰਾਖੰਡ ਦੀ ਪੁਲਿਸ, ਜਿਹੜੇ ਉਹਨਾਂ ਦੀ ਪਕੜ ਤੋਂ ਬਾਹਰ ਹੁੰਦੇ ਹੋਏ ਜਦਕਿ ਫੁਟੇਜਸ ਆਉਂਦੀਆਂ ਰਹੀਆਂ, ਬਟ ਉਹ ਸ਼ਖਸ ਨਹੀਂ ਫੜਿਆ ਗਿਆ। ਸੋ ਅੱਜ ਬਲੇਮ ਗੇਮ ਨਾ ਕਰਨ, ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਮੰਨੇ ਅਤੇ ਜਵਾਬਦੇਹੀ ਬਣਾਵੇ ਕਿ ਕਿਹੜੇ ਅਫਸਰ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੇ ਕਿਤੇ ਲੈਕ ਕੀਤੀ, ਜਿਹਦੇ ਕਰਕੇ ਸਭ ਹੋਇਆ। ਹੁਣ ਤੱਕ ਉਹ ਭਗੌੜਾ ਹੈ, ਉਹ ਜ਼ਿੰਮੇਵਾਰੀ ਤੈਅ ਕਰਕੇ ਲੋਕਾਂ ਦੇ ਵਿੱਚ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਲੱਦਰ ਸਾਹਿਬ ਦਾ ਜਵਾਬ ਲੈ ਲਾਂ, ਸਪਸ਼ਟ ਕੀਤਾ ਜਾਵੇ। ਲੱਦਰ ਸਾਹਿਬ, ਪ੍ਰਭਜੀਤ ਜੀ ਮੈਂ ਆਉਂਗਾ ਤੁਹਾਡੇ ਤੋਂ, NSA ਸਾਰਾ ਸਮਝਣਾ, ਦਰਸ਼ਕਾਂ ਨੂੰ ਸਾਰਾ ਸਮਝਾਉਣਾ ਹੈ। ਆਈ ਨੋ ਯੂ ਹੈਵ ਬੀਨ ਵੇਟਿੰਗ। ਲੱਦਰ ਸਾਹਿਬ, ਸੰਧੂ ਸਾਹਿਬ ਮੈਂ ਆ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਕਾਂਗਰਸ ਦੇ ਮਾਨਯੋਗ ਬੁਲਾਰੇ ਨੂੰ ਜਦੋਂ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੂੰ ਵਿੱਚ ਨਹੀਂ ਸੀ ਬੋਲਣਾ ਚਾਹੀਦਾ। ਜਦੋਂ ਮੇਰੀ ਗੱਲ ਮੁਕੰਮਲ ਹੀ ਨਹੀਂ ਹੋਈ ਤਾਂ ਉਹਨਾਂ ਨੇ ਟੇਕ ਓਵਰ ਕਿਵੇਂ ਕਰ ਲਿਆ? ਮੈਂ ਆਪਣੀ ਗੱਲ ਪੂਰਾ ਨਾਲ ਪੁਆਇੰਟ ਕਰ ਲੈਂਦੇ ਕਰੋ, ਢਿੱਲੋਂ ਸਾਹਿਬ ਪੂਰਾ ਪੁਆਇੰਟ ਕਰ ਲੈਂਦੇ ਕਰੋ। ਜਦੋਂ ਇੱਕ ਪੈਨਲਿਸਟ ਬੋਲ ਰਿਹਾ ਹੁੰਦਾ ਨਾ, ਕਿਰਪਾ ਪਲੀਜ਼ ਉਹਨਾਂ ਨੂੰ ਅਲਾਉ ਕਰਿਆ ਕਰੋ। ਤੁਹਾਡੇ ਟਾਈਮ ਤੇ ਵੀ ਕੋਈ ਨਹੀਂ ਬੋਲਦਾ। ਲੱਦਰ ਸਾਹਿਬ ਪਲੀਜ਼ ਆਨਸਰ। ਨੰਬਰ 1 ਉਹਦੇ ਉੱਤੇ ਕੀ ਆਪਣਾ ਕਾਂਗਰਸ ਪਾਰਟੀ ਨੇ ਜਾਂ ਕਾਂਗਰਸ ਦੇ ਬੁਲਾਰੇ ਨੇ ਇਨਕੁਆਇਰੀ ਕਰ ਲਈ ਹੈਗੀ ਆ ਕਿ ਉਹ ਹਰਿਆਣੇ 'ਚ ਵੀ ਗਿਆ, ਉੱਤਰਾਖੰਡ ਵੀ ਗਿਆ, ਯੂਪੀ 'ਚ ਵੀ ਗਿਆ, ਤੇ ਹੁਣ ਉਹਨਾਂ ਨੂੰ ਕਿੱਦਾਂ ਫੜ ਕੇ ਲੈ ਆਂਦਾ, ਕਿਹਨੇ ਫੜ ਕੇ ਲੈ ਆਂਦਾ? ਆਪਣਾ ਅੰਮ੍ਰਿਤਸਰ who is giving him the certificate ਕਿ ਆਪਣਾ ਇੱਥੇ ਨਹੀਂ ਸੀਗਾ, ਆਪਣਾ ਸੀਗਾ, he was not in ਕਥੂ ਨੰਗਲ, ਬਟ ਉਹ ਸਾਰਾ ਘੁੰਮ ਫਿਰ ਕੇ ਆਇਆ ਤੇ ਆ ਕੇ ਕਥੂ ਨੰਗਲ ਦੇ ਵਿੱਚ ਉਹਨੇ ਅਰੈਸਟ ਦਿੱਤੀ ਜਾਂ ਉਹਨਾਂ ਨੂੰ ਫੋਰਸਸ ਸੈਰ ਕਰਾ ਕੇ ਲੈ ਕੇ ਆਈਆਂ। ਸੋ ਦਿਸ ਇਜ਼ ਨੌਨਸੈਂਸ। ਇਹ ਸਾਨੂੰ ਇਸ ਤਰ੍ਹਾਂ ਦੀ ਲਾਈਟ ਹਲਕੀ ਗੱਲ ਨਹੀਂ ਕਰਨੀ ਚਾਹੀਦੀ। ਠੀਕ ਹੈ। ਨੰਬਰ 1 ਆਪਣਾ ਜਿਹੜੀਆਂ ਸੈਂਟਰਲ ਫੋਰਸਸ ਹੈ, ਸੈਂਟਰਲ ਏਜੰਸੀ ਹੈ, ਉਹ ਆਪਣਾ ਪੰਜਾਬ ਇੱਕ ਇੰਟੈਗਰਲ ਪਾਰਟ ਹੈ ਸਾਡੇ ਦੇਸ਼ ਦਾ, ਔਰ ਉਹ ਡਿਊਟੀ ਪਾਉਂਦਾ ਇਨਪੁਟਸ ਦੇਣ ਲਈ, ਹੈਲਪ ਕਰਨ ਲਈ, ਪਰ ਉਹਨੂੰ ਯੂਜ਼ ਕਰਨਾ ਨਹੀਂ ਕਰਨਾ, ਕਿੰਨਾ ਨਹੀਂ ਕਰਨਾ ਇੰਟਾਇਰਲੀ ਸਟੇਟ ਸਬਜੈਕਟ ਹੈ। ਇਹ ਆਪਣਾ ਜਿਹੜਾ ਫੜਿਆ ਹੈਗਾ ਆ ਸੈਂਟਰਲ ਏਜੰਸੀ ਨੇ ਨਹੀਂ ਫੜਿਆ, ਉਹਨੂੰ ਫੜਿਆ ਹੈਗਾ ਕਥੂ ਨੰਗਲ ਪੁਲਿਸ ਨੇ। ਪੁਲਿਸ ਨੂੰ ਪੁੱਛੋ ਕਿ ਤੁਸੀਂ ਇਹਨੂੰ ਕਿੱਥੇ ਲੈ ਕੇ ਗਏ ਸੀ, ਕਿੱਥੇ ਨਹੀਂ ਲੈ ਕੇ ਗਏ ਸੀ। ਸੋ ਇਸ ਤਰ੍ਹਾਂ ਦਾ ਪੈ ਕੇ ਗਲਤ ਗੱਲਾਂ ਕਰਨੀਆਂ, ਗਲਤ ਮੈਸੇਜ ਦੇਣਾ ਜਾਂ ਆਪਣਾ ਇਹ ਸ਼ੋਅ ਕਰਨਾ ਕਿ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ, I totally disagree। ਆਪਣਾ ਦਾਇਰਾ ਠੀਕ ਹੈ ਕਰਨੀ ਵੱਡੇ ਚੈਨਲ ਦੇ ਵਿੱਚ ਜਿਹੜਾ ਬੰਦਾ ਵਿਊ ਕਰਦਾ ਉਹਨੂੰ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਆਲਰਾਈਟ ਸਰ, ਮੈਂ ਇੱਕ ਤੁਹਾਡੀ ਸਰ ਜਾਣਕਾਰੀ ਥੋੜਾ ਜਿਹਾ ਵਾਧਾ ਕਰਦਾ। ਹਰਿਆਣੇ ਦੇ ਹੋਮ ਮਿਨਿਸਟਰ ਹੈਗੇ ਆ ਅਨਿਲ ਸਰ, ਮੈਂ ਆ ਰਿਹਾ ਤੁਹਾਡੇ ਹਰਿਆਣਾ ਦੇ ਪੁਲਿਸ ਨੇ ਢਿੱਲੋਂ ਸਾਹਿਬ ਇੱਕ ਮਿੰਟ ਆ ਰਿਹਾ। ਢਿੱਲੋਂ ਸਾਹਿਬ ਹੁਣ ਰੁਕ ਜਾਓਗੇ, ਢਿੱਲੋਂ ਸਾਹਿਬ ਹੁਣ ਰੁਕੋਗੇ। ਮੈਂ ਇੱਕ ਮਿੰਟ ਸਵਾਲ ਲੈ ਲਾ ਕਿਉਂਕਿ ਥੋੜੀ ਜਿਹੀ ਜਾਣਕਾਰੀ ਦੇ ਦਾਂ। ਜਿਹੜਾ ਸ਼ਾਹਬਾਦ ਵਾਲਾ ਇਨਸੀਡੈਂਟ ਸੀਗਾ ਕਿ ਸ਼ਾਹਬਾਦ ਦੇ ਵਿੱਚ ਉਹ ਰੁਕਿਆ ਸੀਗਾ, ਕਿਹੜੇ ਘਰ 'ਚ ਰੁਕਿਆ ਸੀਗਾ, ਉੱਥੋਂ ਮਹਿਲਾ ਗ੍ਰਿਫਤਾਰ ਹੋਈ ਸੀਗੀ ਜਿਨੇ ਦੱਸਿਆ ਸੀਗਾ ਕਿ ਉਹ ਉੱਥੇ ਰੁਕਿਆ ਸੀਗਾ, ਤੇ ਅਨਿਲ ਵਿਜ ਸਾਹਿਬ ਦਾ ਵੀ ਸਰ ਬਿਆਨ ਆਇਆ ਸੀਗਾ ਕਿ ਅਸੀਂ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਤੇ ਬਾਕੀ ਏਜੰਸੀਜ਼ ਨੂੰ ਜਿਹੜਾ ਹੈਗਾ ਇਨਫੋਰਮ ਕਰਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਉਹ ਲੇਡੀ ਵੀ ਜਿਹੜੀ ਗ੍ਰਿਫਤਾਰ ਹੋਈ ਸੀ, ਆਪਣੇ ਸਾਰੇ ਦੀ ਨੌਲੇਜ ਹੈ, ਉਹ ਲੇਡੀ ਅਜੇ ਵੀ ਮੇਰੇ ਖਿਆਲ ਗ੍ਰਿਫਤ ਦੇ ਵਿੱਚ ਹੀ ਹੈਗੀ ਹੈ, ਤੇ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਹਰਿਆਣਾ ਵਾਲਾ ਇਨਸੀਡੈਂਟ ਵੀ ਆਲ ਨੋ ਦਿਸ ਹੈਪਨਡ। ਮੈਂ ਇੱਕ ਮਿੰਟ ਤਾਨੀ ਸਾਹਿਬ ਦਾ ਪੁਆਇੰਟ ਲੈ ਕੇ ਆਵਾਂ, ਕੁਝ ਕਹਿਣਾ ਚਾਹ ਰਿਹਾ ਕਰ ਜੀ ਆ ਰਹੇ ਇਸ ਤੋਂ ਬਾਅਦ ਜੀ ਮੈਂ ਆਉਂਗਾ। ਤਾਨੀ ਸਾਹਿਬ, ਮੈਂ ਤਾਂ ਇੰਨਾ ਕਿ ਕਹਿਣਾ ਜੀ, ਦੇਖੋ ਇਹ ਇਹਨਾਂ ਲੱਦੜ ਸਾਹਿਬ ਜ਼ਿਆਦਾ ਭਾਵੁਕ ਹੋਈ ਜਾਂਦੇ ਆ। ਇਹਨਾਂ ਨੇ ਸ਼ਾਇਦ ਅੱਜ ਦੀ ਉਹ ਸੁਣੀ ਨਹੀਂ ਹੈਗੀ। ਇਟ ਵਾਸ ਅ ਜੁਆਇੰਟ ਆਪਰੇਸ਼ਨ। NIA ਤੇ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਫੋਰਸਸ ਐਂਡ ਪੰਜਾਬ ਪੁਲਿਸ ਦਾ, ਇਟ ਵਾਸ ਅ ਜੁਆਇੰਟ ਆਪਰੇਸ਼ਨ। ਔਰ ਦੂਸਰੀ ਗੱਲ, ਸਵਾਲ ਤਾਂ ਇੰਨਾ ਕੁ ਹੈਗਾ ਨਾ,
ਹੁਣ ਇਹ ਜੋ ਮਰਜ਼ੀ ਕਹੀ ਜਾਣ, ਮੈਂ ਇਹ ਪੁੱਛਦਾ ਕਿ 18 ਮਾਰਚ ਤੋਂ ਪਹਿਲਾਂ ਕਿਹੜੀ ਇਨਪੁਟ ਹੈਗੀ ਆ ਉਹਦੇ ਖਿਲਾਫ ਜਿਹੜਾ ਉਹਦੇ ਉੱਤੇ NIA ਵਰਗਾ ਜਿਹੜਾ ਹੈਗਾ FIR ਦਰਜ ਕਰ ਦਿੱਤੇ ਅੱਜ ਮੁੰਡਿਆਂ ਤੇ ਕਰ ਦਿੱਤੀਆਂ ਜਾਂਦੀਆਂ ਔਰ ਉਹਨਾਂ ਨੂੰ ਅੰਦਰ ਭੇਜ ਦਿੱਤਾ ਜਾਂਦਾ। ਜੇ ਉਹਨਾਂ ਤੇ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਸੀ ਤਾਂ ਉਸ ਤੋਂ ਪਹਿਲਾਂ ਇੱਕ ਵੀ ਜਿਹੜਾ ਹੈਗਾ ਕਾਰਵਾਈ ਇਹਨਾਂ ਦੇ ਖਿਲਾਫ ਕਿਉਂ ਨਹੀਂ ਕੀਤੀ? ਕਿਉਂ ਨਹੀਂ ਕਿਸੇ ਇੰਟੈਲੀਜੈਂਸ ਜਿਹੜੀ ਹੈਗੀ ਆ ਏਜੰਸੀ ਨੇ ਜਿਹੜਾ ਹੈਗਾ ਇਹਦੇ ਖਿਲਾਫ ਰਿਪੋਰਟ ਦਿੱਤੀ? ਐਵੇਂ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ, ਦੂਸਰੇ ਦੱਸਣਾ ਅਨਲੌਜਿਕ ਗੱਲਾਂ ਕਰਦੇ ਆ ਜੀ, ਇਹ ਹਾਸ਼ੀਏ ਤੇ ਆ ਗਏ ਜੀ, ਇਹ ਜਿਵੇਂ 45 ਸੀਟਾਂ ਲਈ ਬੈਠੇ ਹੁੰਦੇ ਆ ਜੀ, ਆਪਣੇ ਕੋਲ ਇੱਕ ਨਹੀਂ ਹੈਗੀ ਤੇ ਸਾਡੇ ਕੋਲ ਤਾਂ ਚਲੋ 3 ਹੈਗੀਆਂ ਹੀ ਆ ਹਾਲੇ। ਸੋ ਇਹੀਆਂ ਜਿਹੀਆਂ ਗੱਲਾਂ ਨਹੀਂ। ਲੱਦੜ ਸਾਹਿਬ ਤੁਸੀਂ ਬਹੁਤ ਸੀਨੀਅਰ ਆਫੀਸਰ ਰਹੇ ਆ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ, ਦੇਖੋ ਇਹ ਜਿਹੜੀ ਗੱਲ ਮੰਨਣ ਵਾਲੀ ਹੈ ਤੁਹਾਨੂੰ ਮੰਨਣੀ ਪਏਗੀ ਕਿ ਤੁਹਾਨੂੰ ਮੰਨੋ ਕਿ ਇੰਟੈਲੀਜੈਂਸ